4087227698 ਦੇ ਉੱਤੇ। ਅਟਾਰਨੀ ਟਰਕਿਆਨਾ ਜੀ, ਅੱਜ ਆਪਾਂ ਟੌਪਿਕ ਜਿਹੜੇ ਤੇ ਗੱਲ ਕਰਨੀ ਆ, ਪਿਛਲੀ ਵਾਰੀ ਵੀ ਥੋੜ੍ਹਾ ਚਿਰ ਪਹਿਲੋਂ ਵੀ ਆਪਾਂ ਕੀਤੀ ਸੀ, ਪਹਿਲੋਂ ਵੀ ਕਰਦੇ ਜਿਹੜੇ ਉਹ ਰਹੇ ਆ। ਆਪਾਂ ਦੇਖ ਰਹੇ ਹਾਂ ਵੀ ਥੋੜ੍ਹੇ ਸਮੇਂ ਤੋਂ ਖਾਸ ਕਰਕੇ ਜਿਹੜਾ ਆਪਣਾ ਗੁਆਂਢੀ ਮੁਲਕ ਕੈਨੇਡਾ ਆ, ਉੱਥੋਂ ਕਾਫੀ ਲੋਕ ਇੱਧਰ ਨੂੰ ਅਮਰੀਕਾ ਵੱਲ ਨੂੰ ਆ ਰਹੇ ਆ। ਬਹੁਤ ਵਾਰੀ ਜਿਹੜੇ ਆ ਉਸ ਦੇ ਲਈ, ਕਿਉਂਕਿ ਆਪਾਂ ਨੂੰ ਪਤਾ ਵੀ ਉੱਥੇ ਹੁਣ ਇੱਕ ਹਿਸਾਬ ਦੇ ਨਾਲ ਜੇ ਉੱਧਰੋਂ ਦੀ ਆਉਂਦੇ ਤੇ ਅਸਾਈਲਮ ਵਾਲਾ ਜਿਹੜਾ ਕੰਮ ਆ, ਰਸਤਾ ਜਿਹੜਾ ਉਹ ਬੰਦ ਕੀਤਾ ਆ, ਕਾਫੀ ਬੰਦਿਸ਼ਾਂ ਰਿਸਟ੍ਰਿਕਸ਼ਨ ਜਿਹੜੀਆਂ ਲੱਗੀਆਂ, ਪਰ ਫਿਰ ਵੀ ਉਸ ਦੇ ਬਾਵਜੂਦ ਇਨਵੈਸਟਮੈਂਟ ਦੇ ਜ਼ਰੀਏ ਕੋਈ ਨਾ ਕੋਈ ਜਿਹੜੀ ਆ ਉਹ ਰਾਹ ਨਿਕਲ ਆਉਂਦਾ ਆ। ਸੋ ਅੱਜ ਆਪਾਂ ਉਸੇ ਬਾਬਤ ਜਿਹੜੀ ਉਹ ਗੱਲ ਕਰਾਂਗੇ। ਇਹ ਖਾਸ ਕਰਕੇ ਜਿਹੜੇ ਕੁਛ ਯੂਰਪੀਅਨ ਕੰਟਰੀਜ਼ ਵਾਲੇ ਆ ਤੇ ਜਿਹੜੇ ਕੈਨੇਡਾ ਵਾਲੇ ਆ, ਉਹਨਾਂ ਦੇ ਲਈ ਅੱਜ ਦਾ ਜਿਹੜਾ ਟੌਪਿਕ ਕਾਫੀ ਅਹਿਮ ਰਹੇਗਾ। ਜੀ ਬਿਲਕੁਲ। ਤੇ ਰੀਜ਼ਨ ਇਹ ਹੈਗਾ ਕਿ ਆਪਾਂ ਜਿਹੜਾ ਸਾਡਾ ਸ਼ੋਅ ਹੁੰਦਾ ਉਹਦੇ ਵਿੱਚ ਜ਼ਿਆਦਾਤਰ ਆਪਾਂ ਫੋਕਸ ਉੱਤੇ ਕਰਦੇ ਹਾਂ, ਜਿਹੜੇ ਵੀ ਜ਼ਿਆਦਾ ਮੁੱਦੇ ਆਪਾਂ ਉਸ ਹਫਤੇ ਦੇ ਵਿੱਚ ਵੇਖੀਦੇ ਆ ਕਲਾਇੰਟਸ ਦੇ। ਤੇ ਕੀ ਹੋਇਆ ਸੀਗਾ ਕਿ ਇੱਕ E2 ਦਾ ਕੰਮ ਤਾਂ ਆਪਾਂ ਕਾਫੀ ਚਿਰਾਂ ਤੋਂ ਹੀ, ਜਦੋਂ ਤੋਂ ਮਤਲਬ ਕਿ 10-15 ਸਾਲ ਹੁਣ ਤਾਂ ਹੋ ਗਏ ਕਰਦੇ ਆ ਰਹੇ ਆ। ਕਈ ਵਾਰੀ ਇਹਦੇ ਉੱਤੇ ਡਿਸਕਸ਼ਨ ਵੀ ਕੀਤੀ ਆ, ਪਰ ਇੱਕ ਆਪਾਂ ਵੀਡੀਓ ਅਪਲੋਡ ਕੀਤੀ ਸੀਗੀ, ਇੱਕ ਬਾਈ ਦਾ ਸਪੇਨ ਤੋਂ ਸੀਗਾ, ਤੇ ਉਹਦਾ ਕੇਸ ਜਿਹੜਾ E2 ਦਾ ਗ੍ਰਾਂਟ ਹੋਇਆ ਸੀਗਾ ਗਰੋਸਰੀ ਸਟੋਰ ਦੇ ਕਰਕੇ, ਉਹ ਜਦੋਂ ਇਹੀ ਵੇਖਣ ਨੂੰ ਮਿਲਦਾ ਕਿ ਜਦੋਂ ਇੱਕ ਪੰਜਾਬੀ ਦਾ ਹੋ ਜਾਂਦਾ ਤਾਂ ਫਿਰ ਦੂਜਾ ਕਹਿੰਦਾ ਯਾਰ ਆਹੋ ਇਹ ਚੀਜ਼ ਵੀ ਹੋ ਸਕਦੀ ਆ, ਹੌਲੀ ਚੀਜ਼ ਹੋ ਜਾਂਦੀ ਹੈ। ਸੋ E2 ਪ੍ਰੋਗਰਾਮ ਕਦੋਂ ਦਾ ਹੀ ਇਹ ਐਗਜ਼ਿਸਟ ਕਰਦਾ, ਕਾਫੀ ਸਾਰੇ ਇਹਦੇ ਬੈਨੀਫਿਸ਼ਰੀ ਜਿਹੜੇ ਹੈਗੇ ਆ। ਤੇ ਪਰ ਜਿੱਦਾਂ ਕਹਿ ਲਓ ਤੁਸੀਂ ਕਿ ਬੰਦਾ ਆਪਣੀ ਜ਼ੁਬਾਨ 'ਚ ਜਿਹੜਾ ਆਪਣੇ ਵਰਗਾ ਦੂਜੇ ਬੰਦੇ ਨੂੰ ਵੇਖਦਾ ਕਿ ਅੱਛਾ ਇਹਦਾ ਹੋਇਆ, ਤੇ ਫਿਰ ਉਹਦੀ ਸਾਰੇ ਹਫ਼ਤੇ ਜਿਹੜਾ E2 ਦੀਆਂ ਇਨਕੁਆਇਰੀਜ਼ ਜਿਹੜੀਆਂ ਚੱਲਦੀਆਂ ਰਹੀਆਂ, ਤੇ ਤਾਂ ਕਰਕੇ ਫਿਰ ਆਪਾਂ ਸੋਚਿਆ ਕਿ ਇਹਦਾ ਜਿਹੜਾ ਕਈ ਲੋਕਾਂ ਨੂੰ ਨਹੀਂ ਵੀ ਪਤਾ ਦੁਬਾਰਾ, ਚਾਹੇ ਤਾਂ ਆਪਾਂ ਇਹਨੂੰ ਦੁਬਾਰਾ ਇਹ ਜਿਹੜਾ ਟੌਪਿਕ ਆ ਇਹ ਕਵਰ ਕਰਨਾ ਚਾਹੀਦਾ ਜੀ। ਤੇ E2 ਵੀਜ਼ੇ ਬਾਰੇ, ਇਨਵੈਸਟਮੈਂਟ ਬੇਸ ਜਿਹੜਾ ਤੁਹਾਨੂੰ ਇੱਥੇ ਵਰਕ ਵੀਜ਼ਾ ਮਿਲਦਾ, ਉਹਦੇ ਬਾਰੇ ਜਿਹੜੀ ਆ ਗੱਲ ਕਰਾਂਗੇ ਅੱਜ। ਬਿਲਕੁਲ। ਸੋ ਇਹ ਵਧੀਆ ਜਿਹੜੀ ਇੱਕ ਚੀਜ਼ ਹੈ, ਇੱਕ ਟੌਪਿਕ ਆ। ਇੱਕ ਉਸ ਦੇ ਵਿੱਚ ਥੋੜ੍ਹਾ ਡਿਫਰੈਂਟ ਹੁੰਦਾ ਅਸਾਈਲਮ ਦੇ ਨਾਲੋਂ। ਜਿਹੜਾ US ਦੇ ਵਿੱਚ ਇੱਕ ਇਨਵੈਸਟਮੈਂਟ ਵੀਜ਼ਾ EB ਵਾਲਾ ਆ, ਉਹ ਥੋੜ੍ਹਾ ਬਹੁਤ ਜ਼ਿਆਦਾ ਉਹਦੇ ਵਿੱਚ ਮਨੀ ਇਨਵੋਲਵ ਆ, ਡਾਲਰ ਇਨਵੋਲਵ ਆ। ਇਹਦੇ ਵਿੱਚ ਤੁਹਾਨੂੰ ਥੋੜ੍ਹੇ ਘੱਟ ਮਨੀ ਦੇ ਨਾਲ ਵੀ ਜਿਹੜਾ ਉਹ ਕੰਮ ਹੋ ਜਾਂਦਾ। ਸੋ ਅੱਜ ਆਪਾਂ E2 ਵੀਜ਼ੇ ਨੂੰ ਲੈ ਕੇ ਇੱਕ ਹਿਸਾਬ ਦੇ ਨਾਲ ਅਟਾਰਨੀ ਟਰਕਿਆਨਾ ਜੀ ਵੀ ਥੋੜ੍ਹੀ ਅਮਾਊਂਟ ਦੀ ਇਨਵੈਸਟਮੈਂਟ ਦੇ ਨਾਲ ਤੁਸੀਂ ਇੱਥੇ ਆਪਣੇ ਪੈਰ ਧਰਾਵਾ ਕਰ ਸਕਦੇ ਆ। ਬੇਸਿਕਲੀ ਇਹ ਜਿਹੜੀ ਚੀਜ਼ ਹੋ ਜਾਂਦੀ ਹੈ। ਸੋ E2 ਵੀਜ਼ੇ ਦੇ ਬਾਰੇ ਜੇ ਤੁਸੀਂ ਸ਼ੁਰੂਆਤ ਦੇ ਵਿੱਚ ਦੱਸੋ ਵੀ ਕੀ ਸਾਰੀਆਂ ਕੰਟਰੀਜ਼ ਦੇ ਲੋਕ E2 ਵੀਜ਼ਾ ਕਰ ਸਕਦੇ ਨੇ, ਜਾਂ ਕੋਈ ਸਪੈਸੀਫਿਕ ਕੰਟਰੀਜ਼ ਤੋਂ ਹੀ E2 ਵੀਜ਼ਾ ਕੀਤਾ ਜਾਂਦਾ ਹੈ? ਨਹੀਂ, ਸਪੈਸੀਫਿਕ ਕੰਟਰੀ ਵਾਲੇ ਲੋਕ ਜਿਹੜੇ ਆ ਸਕਦੇ ਆ, ਤੇ ਉੱਥੇ ਦੇ ਸਿਟੀਜ਼ਨ ਜਿਹੜੇ ਹੋਣੇ ਚਾਹੀਦੇ ਆ, ਪਾਸਪੋਰਟ ਹੋਲਡਰ। ਠੀਕ ਹੈ। ਗ੍ਰੀਨ ਕਾਰਡ ਨਹੀਂ ਹੋਣੇ ਚਾਹੀਦੇ, ਗ੍ਰੀਨ ਕਾਰਡ ਵਾਲਾ ਨਹੀਂ ਇਹਦੇ ਵਿੱਚ, ਪਰਮਾਨੈਂਟ ਰੈਜ਼ੀਡੈਂਟ ਨਹੀਂ ਇਹਦੇ ਵਿੱਚ ਐਲੀਜੀਬਲ ਹੁੰਦਾ। ਜੇ ਬੰਦਾ ਉਹ ਕੰਟਰੀਆਂ ਦਾ ਸਿਟੀਜ਼ਨ ਹੈਗਾ, ਤੇ ਇਹਦੇ ਵਿੱਚ ਕਿਹੜੀਆਂ ਕੰਟਰੀਜ਼ ਆਉਂਦੀਆਂ, ਤੁਸੀਂ ਆਪਣਾ ਜਿਹੜਾ ਗੂਗਲ ਤੇ ਚੈੱਕ ਕਰ ਸਕਦੇ ਆ। E2 ਟਰੀਟੀ ਕੰਟਰੀ ਲਿਸਟ ਜੇ ਤੁਸੀਂ ਪਾਓ ਨਾ ਕਿ ਕਿਹੜੇ ਦੇਸ਼ਾਂ ਦੇ ਨਾਲ ਅਮਰੀਕਾ ਨੇ ਟਰੀਟੀ ਕੀਤੀ ਆ, ਤੇ ਉਹ ਕੰਟਰੀ ਦੇ ਵਿੱਚ ਆ ਜਾਂਦੇ ਆ। ਤੇ ਨੋਰਮਲੀ ਜਿਹੜੇ ਆਪਣੇ ਪੰਜਾਬੀ ਲੋਕ ਜਿਹੜੇ ਜਿੱਥੇ ਵੀ ਯੂਰਪੀਅਨ ਕੰਟਰੀਜ਼ 'ਚ ਹੈਗੇ ਆ, ਕਾਫੀ ਸਾਰਾ ਜਿਹੜੀ ਯੂਰਪ ਦੀਆਂ ਕੰਟਰੀਜ਼ ਇਹਦੇ ਵਿੱਚ ਆ ਜਾਂਦੀਆਂ, ਪਰ ਹਰੇਕ ਕੰਟਰੀ ਨਹੀਂ ਆਉਂਦੀ। ਤੇ ਆਸਟ੍ਰੇਲੀਆ, ਕੈਨੇਡਾ, UK, ਫਰਾਂਸ, ਜਰਮਨੀ, ਇਟਲੀ ਤੇ ਫਿਲੀਪੀਨਸ, ਆਪਣਾ ਪਾਕਿਸਤਾਨ ਹੋ ਗਿਆ, ਤੇ ਏਦਾਂ ਦੇ ਕਾਫੀ ਸਾਰੇ ਕੰਟਰੀ ਇਹਦੇ ਵਿੱਚ ਜਿਹੜੇ ਆਪਣੇ ਆ ਜਾਂਦੇ ਆ। ਤੇ ਇਹਨੂੰ ਸਿੰਪਲ ਰਸਤਾ ਇਹ ਹੈ ਕਿ ਇਹ ਚੈੱਕ ਕਰੋ ਤੁਸੀਂ ਕਿਹੜਾ ਦੇਸ਼ ਕਿਹੜੀ ਟਰੀਟੀ 'ਚ E2 ਟਰੀਟੀ ਦੇ ਥੱਲੇ ਆਉਂਦਾ ਕਿ ਨਹੀਂ ਆਉਂਦਾ। ਠੀਕ ਹੈ ਜੀ। ਸੋ ਹੁਣ ਮੰਨ ਲਓ ਵੀ ਚਲੋ ਆਪਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ, ਯੂਰਪ ਦੀਆਂ ਜਿਹੜੀਆਂ ਕੁਛ ਕੰਟਰੀਜ਼ ਦੀ ਗੱਲ ਕਰ ਲੈਂਦੇ ਹਾਂ ਵੀ ਹਾਂ ਉਹ ਜਿਹੜੀਆਂ ਆਉਂਦੀਆਂ ਆ। ਸੋ ਇਹਦੇ ਵਿੱਚ ਫਿਰ ਕੀ ਆ ਕਰਨਾ, ਕੀ ਆ ਕਿੱਦਾਂ ਕਰਨਾ ਆ? ਜਿੱਦਾਂ ਕੈਨੇਡੀਅਨ ਹੁਣ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ ਪੁੱਛਦੇ ਰਹਿੰਦੇ ਆ ਵੀ ਅਸੀਂ ਇੱਧਰ ਆ ਕੇ ਕੰਮ ਕਰਨਾ ਚਾਹੁੰਦੇ ਆ, ਕਿ ਜੌਬ ਕਰਨੀ ਆ ਜਾਂ ਇੱਥੇ ਆਪਣਾ ਕੰਮ ਖੋਲਣਾ ਆ। ਸੋ ਕੀ ਆ, ਕਿੱਦਾਂ ਹੈਗਾ ਆ, ਨਿਊਆਂਸ ਕੀ ਹੈਗੇ ਇਹਦੇ? ਜੀ, ਸੋ ਆਬਵੀਅਸਲੀ ਇਨਵੈਸਟਮੈਂਟ ਬੇਸਡ ਜਿਹੜਾ ਵੀਜ਼ਾ ਹੈਗਾ, ਤੇ ਇਨਵੈਸਟਮੈਂਟ ਚਾਹੀਦੀ ਆ। ਸ਼ੋਅ ਨਹੀਂ ਕਰਨ ਵਾਲੇ ਚਾਹੀਦੇ, ਸਿਰਫ ਪੈਸੇ ਐਕਚੁਅਲ 'ਚ ਇਨਵੈਸਟ ਜਿਹੜੇ ਉਹ ਕਰਨੇ ਪੈਂਦੇ ਆ। ਠੀਕ ਹੈ। ਤੇ ਕੰਪਨੀ ਦੇ ਵਿੱਚ ਤੁਹਾਨੂੰ ਖੋਲ ਕੇ ਇਨਵੈਸਟ ਕਰਨੇ ਪੈਂਦੇ ਆ, ਜਿਹਦੇ ਵਿੱਚ ਤੁਹਾਡੀ 50% ਜਾਂ ਉਸ ਤੋਂ ਜ਼ਿਆਦਾ ਹਿੱਸੇਦਾਰੀ ਜਿਹੜੀ ਹੋਣੀ ਚਾਹੀਦੀ ਆ।
ਤੇ ਇਹਦੇ ਵਿੱਚ ਤੁਸੀਂ ਕੰਮ ਕਰਨ ਨਹੀਂ ਆ ਸਕਦੇ, ਇਹਦੇ ਵਿੱਚ ਤੁਸੀਂ ਕੰਪਨੀ ਨੂੰ ਮੈਨੇਜ ਤੇ ਡਾਇਰੈਕਟ ਕਰਨ ਆ ਸਕਦੇ ਆ। ਤੁਹਾਨੂੰ ਖੁਦ ਇੱਕ ਤਨਖਾਹ ਜਿਹੜੀ ਮਿਲਣੀ ਚਾਹੀਦੀ ਹੈ ਤੁਹਾਡੀ ਆਪਣੀ ਕੰਪਨੀ ਤੋਂ, ਤੇ ਤੁਸੀਂ ਉਹਨਾਂ ਨਾਲ ਬੇਸਿਕਲੀ ਇਹੀ ਵਾਅਦਾ ਕਰਦੇ ਆ ਕਿ ਮੈਂ ਪੈਸੇ ਇਨਵੈਸਟ ਕਰ ਰਿਹਾ, ਲੀਗਲ ਮਨੀ ਆ ਸਾਰਾ, ਤੇ ਕੰਪਨੀ ਦੇ ਵਿੱਚ ਮੈਂ ਜਿਹੜੀ ਕੰਪਨੀ ਨੂੰ ਚਲਾਉਂਗਾ ਤੇ ਆਪ ਮੈਂ ਜਿਹੜੇ ਛੋਟੇ ਲੈਵਲ ਦੇ ਕੰਮ ਨਹੀਂ ਕਰੂੰਗਾ, ਤੇ ਜਿਹੜੇ ਹੋਰ ਉੱਥੇ ਦੇ ਯੂਐਸ ਦੇ ਵਰਕਰਸ ਹੈਗੇ ਆ, ਸਪੈਸ਼ਲੀ ਗ੍ਰੀਨ ਕਾਰਡ ਹੋਲਡਰ ਤੇ ਯੂਐਸ ਸਿਟੀਜ਼ਨ, ਉਹਨਾਂ ਨੂੰ ਮੈਂ ਹਾਇਰ ਕਰੂੰਗਾ। ਓਕੇ, ਠੀਕ ਹੈ। ਸੋ ਸੋ ਬੇਸਿਕਲੀ ਇਨਵੈਸਟਮੈਂਟ ਕੰਪਨੀ ਸੈਟਅਪ, EMPLOYEES ਨੂੰ ਹਾਇਰ ਕਰਨਾ ਤੇ ਆਪ ਵੀ ਉਸ ਦੇ ਵਿੱਚ ਜਿਹੜੀ ਉਹ ਤਨਖਾਹ ਲੈਣੀ ਹੈ। ਇਹਦੇ ਵਿੱਚ ਜੇ ਉਹਨਾਂ ਨੂੰ ਜਿਹੜਾ ਇਹ ਕੇਸ E2 ਦਾ ਫਾਈਲ ਕਰਨਾ ਆ, ਉਹਦੇ ਲਈ US ਜਾ ਕੇ ਕਰਨਾ ਪਊਗਾ ਜਾਂ ਉਹ ਆਪਣੇ ਮੁਲਕ ਤੋਂ ਵੀ ਕਰ ਸਕਦੇ ਆ? ਆਪਣੇ ਮੁਲਕ ਤੋਂ ਵੀ ਕਰ ਸਕਦੇ ਆ, ਯੂਐਸ ਤੋਂ ਵੀ ਕਰ ਸਕਦੇ ਆ। ਜਿਹੜਾ ਆਪਣੇ ਮੁਲਕ ਤੋਂ ਕਰਦੇ ਆ ਉਹਦਾ ਬੈਨੀਫਿਟ ਇਹ ਹੁੰਦਾ, ਸੋ ਦੋਨਾਂ ਦੇ ਫਾਇਦੇ ਤੇ ਨੁਕਸਾਨ ਆ ਹਰੇਕ ਚੀਜ਼ ਦੇ, ਤੇ ਪਰ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਇੱਥੇ ਹੋਣ, ਬਾਹਰੋਂ ਵੀ ਜਿਹੜਾ ਆਪਣਾ ਵੀਜ਼ਾ ਇਹ ਕਰਕੇ ਆ ਸਕਦੇ ਆ। ਤੇ ਬਾਹਰ ਵਾਲੇ ਦੀ ਜੇ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਐਮਬੈਸੀ ਦੇ ਵਿੱਚ ਤੁਹਾਨੂੰ, ਸੋ ਇੱਥੇ ਤੁਹਾਡਾ ਜਦੋਂ ਮੰਨ ਲਓ ਕਿ E2 ਬਿਜ਼ਨਸ ਲੈ ਲਿਆ ਤੁਸੀਂ, ਸਾਰੇ ਪੇਪਰ ਪੂਪਰ ਰੈਡੀ ਹੋ ਗਏ, ਤੇ ਫਿਰ ਤੁਸੀਂ ਐਮਬੈਸੀ ਨਾਲ ਜਿਹੜੀ ਇੰਟਰਵਿਊ ਉਹ ਸਕੈਜੂਲ ਕਰਦੇ ਆ। ਸੋ ਸਭ ਤੋਂ ਸਾਨੂੰ ਕਾਮਨ ਸਵਾਲ ਇਹੀ ਆਉਂਦਾ ਕਿ ਕਿੰਨੀ ਦੇਰ ਜਿਹੜੀ ਲੱਗੂਗੀ, ਹਾਂਜੀ, ਤੇ ਆਬਵੀਅਸਲੀ ਜਦੋਂ ਤੁਸੀਂ ਪੈਸੇ ਮੂਵ ਕਰਦੇ ਆ ਇੱਥੇ, ਉਹਦੇ ਵਿੱਚ 100 ਚੱਕਰ ਜਿਹੜੇ ਹੋ ਜਾਂਦੇ ਆ। ਸਾਰਾ ਜਿਹੜੀ ਉਹਦੀ ਟ੍ਰੇਸਿੰਗ, ਸੋਰਸਿੰਗ, ਕਿੱਥੋਂ ਪੈਸਾ ਆਇਆ ਉਹ ਐਸਟੈਬਲਿਸ਼ ਕਰਨਾ, ਲੀਗਲ ਮਨੀ ਹੈਗਾ ਨਹੀਂ ਹੈਗਾ, ਫਿਰ ਬਿਜ਼ਨਸ ਦੀ ਜਿਹੜੀ ਸੇਲ ਪਰਚੇਜ਼ ਆ ਐਸਕਰੋ 'ਚ ਤੁਸੀਂ ਜਾਂਦੇ ਆ, ਜਾਂ ਡਾਇਰੈਕਟ ਬਿਜ਼ਨਸ ਜਿਹੜਾ ਬਾਏ ਕਰਦੇ ਆ, ਉਹਦੇ ਵਿੱਚ ਤੁਹਾਡਾ ਜਿਹੜਾ ਕਾਫੀ ਐਫਰਟ ਲੱਗਦਾ ਬਿਜ਼ਨਸ ਬਾਏ ਕਰਨ 'ਚ, ਉਹਨੂੰ ਹੁਣ ਤੁਸੀਂ ਮਹੀਨੇ 'ਚ ਵੀ ਖਰੀਦ ਸਕਦੇ ਆ, ਤੁਹਾਨੂੰ ਤੁਸੀਂ ਉਹਦੇ 6 ਮਹੀਨੇ ਵੀ ਤੁਸੀਂ ਲਗਾ ਸਕਦੇ ਆ। ਤੇ ਜਦੋਂ ਤੁਸੀਂ ਬਿਜ਼ਨਸ ਵਗੈਰਾ ਖਰੀਦ ਲੈਂਦੇ ਆ, ਫਿਰ ਉਸ ਤੋਂ ਬਾਅਦ ਸਾਰਾ ਜਦੋਂ ਪੇਪਰ ਵਰਕ ਇਨ ਪਲੇਸ ਆ ਜਾਂਦਾ, ਫਿਰ ਆਬਵੀਅਸਲੀ ਲਾਇਰ ਦਾ ਕੰਮ ਆ ਜਾਂਦਾ ਕਿ ਲਾਇਰ ਆਪਣਾ ਜਿਹੜਾ ਜਿੰਨਾ ਵੀ ਟਾਈਮ ਲਾਉਂਦਾ ਉਹਨੂੰ ਕੇਸ ਨੂੰ ਬਣਾਉਣ ਦੇ ਵਿੱਚ, ਤੇ ਐਮਬੈਸੀ ਦੇ ਵਿੱਚ ਫਿਰ ਤੁਸੀਂ ਇੰਟਰਵਿਊ ਇੱਕ ਸਕੈਜੂਲ ਕਰਦੇ ਆ। ਸੋ ਸੇਮ ਥਿੰਗ ਕਿ ਐਮਬੈਸੀ ਵਾਲੇ ਤੁਹਾਨੂੰ ਮਹੀਨੇ 'ਚ ਵੀ ਇੰਟਰਵਿਊ ਦੇ ਸਕਦੇ ਆ, ਤੁਹਾਨੂੰ 3 ਮਹੀਨੇ ਵੀ ਉਹ ਲਗਾ ਸਕਦੇ ਆ। ਸੋ ਜਿਹੜਾ ਪ੍ਰੋਸੈਸ ਆਬਵੀਅਸਲੀ ਥੋੜਾ ਲੰਬਾ ਖਿੱਚਿਆ ਜਾ ਸਕਦਾ ਜੇ ਬਾਹਰੋਂ ਦੀ ਤੁਸੀਂ ਆਉਂਦੇ ਆ, ਤੇ ਸਪੈਸ਼ਲੀ ਜਿੱਦਾਂ ਹੁਣ ਹੌਲੀਡੇ ਚੱਲਦੀ ਆ, ਥੈਂਕਸਗਿਵਿੰਗ ਆਉਣੀ ਆ, ਕ੍ਰਿਸਮਸ ਆਉਣੀ ਆ, ਤੇ ਕੋਈ ਸਰਟਨਟੀ ਨਹੀਂ ਕਿ ਐਮਬੈਸੀ ਜੀ, ਨੇ ਕਿੰਨੀ ਸਪੀਡ ਨਾਲ ਜਿਹੜੀ ਇੰਟਰਵਿਊ ਦੇਣੀ ਹੈ। ਦੂਜਾ ਰਾਸਤਾ ਇਹਦੇ ਵਿੱਚ ਇਹ ਹੁੰਦਾ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਆਲਰੇਡੀ ਹੈਗੇ ਆ ਤੇ ਵੀਜ਼ੇ ਦੇ ਉੱਤੇ ਆਏ ਆ, ਜਿਹੜਾ ਉਹ ਨਹੀਂ ਕਿ ਐਸਟਾ ਜਿਹੜਾ ਵੀਜ਼ਾ ਵੇਵਰ ਹੁੰਦਾ ਉਹ ਤੇ ਤੁਸੀਂ ਚੇਂਜ ਨਹੀਂ ਕਰ ਸਕਦੇ। ਠੀਕ ਹੈ, ਜੇ ਸਪੈਸ਼ਲੀ ਤੁਹਾਡੇ ਕੋਲ B1 B2 ਜਿਹੜਾ ਬਿਜ਼ਨਸ ਵਿਜ਼ਟਰ ਵੀਜ਼ਾ ਹੁੰਦਾ 10 ਸਾਲ ਵਾਲਾ, ਜਿਹਦੇ ਚ ਤੁਹਾਨੂੰ 6 ਮਹੀਨੇ ਦੀ ਐਂਟਰੀ ਦਿੰਦੇ ਆ, ਜੇ ਤੁਸੀਂ ਉਹ B1 B2 ਸਟੇਟਸ ਤੇ ਆਏ ਆ, ਤੇ ਫਿਰ ਤੁਸੀਂ ਜਿਹੜਾ ਹੈਗਾ ਇੱਥੇ 90 ਦਿਨ ਬਾਅਦ ਤੁਹਾਡਾ ਇਰਾਦਾ ਬਦਲਦਾ ਕਿ ਨਹੀਂ ਮੈਂ ਅਮਰੀਕਾ ਤੋਂ E2 ਕਰਨਾ, ਤਾਂ ਤੁਸੀਂ ਕਰ ਸਕਦੇ ਆ। ਓਕੇ, ਹੁਣ ਜਿਹੜੇ ਕੈਨੇਡਾ ਵਾਲੇ ਆ ਉਹਨਾਂ ਨੂੰ ਆਪਣੇ ਪਾਸਪੋਰਟ ਦੇ ਉੱਤੇ ਹੀ ਜਿਹੜਾ B1 B2 ਮਿਲ ਜਾਂਦਾ, ਉਹ ਐਸਟਾ ਦੇ ਵਿੱਚ ਨਹੀਂ ਆਉਂਦੇ। ਜਿਹੜੇ ਕੈਨੇਡਾ ਵਾਲੇ ਆ ਉਹਨਾਂ ਨੂੰ ਟੂਰਿਸਟ ਵੀਜ਼ਾ, ਟੂਰਿਸਟ ਦੀ ਐਂਟਰੀ ਮਿਲ ਜਾਂਦੀ ਹੈ। ਸੋ ਕੈਨੇਡੀਅਨ ਜਿਹੜੇ ਉਹ ਸਿੱਧੇ ਹੀ ਇੱਥੋਂ ਕਰ ਸਕਦੇ ਆ ਚੇਂਜ 90 ਦਿਨ ਬਾਅਦ। ਪਰ ਜਿਹੜੇ ਯੂਰਪੀਅਨ ਆ ਜਿਹੜੇ ਕਹਿੰਦੇ ਆ 90 ਦਿਨ ਵਾਲੀ ਇੱਕ ਜਿਹੜੀ ਐਂਟਰੀ ਹੁੰਦੀ ਆ, EST ਹੈ ਨਾ ਪ੍ਰੋਗਰਾਮ ਦੇ ਥੱਲੇ ਉਹ ਆਉਂਦੇ, ਉਹਨੂੰ ਵੀਜ਼ਾ ਵੇਵਰ ਪ੍ਰੋਗਰਾਮ ਵੀ ਜਿਹੜਾ ਕਿਹਾ ਜਾਂਦਾ, ਤੇ 90 ਦਿਨ ਦੀ ਸਿਰਫ ਐਂਟਰੀ ਉਹਦੀ ਹੁੰਦੀ ਹੈ, ਉਹ ਤੋਂ ਤੁਸੀਂ ਜਿਹੜਾ ਚੇਂਜ ਨਹੀਂ ਕਰ ਸਕਦੇ ਆ। ਸੋ ਯੂਰਪ ਵਾਲੇ ਜਾਂ ਹੋਰ ਕੋਈ ਵੀ ਕੈਨੇਡਾ ਤੋਂ ਇਲਾਵਾ ਜਿਹੜੇ ਦੂਜੇ ਆ ਕੰਟਰੀਆਂ ਤੋਂ ਆ ਰਹੇ ਆ, ਉਹਨਾਂ ਨੂੰ ਜਿਹੜਾ ਜਿਹੜਾ ਆਟੋਮੈਟਿਕ ਵੀਜ਼ਾ ਵੇਵਰ ਉਹ ਤੇ ਚੇਂਜ ਨਹੀਂ ਹੋ ਸਕਦਾ। ਜੇ ਉਹ ਵੀਜ਼ਾ ਲੈ ਕੇ ਸਿਰਫ ਜਾਣ, ਫਿਰ ਤੁਹਾਨੂੰ ਜਿਹੜੀ ਇਹ ਚੇਂਜ ਆਫ ਸਟੇਟਸ ਇੱਥੇ ਮਿਲ ਸਕਦੀ ਹੈ। ਸੋ ਇਹ ਦੋ ਤਰੀਕੇ ਜਿਹੜੇ E2 ਵੀਜ਼ਾ ਹਾਸਲ ਕਰਨ ਦੇ ਹੈਗੇ। ਠੀਕ ਹੈ। ਹੁਣ ਜਿਹੜੀ ਇਹਦੀ ਕਲਾਸੀਫਿਕੇਸ਼ਨ ਆ, ਜਿੱਦਾਂ ਤੁਸੀਂ ਦੱਸਿਆ ਵੀ ਇਹ ਇੱਕ ਨਾਨ ਇਮੀਗ੍ਰੈਂਟ ਵੀਜ਼ਾ ਹੀ ਆ? ਜੀ ਬਿਲਕੁਲ, ਇਹ ਇੱਕ ਨਾਨ ਇਮੀਗ੍ਰੈਂਟ ਵੀਜ਼ਾ, ਤੇ ਨਾਨ ਇਮੀਗ੍ਰੈਂਟ ਵੀਜ਼ਾ ਦਾ ਮਤਲਬ ਇਹ ਹੁੰਦਾ ਕਿ ਇਹ ਗ੍ਰੀਨ ਕਾਰਡ ਨਹੀਂ ਹੈਗਾ, ਪੱਕੇ ਰਾਏ ਨਹੀਂ ਤੁਹਾਨੂੰ ਪਾਉਂਦਾ। ਦੂਸਰੀ ਚੀਜ਼ ਇਹ ਆ ਕਿ ਜਿਹੜਾ E2 ਵੀਜ਼ਾ ਉਹ ਇੱਕ ਟੈਂਪਰੇਰੀ ਇੰਡੈਂਟ ਵੀਜ਼ਾ, ਠੀਕ ਹੈ, ਸਟੂਡੈਂਟ ਜਿੱਦਾਂ ਹੁੰਦਾ ਟੈਂਪਰੇਰੀ ਇੰਟੈਂਟ ਵੀਜ਼ਾ ਹੁੰਦਾ, ਟੂਰਿਸਟ ਵੀਜ਼ਾ ਜਿਹੜਾ ਹੁੰਦਾ ਉਹ ਟੈਂਪਰੇਰੀ ਇੰਟੈਂਟ ਵੀਜ਼ਾ ਜਿਹੜਾ ਹੁੰਦਾ। ਟੈਂਪਰੇਰੀ ਇੰਟੈਂਟ ਦਾ ਮਤਲਬ ਇਹ ਹੁੰਦਾ ਕਿ ਹਰ ਮੌਕੇ ਤੇ ਤੁਸੀਂ ਸ਼ੋਅ ਕਰਨਾ ਹੁੰਦਾ ਕਿ ਤੁਸੀਂ ਵਾਪਸ ਆਪਣੇ ਚਲੇ ਜਾਣਾ। ਦੇਸ਼ ਜਾਓਗੇ, ਹੂੰ, ਤੇ ਜੇ ਉਹਨਾਂ ਨੂੰ ਸੰਕੇਤ ਮਿਲ ਜਾਵੇ ਕਿ ਨਹੀਂ ਇਹਨੇ ਇੱਥੇ ਜੰਮ ਜਾਣਾ, ਟਿਕ ਜਾਣਾ, ਤੇ ਕਈ ਵਾਰੀ ਉਹ ਵੀਜ਼ਾ ਨਹੀਂ ਦਿੰਦੇ। ਸੋ ਆਬਵੀਅਸਲੀ E2 ਵੀਜ਼ੇ ਦੇ ਵਿੱਚ ਥੋੜੇ ਜਿਹੇ ਹਲਕੇ ਜਿਹੇ ਰਿਲੈਕਸ ਰਹਿੰਦੇ ਆ, ਸਟੂਡੈਂਟ ਵੀਜ਼ਾ ਵਗੈਰਾ, ਟੂਰਿਸਟ ਵੀਜ਼ਾ ਜ਼ਿਆਦਾ ਡਿਨਾਈ ਕਰਦੇ ਆ। ਪਰ ਇਹਦੇ ਵਿੱਚ ਇਹਨਾਂ ਨੂੰ ਵੀ ਫਾਇਦਾ ਜਿਹੜਾ ਹੁੰਦਾ, ਕਿਉਂਕਿ ਤੁਸੀਂ ਆਉਂਦੇ ਆ ਉਰੇ, ਇਨਵੈਸਟਮੈਂਟ ਕਰਦੇ ਆ, ਫਿਰ ਜੌਬ ਕ੍ਰੀਏਸ਼ਨ ਕਰੋਗੇ। ਸੋ ਉਹ ਵੀ ਜਿਹੜਾ ਬੈਨੀਫਿਟ ਜਿਹੜਾ ਸਾਰਾ ਦੇਖ ਕੇ ਕੀ ਆ, ਕਿੱਦਾਂ ਕਿੱਦਾਂ ਦੀ ਇਨਵੈਸਟਮੈਂਟ ਆ, ਤੇ ਉਹਦੇ ਹਿਸਾਬ ਨਾਲ ਫਿਰ ਜਿਹੜੀ ਸਰਕਾਰ ਆ ਉਹ ਡਿਸਾਈਡ ਕਰਦੀ ਹੈ ਅਮਰੀਕਾ ਦੀ ਕਿ ਵੀਜ਼ਾ ਜਿਹੜਾ ਦੇਣਾ ਕਿ ਨਹੀਂ ਦੇਣਾ। ਸੋ ਹੁਣ ਜਿੱਦਾਂ ਤੁਸੀਂ ਚਲੋ ਇਹਦੇ ਵਿੱਚ ਹੁਣ ਇਹ ਦੱਸੋ ਵੀ ਕੁਆਲੀਫਾਈ ਕੌਣ ਕਰਦਾ ਆ ਜਦੋਂ ਦੂਜੇ ਮੁਲਕ ਚ ਰਹਿੰਦੇ ਆ,
ਬਹੁਤ ਸਾਰੇ ਲੋਕ, ਜਿੱਦਾਂ ਤੁਸੀਂ ਸ਼ੁਰੂਆਤ 'ਚ ਉੱਦਾਂ ਥੋੜ੍ਹਾ ਜਿਹਾ ਕਲੀਅਰ ਕੀਤਾ ਵੀ ਗ੍ਰੀਨ ਕਾਰਡ ਹੋਲਡਰ ਨਹੀਂ, ਪਰਮਾਨੈਂਟ ਰੈਜ਼ੀਡੈਂਟ ਨਹੀਂ, ਸਿਟੀਜ਼ਨ ਜਿਹੜਾ ਉਹ ਹੋਣਾ ਚਾਹੀਦਾ ਆ। ਸੋ ਹੋਰ ਕਿਹੜੀਆਂ ਕੰਡੀਸ਼ਨਸ ਆ ਜਿਹੜਾ ਕੁਆਲੀਫਾਈ ਕਰ ਸਕਦਾ ਆ ਇਹ ਟ੍ਰੀਟੀ ਇਨਵੈਸਟਰ ਦੇ ਤੌਰ ਦੇ ਉੱਤੇ E2 ਵੀਜ਼ੇ ਦੇ ਲਈ? ਸੋ ਪਹਿਲਾਂ ਜਿੱਦਾਂ ਕਿ ਦੱਸਿਆ ਕਿ ਸਿਟੀਜ਼ਨ ਹੋਣਾ ਚਾਹੀਦਾ। ਇਹਦੇ ਵਿੱਚ ਇੱਕ ਗੱਲ ਕਲੀਅਰ ਕਰ ਦਈਏ ਕਿ ਇੱਕ ਬੰਦਾ ਜਿਹੜਾ ਜਿਹਨੇ E2 ਵੀਜ਼ਾ ਲੈਣਾ ਉਹ ਸਿਟੀਜ਼ਨ ਹੋਣਾ ਚਾਹੀਦਾ, ਤੇ ਜਿਹੜੇ ਸਪਾਊਸ ਆ ਜਾਂ ਬੱਚੇ ਆ ਉਹ ਭਾਵੇਂ ਹੋਰ ਕਿਸੇ ਕੰਟਰੀ ਦੇ ਪਾਸਪੋਰਟ ਹੋਲਡਰ ਵੀ ਹੋਣ, ਉਹਦਾ ਨਹੀਂ ਕੋਈ ਫਰਕ ਪੈਂਦਾ। ਡਿਪੈਂਡੈਂਟ ਮਤਲਬ ਭਾਵੇਂ ਇੰਡੀਆ ਦਾ ਪਾਸਪੋਰਟ ਹੀ ਕਿਉਂ ਨਾ ਹੋਵੇ, ਉੱਤੇ ਵੀ ਆ ਸਕਦੇ ਆ। ਸੋ ਮੇਨ ਐਸ ਜਿਹੜਾ ਲੌਂਗ ਕਰਨ ਵਾਲਾ ਉਹ ਸਿਟੀਜ਼ਨ ਚਾਹੀਦਾ, ਮੇਨ ਬੰਦਾ ਸਿਟੀਜ਼ਨ ਚਾਹੀਦਾ। ਇਨਵੈਸਟਮੈਂਟ ਜਿਹੜੀ ਆ ਉਹ ਕਰਨੀ ਆ ਤੁਸੀਂ। ਸੋ ਇਨਵੈਸਟਮੈਂਟ ਦਾ ਹੁਣ ਕੀ ਮਤਲਬ ਆ ਕਿ ਜਾਂ ਤਾਂ ਤੁਸੀਂ ਆਲਰੇਡੀ ਪੈਸਾ ਲਾ ਚੁੱਕੇ ਆ ਜਾਂ ਆਲਰੇਡੀ ਲਾ ਰਹੇ ਆ, ਇਨ ਪ੍ਰੋਸੈਸ ਹੈਗੇ ਆ, ਤੇ ਇੱਕ ਐਕਚੁਅਲ ਬਿਜ਼ਨਸ ਦੇ ਵਿੱਚ ਪੈਸੇ ਜਿਹੜੇ ਲਾਣੇ ਆ। ਏਦਾਂ ਨਹੀਂ ਕਿ ਮਨ ਘਰ ਰੱਤੀ ਹੋ ਗਿਆ ਕਿ ਸ਼ੋਅ ਕਰਤੇ ਦਿਖਾਤੇ ਰਿਸ਼ਤੇਦਾਰ ਨੇ ਰਿਸ਼ਤੇਦਾਰ ਨੂੰ ਬਿਜ਼ਨਸ ਦੇ ਦਿੱਤਾ, ਏਦਾਂ ਦੀ ਕੋਈ ਵੀ ਸਕੀਮ ਨਹੀਂ ਚੱਲਦੀ। ਐਕਚੁਅਲ ਇਨਵੈਸਟਮੈਂਟ ਉਹਨਾਂ ਨੇ ਜਿਹੜੀ ਦੇਖਣੀ ਆ, ਡਾਲਰ ਕਿੱਥੋਂ ਆਏ, ਕਿੱਦਾਂ ਉਹ ਕਿਹੜੇ ਅਕਾਊਂਟ ਤੋਂ ਕਿਹੜੇ ਅਕਾਊਂਟ 'ਚ ਗਏ, ਕਿੱਥੇ ਖਰਚ ਹੋਏ, ਐਕਚੁਅਲ ਖਰਚ ਹੋਏ ਵੀ ਆ ਕਿ ਉਦਾਂ ਹੀ ਜਿਹੜਾ ਰਿਸ਼ਤੇਦਾਰਾਂ 'ਚ ਐਕਸਚੇਂਜ ਹੋ ਗਏ, ਹਨਾ। ਸੋ ਇਨਵੈਸਟਮੈਂਟ ਜਿਹੜੀ ਤੁਹਾਡੀ ਆ ਉਹ ਹੋਣੀ ਚਾਹੀਦੀ ਆ ਸਬਸਟੈਂਸ਼ੀਅਲ ਅਮਾਊਂਟ, ਕਿ ਜਿਹੜਾ ਪੈਸਾ ਉਹਨਾਂ ਨੇ ਲਿਮਿਟ ਨਹੀਂ ਉਹਨਾਂ ਨੇ ਕੋਈ ਦੱਸੀ। ਤੇ ਇਹ ਚੀਜ਼ ਜਿਹੜੀ ਟ੍ਰਿਕੀ ਹੋ ਜਾਂਦੀ ਹੈ, ਕਿਉਂਕਿ ਕਈ ਵਾਰੀ ਜਿਹੜਾ ਸਵਾਲ ਆ ਜਾਂਦਾ ਕਿ ਕਿੰਨੇ ਪੈਸੇ ਜਿਹੜਾ ਮੈਂ ਬਿਜ਼ਨਸ ਦੇ ਵਿੱਚ ਲਗਾਵਾਂ, ਤੇ 1.5 2 ਲੱਖ ਡਾਲਰ ਜਿੱਦਾਂ ਕੈਲੀਫੋਰਨੀਆ 'ਚ ਕਹਿ ਲਓ ਕਿ ਇੰਨਾ ਕਿ ਇੱਕ ਬਹੁਤ ਜਾਇਜ਼ ਜਿਹਾ ਅਮਾਊਂਟ ਹੈਗਾ ਕੈਲੀਫੋਰਨੀਆ ਦੇ ਵਿੱਚ ਬਿਜ਼ਨਸ ਕਰਨ ਲਈ। ਠੀਕ ਹੈ। ਜੇ ਤੁਸੀਂ ਘੱਟ ਪੈਸੇ ਲਗਾਉਂਦੇ ਆ ਤਾਂ ਆਬਵੀਅਸਲੀ ਇਮੀਗ੍ਰੇਸ਼ਨ ਡਿਨਾਈ ਵੀ ਕਰ ਸਕਦੀ ਆ। ਉਹ ਇਹ ਕਹਿ ਸਕਦੀ ਹੈ ਕਿ ਸਬਸਟੈਂਸ਼ੀਅਲ ਅਮਾਊਂਟ ਨਹੀਂ ਜਿਹੜਾ ਹੈਗਾ 1.5 2 ਲੱਖ। ਤੇ ਜਿੰਨਾ ਆਬਵੀਅਸਲੀ ਤੁਸੀਂ ਜ਼ਿਆਦਾ ਪੈਸਾ ਲਗਾਉਂਦੇ ਆ, ਤੁਹਾਡਾ ਆਪਣਾ ਪੈਸਾ ਆਪਣੇ ਕੋਲ ਹੀ ਰਹਿਣਾ, ਤੁਸੀਂ ਆਪਣੀ ਕੰਪਨੀ ਖੋਲਣੀ, ਉਹਦੇ ਵਿੱਚ ਪੈਸੇ ਜਿਹੜੇ ਪਾਣੇ ਆ, ਬਿਲਕੁਲ। ਉਹਨਾਂ ਤੁਸੀਂ ਆਪਣੇ ਆਪ ਨੂੰ ਵੀ ਸੈਲਰੀਆਂ ਦੇਣੀਆਂ, ਬਿਜ਼ਨਸ ਦਾ ਵੀ ਜਿਹੜਾ ਖਰੀਦੋ, ਤੇ ਜਿਹੜੀ ਬਿਜ਼ਨਸ ਵੀ ਖਰੀਦਣਾ ਤੁਸੀਂ, ਤੇ ਜਿਹੜਾ ਉਹਦੇ ਵਿੱਚ ਅੱਗੇ ਫਰਨੀਚਰ ਵਗੈਰਾ ਹੋ ਗਿਆ, ਟੂਲਸ ਵਗੈਰਾ ਕੋਈ ਹੋ ਗਏ, ਉਹ ਤੁਸੀਂ ਪੈਸੇ ਨਾਲ ਖਰੀਦਣੇ ਆ, ਜਿਹੜੇ EMPLOYੀਆਂ ਨੂੰ ਪੇਰੋਲ ਦੇਣਾ, ਹਨਾ। ਤੇ ਕਈ ਵਾਰੀ ਲੋਕਾਂ ਕੋਲ ਪੈਸਾ ਹੁੰਦਾ ਪਰ ਉਹ ਕਹਿੰਦੇ ਕਿ ਘੱਟ ਪੈਸਾ ਪਾ ਕੇ ਦੇਖੀਏ ਪੰਗਾ ਲੈ ਕੇ। ਸੋ ਆਬਵੀਅਸਲੀ ਇੱਥੇ ਜਿਹੜਾ ਇਹ ਬੜਾ ਡਿਸਾਈਡਿੰਗ ਫੈਕਟਰ ਆ ਜਾਂਦਾ ਕਿ ਕਿੰਨੇ ਪੈਸੇ ਪਾਈਏ, ਕਿ ਜੇ ਹੁਣ ਪਾਤੇ ਬਾਅਦ ਚ ਵੀਜ਼ਾ ਨਾ ਲੱਗਿਆ ਤੇ ਮੇਰੇ ਪੈਸੇ ਦਾ ਕੀ ਬਣੂਗਾ, ਮੇਰਾ ਬਿਜ਼ਨਸ ਕੌਣ ਚਲਾਊਗਾ। ਸੋ ਜਿਹੜਾ USCIS ਆ, ਜਿਹੜੀ ਇਮੀਗ੍ਰੇਸ਼ਨ ਆ, ਜਾਂ ਜਿਹੜੇ ਬਾਹਰ ਡਿਪਾਰਟਮੈਂਟ ਆਫ ਸਟੇਟ ਆ, ਜਦੋਂ ਤੁਸੀਂ ਵੀਜ਼ਾ ਲੈਣ ਜਾਂਦੇ ਆ, ਉਹਨਾਂ ਨੂੰ ਇਸ ਚੀਜ਼ ਨਾਲ ਨਹੀਂ ਕੋਈ ਲੈਣਾ ਦੇਣਾ ਕਿ ਤੁਹਾਡੇ ਬਿਜ਼ਨਸ ਦਾ ਕੀ ਬਣੂਗਾ ਜੇ ਵੀਜ਼ਾ ਮਿਲਿਆ ਜਾਂ ਨਹੀਂ ਮਿਲਿਆ। ਉਹਨਾਂ ਨੇ ਇਹ ਦੇਖਣਾ ਕਿ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਿੰਨੀ ਆ, ਕੀ ਇਹ ਜੈਨੂਇਨ ਬਿਜ਼ਨਸ ਆ, ਤੇ ਇਹ ਜੌਬ ਕ੍ਰੀਏਟ ਕਰੂਗਾ ਕਿ ਨਹੀਂ ਕਰੂਗਾ। ਤੇ ਇਹ ਸਾਰੇ ਨੂੰ ਜੇ ਤੁਸੀਂ ਕਹ ਲਓ ਕਿ ਮੱਦੇਨਜ਼ਰ ਰੱਖਦੇ ਹੋਏ ਕਿ ਆਪਾਂ ਹਾਂਜੀ। ਇੱਕ ਜੇ ਇਨਵੈਸਟਮੈਂਟ ਡਿਸਾਈਡ ਕਰੀਏ ਕਿ ਕਿੰਨੀ ਇਨਵੈਸਟਮੈਂਟ ਉਹ ਹੋਣੀ ਚਾਹੀਦੀ ਆ, ਤੇ ਸਾਡੇ ਸੁਜੈਸ਼ਨ ਦੇ ਨਾਲ 1.5 2 ਲੱਖ ਦੇ ਵਿੱਚ ਤਕਰੀਬਨ ਈਜ਼ੀਲੀ ਜਿਹੜੀ ਗੱਲਬਾਤ ਬਣ ਜਾਂਦੀ ਹੈ, ਪਰ ਕਦੀ ਓਕੇ, ਵੀ ਕੋਈ ਗਾਰੰਟੀ ਨਹੀਂ ਹੁੰਦੀ। ਗਾਰੰਟੀ ਕੋਈ ਨਹੀਂ। ਹਾਂ। ਤੇ ਇਹ ਤੋਂ ਨਾਲ ਜਿਹੜੀ ਹੋਰ ਰਿਕੁਆਇਰਮੈਂਟ ਇਹਦੀ ਇਹ ਸੀਗੀ ਕਿ ਬਿਜ਼ਨਸ ਨੂੰ ਤੁਸੀਂ ਡਿਵੈਲਪ ਕਰਨ ਆਉਣਾ ਇੱਥੇ, ਤੇ ਡਾਇਰੈਕਸ਼ਨ ਦੇਣੀ ਹੈ ਬਿਜ਼ਨਸ ਨੂੰ। ਕਹਿਣ ਦਾ ਮਤਲਬ ਕਿ ਜਿੱਦਾਂ CEO ਪ੍ਰੈਜ਼ੀਡੈਂਟ, ਉਹਦਾ ਜਿਹੜਾ ਤੁਸੀਂ ਰੋਲ ਅਦਾ ਕਰਨਾ, ਸਹੀ ਹੈ। 50% ਜਾਂ ਤੋਂ ਉੱਤੇ ਤੁਹਾਡੀ ਹਿੱਸੇਦਾਰੀ ਜਿਹੜੀ ਚਾਹੀਦੀ ਹੈ। ਤੁਸੀਂ ਬੇਸਿਕਲੀ ਉਹਨਾਂ ਨੂੰ ਇਹ ਸ਼ੋਅ ਕਰਨਾ ਹੁੰਦਾ ਕਿ ਤੁਸੀਂ ਮੈਨੇਜਰ ਕਿੱਦਾਂ ਬਣੋਗੇ, ਹਾਂ। ਕਿ ਤੁਸੀਂ ਇਹ ਨਹੀਂ ਉਹਨਾਂ ਨੂੰ ਕਹਿਣਾ ਕਿ ਮੈਂ ਆਪ ਹੀ ਜਾ ਕੇ ਟਰੱਕ ਚਲਾਈ ਜਾਵਾਂ। ਜੇ ਤੁਸੀਂ ਟਰੱਕਿੰਗ ਕੰਪਨੀ ਖੋਲਦੇ ਆ, ਹੂੰ। ਉਹਨਾਂ ਨੇ ਦੇਖਣਾ ਕਿ ਤੁਸੀਂ ਟਰੱਕਿੰਗ ਕੰਪਨੀ ਕਿੱਦਾਂ ਐਕਸਪੈਂਡ ਕਰਨੀ ਹੈ। ਤੁਸੀਂ ਜਿਹੜਾ ਕਹਿ ਲਓ ਕਿ ਉਹਦੇ ਵਿੱਚ ਕੰਪਨੀ ਦੇ ਵਿੱਚ ਆਪਣੇ ਲੋਅਰ ਲੈਵਲ ਦੇ ਇੱਕ ਜਿਹੜੇ ਵਰਕਰ ਨਹੀਂ ਬਣ ਸਕਦੇ, ਕਿਉਂਕਿ ਜਿਹੜੀ ਇਹ E2 ਦੀ ਸ਼ਰਤ ਆ ਕਿ ਜਿਹੜਾ ਕੰਮ ਆ ਉਹ ਤੁਹਾਡੀ ਕੰਪਨੀ 'ਚ ਤੁਹਾਡਾ ਹਾਈ ਲੈਵਲ ਦਾ ਹੋਣਾ ਚਾਹੀਦਾ, ਆਪਰੇਸ਼ਨਲ ਕੰਟਰੋਲ ਤੁਹਾਡੇ ਕੋਲ ਹੋਣਾ ਚਾਹੀਦਾ, ਤੇ ਮੈਨੇਜਰੀਅਲ ਲੈਵਲ ਦੀ ਪੋਜੀਸ਼ਨ ਜਿਹੜੀ ਹੋਣੀ ਚਾਹੀਦੀ ਆ। ਫਾਈਨਲੀ ਜਿਹੜੀ ਇਹਦੀ ਇੱਕ ਹੋਰ ਰਿਕੁਆਇਰਮੈਂਟ ਆ ਕਿ ਜਿਹੜੀ ਇਹਦੀ ਇਨਵੈਸਟਮੈਂਟ ਆ ਤੁਹਾਡੀ ਉਹ ਐਟ ਰਿਸਕ ਜਿਹੜੀ ਹੋਣੀ ਚਾਹੀਦੀ ਆ। ਤੇ ਇਹਦਾ ਮਤਲਬ ਇਹ ਹੁੰਦਾ ਕਿ ਕਈ ਵਾਰੀ ਲੋਕੀ ਪੁੱਛਦੇ ਆ ਕਿ ਮੈਂ ਟਰੱਕ ਯਾਰਡ ਲੈ ਲੈਣਾ, ਉਹ 'ਚ ਪੈਸੇ ਲਾ ਦੇਣਾ, ਤੇ ਉਹਨੂੰ ਵੇਖਦੇ ਆ ਕਿ ਇਹ ਤਾਂ ਸਿਰਫ ਇਹਨੇ ਜ਼ਮੀਨ ਹੀ ਲੈ ਲਈ, ਇਹ 'ਚ ਜੌਬ ਵੀ ਨਹੀਂ ਕ੍ਰੀਏਟ ਹੋਈਆਂ ਤੇ ਪੈਸੇ ਦਾ ਰਿਸਕ ਤੇ ਵੀ ਨਹੀਂ ਗਿਆ। ਜੇ 1 ਮਿਲੀਅਨ ਦਾ ਟਰੱਕ ਯਾਰਡ ਲਿਆ ਤੇ ਉਹ 8 ਲੱਖ ਦੀ ਜ਼ਮੀਨ ਹੀ ਸੀਗੀ। ਤੇ ਉਹ ਇਹ ਵੀ ਦੇਖਦੇ ਆ ਕਿ ਜਿਹੜਾ ਪੈਸਾ ਵਾ ਇਹ ਸਾਰਾ ਜਿਹੜਾ ਤੁਸੀਂ ਲੂਜ਼ ਕਰ ਸਕਦੇ ਆ। ਮਤਲਬ ਜਿਹੜਾ ਤੁਸੀਂ ਬਿਜ਼ਨਸ 'ਚ ਇਨਵੈਸਟ ਕਰਨਾ, ਉਹ ਕਮਰਸ਼ੀਅਲ ਸੈਂਸ 'ਚ ਇਨਵੈਸਟ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਭਾਵੇਂ ਸਿਰ ਜਿਹੜਾ ਤੇ ਮਰਜ਼ੀ ਤਲਵਾਰ ਮਤਲਬ ਲਟਕਦੀ ਹੋਵੇ, ਆਪ ਹੀ ਲਟਕਾਣੀ ਪੈਂਦੀ। ਹਾਂਜੀ। ਆਪ ਹੀ ਤਲਵਾਰ ਦੇ ਨਾਲ ਲਮਕਣਾ ਪੈਂਦਾ। ਸਹੀ ਗੱਲ ਹੈ, ਇਹ ਤਾਂ ਗੱਲ ਹੋ ਗਈ ਜੀ। ਉਹ ਕਹਿੰਦੇ ਕਿ ਬਿਜ਼ਨਸ ਦਾ ਆਬਜੈਕਟਿਵ ਇਹ ਹੈਗਾ ਕਿ ਇਹ ਜਨਰੇਟ ਪ੍ਰੋਫਿਟ ਕਰੇ, ਨਾ ਕਿ ਇਹ ਇੱਕ ਵੈਲਿਊ 'ਚ ਇਨਕਰੀਜ਼ ਕਰੇ, ਜਿੱਦਾਂ ਲੈਂਡ ਲੋਨ ਜਿਹੜੀ ਹੁੰਦੀ ਹੈ। ਤੇ ਐਕਟਿਵ ਬਿਜ਼ਨਸ ਜਿਹੜਾ ਹੋਣਾ ਚਾਹੀਦਾ, ਇਹਦੇ ਵਿੱਚ ਤੁਹਾਡਾ ਲਾਸ ਵੀ ਪ੍ਰੋਫਿਟ ਵੀ ਹੋ ਸਕਦਾ, ਲਾਸ ਵੀ ਇਦਾਂ ਦਾ ਬਿਜ਼ਨਸ ਹੋਣਾ ਚਾਹੀਦਾ। ਸੋ ਮੁੱਖ ਦੀ ਗੱਲ ਇਹ ਹੈ ਕਿ 4 ਮੇਨ ਉਹਨਾਂ ਦੀਆਂ ਸ਼ਰਤਾਂ, ਇੱਕ ਤੁਹਾਡੀ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਆ, ਰਾਈਟ ਅਮਾਊਂਟ ਤੁਸੀਂ ਇਨਵੈਸਟ ਕੀਤਾ ਹੋਣਾ ਚਾਹੀਦਾ, ਤੇ ਇੱਥੇ ਆ ਕੇ ਤੁਸੀਂ ਬਿਜ਼ਨਸ ਨੂੰ ਡਿਵੈਲਪ ਕਰਦੇ ਹੋਣੇ ਚਾਹੀਦੇ ਆ, ਲੋਅਰ ਲੈਵਲ ਦੇ ਵਰਕਰ ਨਹੀਂ ਹੋਣੇ ਚਾਹੀਦੇ,
ਤੇ ਚੌਥੀ ਇਹ ਹੈ ਕਿ ਜਿਹੜਾ ਤੁਹਾਡਾ ਪੈਸਾ ਲਾਇਆ ਹੋਇਆ ਉਹ ਐਟ ਰਿਸਕ ਜਿਹੜਾ ਉਹ ਹੋਣਾ ਚਾਹੀਦਾ। ਜੀ, ਬਿਲਕੁਲ। ਤੇ ਨਾਲ ਹੀ ਆਪਣੇ ਅੱਜ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਵੀ ਆਪਾਂ ਅੱਜ ਕਾਲਸ ਵੀ ਲਵਾਂਗੇ। ਸੋ ਸਟੂਡੀਓ ਦਾ ਨੰਬਰ ਹੈ ਕਾਲ ਕਰਨ ਦੇ ਲਈ 4082725200 408 272 ਦੇ ਉੱਤੇ ਤੁਸੀਂ ਜਿਹੜੀ ਹੈ ਉਹ ਕਾਲ ਕਰ ਸਕਦੇ ਆ। E2 ਵੀਜ਼ੇ ਦੇ ਬਾਰੇ ਜਿਹੜੀ ਅੱਜ ਆਪਣੀ ਗੱਲਬਾਤ ਆ ਉਹ ਚੱਲ ਰਹੀ ਆ। ਉਸ ਦੇ ਨਾਲ ਇੱਕ ਜਿਹੜੀ ਕਮਿਊਨਿਟੀ ਅਨਾਊਂਸਮੈਂਟ ਕਰਕੇ ਫਿਰ ਆਪਾਂ ਇਸ ਦੇ ਵੱਲ ਦੁਬਾਰਾ ਵੱਧਦੇ ਆ। ਜਿਹੜਾ 350 ਮੀਲ ਦਾ ਜਿਹੜਾ ਮਾਰਚ ਆ ਜੋ ਸ਼ੁਰੂ ਕੀਤਾ ਗਿਆ ਸੀ ਬੇਕਰਸਫੀਲਡ ਦੇ ਵਿੱਚ ਅੱਜ ਤੋਂ 10 ਦਿਨ ਪਹਿਲਾਂ 9 ਤਰੀਕ ਨੂੰ ਜਿਹੜੇ ਨੌਜਵਾਨਾਂ ਦੇ ਦੁਆਰਾ 1984 ਸਿੱਖ ਜੈਨੋਸਾਈਡ ਦੀ ਯਾਦ ਦੇ ਵਿੱਚ ਤੇ ਜੋ ਇਸ ਟਾਈਮ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਚੱਲ ਰਿਹਾ ਆ ਉਸ ਦੇ ਉਲਟ ਉਹ ਫ੍ਰੈਜ਼ਨੋ ਦੇ ਵਿੱਚ ਅੱਜ ਸਵੇਰੇ ਜਿਹੜਾ ਗੁਰਦੁਆਰਾ ਸਿੱਖ ਇੰਸਟੀਚਿਊਟ ਆ ਉੱਥੋਂ ਰਵਾਨਗੀ ਹੋ ਗਈ ਆ। ਸੋ ਖੁਸ਼ੀ ਦੀ ਗੱਲ ਇਹ ਆ ਵੀ 100 ਦੇ ਤਕਰੀਬਨ ਲੋਕ ਜਿਹੜੇ ਆ ਅੱਜ ਇਸ ਜੱਥੇ ਦੇ ਵਿੱਚ ਨਾਲ ਜੁੜੇ ਹੋਏ ਸੀ ਤੇ ਅੱਜ ਇਹ ਸ਼ਾਮ ਨੂੰ ਤਕਰੀਬਨ 4-5 ਵਜੇ ਤੱਕ ਗੁਰਦੁਆਰਾ ਸਾਹਿਬ ਮਡੇਰਾ ਵਿਖੇ ਜਿਹੜਾ ਉਹ ਪਹੁੰਚਣਾ ਆ। ਸੋ ਸ਼ਾਮ ਦੇ ਜਿਹੜੇ ਦੀਵਾਨ ਉੱਥੇ ਤੁਹਾਡੀ ਦੀਵਾਨ ਜਿਹੜੇ ਉਹ ਸੱਜਣੇ ਆ। ਸੋ ਸਭ ਨੂੰ ਬੇਨਤੀ ਆ ਵੀ ਭਾਈ ਇਹ ਜਿਹੜੀ ਮਾਰਚ ਚੱਲ ਰਹੀ ਆ ਜੋ ਕਿ ਸੈਕਰਾਮੈਂਟੋ ਦੀ ਰਾਜਧਾਨੀ ਤੱਕ 1 ਨਵੰਬਰ ਤੱਕ ਪਹੁੰਚਣੀ ਆ ਉਸ ਦੇ ਵਿੱਚ ਜਿਹੜੀ ਉਹ ਵੱਧ ਤੋਂ ਵੱਧ ਸ਼ਿਰਕਤ ਕਰੋ। ਉੱਥੇ ਪਹੁੰਚੋ। ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕੱਲ ਦੀ ਸ਼ਾਮ ਦੇ ਦੀਵਾਨ ਕੱਲ ਦੇ ਸ਼ਾਮ ਦੀਆਂ ਜਿਹੜੇ ਸਮਾਗਮ ਆ ਤੇ ਉੱਥੇ ਜਿਹੜੇ ਲੋਕਾਂ ਦੇ ਵਿਚਾਰ ਆ ਉਹ ਆਲਰੇਡੀ ਉਹਦੇ ਉੱਤੇ ਪਾਏ ਆ ਤੇ ਅੱਜ ਸ਼ਾਮ ਨੂੰ ਗੁਰਦੁਆਰਾ ਸਾਹਿਬ ਮਡੇਰਾ ਦੇ ਵਿੱਚ ਜਿਹੜਾ ਉੱਥੇ ਪਹੁੰਚਣਾ ਹੈ। ਸੋ ਸਭ ਨੂੰ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਆ। ਆਪਾਂ ਵਾਪਸ ਪਰਤਦੇ ਆ ਅੱਜ ਦੇ ਜਿਹੜੇ ਸ਼ੋਅ ਦੇ ਵੱਲ। ਅਟਾਰਨੀ ਟਰਕਿਆਨਾ ਜੀ ਹੁਣ ਜਿੱਦਾਂ ਮਨੀ ਦੀ ਗੱਲ ਕੀਤੀ ਆ ਤੁਸੀਂ ਥੋੜਾ ਬਹੁਤਾ ਕਲੀਅਰ ਤਾਂ ਕੀਤਾ ਹੈ। ਹੁਣ ਜਿਹੜਾ ਲੇਟੈਸਟ ਕੇਸ ਤੁਹਾਡੇ ਹੋਇਆ ਜੇ ਤੁਸੀਂ ਦੱਸ ਸਕਦੇ ਆ ਵੀ ਉਹ ਵੀ ਕਿ 2 ਲੱਖ ਤੋਂ ਥੱਲੇ ਸੀ 2 ਲੱਖ ਤੋਂ ਉੱਤੇ ਸੀ ਕਿੱਥੇ ਤੱਕ ਅਮਾਉਂਟ ਸੀਗਾ ਜਿਹੜਾ E2 ਵੀਜ਼ਾ ਜਿਹੜਾ ਰੀਸੈਂਟ ਤੁਹਾਡਾ ਕੇਸ ਜਿਹੜਾ ਉਹ ਪਾਸ ਹੋਇਆ ਹੈ ਇਸ ਦੇ ਵਿੱਚ ਅੱਗੇ ਅਪਰੂਵਲ ਆਇਆ ਹੈ। ਸੋ ਬਾਈ ਨੇ ਵੀਡੀਓ ਬਣਾਈ ਸੀ ਤੇ ਵੀਡੀਓ ਚ ਉਹਨੇ ਡਿਸਕਲੋਜ਼ ਕੀਤਾ ਸੀਗਾ ਕਿ ਐਗਜ਼ੈਕਟ ਮੈਨੂੰ ਆਬਵੀਅਸਲੀ ਨੰਬਰ ਨਹੀਂ ਪਤਾ ਜੋ ਉਹਨੇ ਵੀਡੀਓ ਚ ਡਿਸਕਲੋਜ਼ ਕੀਤਾ ਉਹੀ ਗੱਲ ਰਿਪੀਟ ਕਰੂੰਗਾ ਉਹਦੇ ਮੂੰਹ ਨਿਕਲੀ ਕਿ 4 ਲੱਖ ਦਾ ਜਿਹੜਾ ਸੀਗਾ ਸਾਰਾ ਬਿਜ਼ਨਸ ਸੀਗਾ ਗਰੋਸਰੀ ਸਟੋਰ ਸੀਗਾ ਤੇ ਅੱਧਾ ਉਹਦੇ ਰਿਸ਼ਤੇਦਾਰ ਨਾਲ ਪਾਰਟਨਰਸ਼ਿਪ ਸੀਗੀ ਅੱਧੇ ਪੈਸੇ ਉਹਨਾਂ ਨੇ ਪਾਏ ਸੀਗੇ। ਸੋ ਇਹਦੇ ਹਿੱਸੇ 2 ਲੱਖ ਆ ਗਏ ਠੀਕ ਹੈ ਤੇ 2 ਲੱਖ ਜਿਹੜੇ ਸੀਗੇ ਉਹਦੇ ਵਿੱਚੋਂ ਦੀ ਸਬਸਟੈਂਸ਼ੀਅਲ ਮਤਲਬ 1 ਲੱਖ ਤੋਂ ਜ਼ਿਆਦਾ 50% ਤੋਂ ਜ਼ਿਆਦਾ ਉਹਨੇ ਆਲਰੇਡੀ ਜਿਹੜਾ ਬਿਜ਼ਨਸ ਚ ਲਾਤਾ ਸੀਗਾ ਜਦੋਂ ਆਪਾਂ ਵੀਜ਼ਾ ਜਿਹੜਾ ਅਪਲਾਈ ਕੀਤਾ ਠੀਕ ਹੈ ਤੇ ਵੀਜ਼ਾ ਉਹਨੂੰ ਫਿਰ ਮਿਲ ਗਿਆ ਤੇ ਬਾਕੀ ਤਾਂ ਉਹਨੇ ਜਿਹੜਾ ਹੁਣ 2 ਸਾਲ ਦਾ ਤੁਹਾਨੂੰ ਜਿਹੜੀ ਐਟ ਅ ਟਾਈਮ ਸਟੇਟਸ ਉਹ ਦਿੰਦੇ ਆ ਤੇ ਬਾਕੀ ਦਾ ਜਿਹੜਾ ਬਚਿਆ ਉਹਨੇ 2 ਸਾਲ ਚ ਜਿਹੜਾ 2 ਸਾਲ ਦੇ ਅੰਦਰ ਅੰਦਰ ਆਪਣਾ ਪੂਰਾ ਕਰ ਦੇਣਾ ਜੌਬ ਜਿਹੜੀ ਹਾਇਰ ਲੋਕਾਂ ਨੂੰ ਉਹ ਹਾਇਰ ਕਰਨਾ ਸ਼ੁਰੂ ਕਰ ਦੇਣਾ। ਤੇ ਇਹ ਜਿਹੜਾ ਸੀਨ ਸੀਗਾ ਗਰੋਸਰੀ ਸਟੋਰ ਦਾ ਤੇ ਕਈ ਸਾਰੇ ਉਦਾਹਰਣ ਆ ਕਿਸੇ ਨੇ ਰੈਸਟੋਰੈਂਟ ਖੋਲਿਆ ਕਿਸੇ ਨੇ ਕੁਛ ਕੀਤਾ ਹਨਾ ਤੇ ਉਹਦੇ ਹਿਸਾਬ ਨਾਲ ਕੀ ਡਿਪੈਂਡ ਕਰਦਾ ਹੁਣ ਰੈਸਟੋਰੈਂਟ ਕਿੱਥੇ ਖੋਲਦੇ ਆ ਤੇ ਆਬਵੀਅਸਲੀ ਕੈਲੀਫੋਰਨੀਆ ਜਿੱਦਾਂ ਮਹਿੰਗੀ ਸਟੇਟ ਆ ਥੋੜੇ ਜਿਹਾ ਜ਼ਿਆਦਾ ਪੈਸੇ ਤੁਹਾਨੂੰ ਖਰਚਣੇ ਪੈਂਦੇ ਆ ਉਹੀ ਚੀਜ਼ਾਂ ਜਿਹੜੀਆਂ ਕਿਉਂਕਿ ਤੁਹਾਨੂੰ ਇਹਦੇ ਵਿੱਚ ਇੱਕ ਬਿਜ਼ਨਸ ਪਲਾਨ ਜਿਹੜਾ ਉਹ ਬਣਾ ਕੇ ਨਾਲ ਦੇਣਾ ਪੈਂਦਾ ਤੇ ਬਿਜ਼ਨਸ ਪਲਾਨ ਦਾ ਮਤਲਬ ਇਹੀ ਹੁੰਦਾ ਕਿ ਜੇ ਤੁਹਾਡੇ ਕੋਲ $1,00,000 ਆ ਤਾਂ ਉਹ ਤੁਸੀਂ ਦੱਸਣਾ ਹੈਗਾ ਕਿੱਥੇ ਕਿੱਥੇ ਖਰਚਣਾ ਤੇ ਕੈਲੀਫੋਰਨੀਆ ਚ ਆਬਵੀਅਸਲੀ ਉਹ ਜਲਦੀ ਖਰਚ ਹੋ ਜਾਂਦਾ ਕਿਉਂਕਿ ਚੀਜ਼ਾਂ ਇੱਥੇ ਜ਼ਿਆਦਾ ਮਹਿੰਗੀਆਂ ਮਹਿੰਗੀਆਂ ਸੱਚੀ ਦੂਜੇ ਦੇ ਵਿੱਚ ਥੋੜਾ ਜਿਹਾ ਤੁਸੀਂ ਬਿਜ਼ਨਸ ਚ ਉਹੀ ਸੇਮ ਮਨੀ ਨਾਲ ਤੁਸੀਂ ਜ਼ਿਆਦਾ ਜਿਹੜਾ ਵੱਡਾ ਅਦਾਰਾ ਜਿਹੜਾ ਖਰੀਦ ਸਕਦੇ ਜੀ ਬਿਲਕੁਲ। ਸੋ ਇਹ ਜਿਹੜੀ ਅਮਾਉਂਟ ਆ ਇੱਥੇ ਫਿਰ ਬਿਜ਼ਨਸ ਦਾ ਸਾਈਜ਼ ਦਾ ਵੀ ਮੈਟਰ ਕਰਦਾ ਆ ਵੀ ਇੰਨੇ ਸਕੁਅਰ ਫੁੱਟ ਦਾ ਹੋਣਾ ਚਾਹੀਦਾ ਆ ਕਿਹੜੇ ਇਲਾਕੇ 'ਚ ਹੋਣਾ ਚਾਹੀਦਾ ਹੈ ਕੋਈ ਇਦਾਂ ਦੀਆਂ ਵੀ ਰਿਕੁਆਇਰਮੈਂਟਸ ਹੁੰਦੀਆਂ ਬਿਜ਼ਨਸ ਦੇ ਉੱਤੇ। ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਪਰ ਹੁਣ ਤੁਸੀਂ ਕਹੋ ਕਿ ਇੱਕ ਛੋਟੀ ਜਿਹੀ ਕਿਸੇ ਨੇ ਸਮੋਕ ਸ਼ਾਪ ਵਾਲੀ ਜਾਂ ਕਾਫੀ ਸ਼ਾਪ ਵਾਲੀ ਜਿੱਥੇ ਬੰਦਾ ਹੀ ਇੱਕ ਖੜਾ ਹੋ ਸਕਦਾ ਕਿ ਬਹੁਤ ਛੋਟਾ ਜਿਹਾ ਖੋਖਾ ਤੇ ਉਹ ਚ ਤੁਸੀਂ ਕਹੋ ਜੇ ਮੈਂ 5 ਬੰਦੇ ਕ੍ਰੀਏਟ ਕਰਦੇ ਨੇ ਉਹਨਾਂ ਕਹਿੰਦਾ ਤੇਰੇ ਜਗ੍ਹਾ ਹੀ ਨਹੀਂ ਹੈਗੀ ਬਿਠਾਉਣ ਵਾਲੀ ਤੇ ਪਹਿਲਾਂ ਸਕੁਅਰ ਫੁਟੇਜ ਦਿਖਾ ਕਿ ਬੰਦੇ ਬਹਿ ਵੀ ਸਕਦੇ ਆ ਕਿ ਨਹੀਂ ਤੇ ਹਰੇਕ ਜਿਹੜਾ ਬਿਜ਼ਨਸ ਹੁੰਦਾ ਉਹਦੀ ਕਿੰਨੀ ਆਕੂਪੈਂਸੀ ਹੈ ਸਿਟੀ ਕਿੰਨਾ ਲਾਅ ਕਰਦੀ ਹੈ ਕਿੰਨਾ ਨਹੀਂ ਲਾਅ ਕਰਦੀ ਰਾਈਟ ਉਹਦੇ ਹਿਸਾਬ ਨਾਲ ਤੁਸੀਂ ਜਿਹੜਾ ਕਿੰਨੇ ਬੰਦੇ ਆ ਸਕਦੇ ਆ ਪਾਰਕਿੰਗ ਲੋਟ ਦਾ ਕਿੰਨਾ ਸਾਈਜ਼ ਹੋਣਾ ਚਾਹੀਦਾ ਇਹ ਸਿਟੀ ਟੂ ਸਿਟੀ ਕਾਉਂਟੀ ਟੂ ਕਾਉਂਟੀ ਜਿਹੜੇ ਰੂਲ ਚੇਂਜ ਹੁੰਦੇ ਰਹਿੰਦੇ ਆ ਆਬਵੀਅਸਲੀ ਹਰੇਕ ਚੀਜ਼ ਜਿਹੜੀ ਅਮਰੀਕਾ ਚ ਪਰਮਿਟ ਦੇ ਹਿਸਾਬ ਨਾਲ ਜਿਹੜੀ ਚੱਲਦੀ ਆ ਤੇ ਅਲਟੀਮੇਟਲੀ ਤੁਹਾਡਾ ਜਿਹੜਾ ਗੋਲ E2 ਜਿਹਦੇ ਵਿੱਚ ਇਹ ਹੈ ਕਿ ਮੈਂ 4-5 ਨੌਕਰੀਆਂ ਜਿਹੜੀਆਂ ਕ੍ਰੀਏਟ ਕਰਨੀਆਂ ਤੇ ਬਿਜ਼ਨਸ ਘੱਟੋ ਘੱਟ ਇਦਾਂ ਦੇ ਲੈਵਲ ਦਾ ਤਾਂ ਹੋਣਾ ਚਾਹੀਦਾ ਕਿ ਜਿਹਦੇ ਚ 4-5 ਨੌਕਰੀਆਂ ਕ੍ਰੀਏਟ ਕਰਨ ਦੀ ਜਗ੍ਹਾ ਹੋਵੇ ਫਿਜ਼ੀਕਲ ਜਗ੍ਹਾ ਹੋਵੇ ਪਰ ਉਦਾਂ ਕੋਈ ਇਮੀਗ੍ਰੇਸ਼ਨ ਦਾ ਜਿਹੜਾ ਰੂਲ ਨਹੀਂ ਹੈਗਾ। ਔਖਾ ਉਦਾਂ ਨਹੀਂ ਆ ਪਰ ਆ ਵੀ ਉਹਨਾਂ ਨੂੰ ਦਿਖਣਾ ਚਾਹੀਦਾ ਜਦੋਂ ਅਗਲੇ ਜਿਹੜੀ ਉਹ ਚੀਜ਼ ਕਰ ਰਹੇ ਆ। ਇਹਦੇ ਵਿੱਚ ਹੁਣ ਦੇਖੋ ਅਟਾਰਨੀ ਟਰਕਿਆਨਾ ਜੀ ਬੰਦਾ ਸੋਚਦਾ ਆ ਅੱਛਾ ਯਾਰ ਮੈਂ ਤਾਂ ਮੇਰੇ ਸਿਰ ਤੇ ਤਲਵਾਰ ਲਟਕਦੀ ਰਹਿਣੀ ਆ ਇਹ ਹੈ ਵੀ ਨਾਨ ਇਮੀਗ੍ਰੈਂਟ ਜਿਹੜਾ ਉਹ ਵੀਜ਼ਾ
ਮੈਂ ਇੰਨੇ ਡਾਲਰ ਵੀ ਲਾਵਾਂ, ਪਤਾ ਨਹੀਂ ਬਾਅਦ ਦੇ ਵਿੱਚ ਪੱਕੇ ਹੋਣ ਦਾ ਕੋਈ ਸਬੱਬ ਬਣਦਾ ਹੈ ਜਾਂ ਨਹੀਂ ਬਣਦਾ ਆ, ਉਹਦੇ ਲਈ ਕੀ ਪਾਥਵੇ ਕੀ ਆ? ਕੀ ਗ੍ਰੀਨ ਕਾਰਡ ਵੱਲ ਕਿੱਦਾਂ ਹਾਂਜੀ, ਗ੍ਰੀਨ ਕਾਰਡ ਜਾਇਆ? ਵੀ ਇੱਥੇ ਚਲੋ ਅਜੇ ਤਾਂ ਨਾਨ ਇਮੀਗ੍ਰੈਂਟ ਦੇ ਤੌਰ ਦੇ ਉੱਤੇ ਬੰਦਾ E2 ਆ, ਪੱਕਾ ਕਿੱਦਾਂ ਬੰਦਾ ਇਹਦੇ ਵਿੱਚ ਇਸ ਦੇ ਥਰੂ ਹੋ ਸਕਦਾ ਹੈ? ਸੋ ਦੇਖੋ, ਗ੍ਰੀਨ ਕਾਰਡ ਦਾ ਜਿਹੜਾ ਰਾਹ, ਕਈ ਸਾਰੇ ਰਾਹ ਗ੍ਰੀਨ ਕਾਰਡ ਦੇ ਚੱਲ ਜਾਂਦੇ ਆ, ਪਰ ਜੇ ਆਪਾਂ ਇਨਵੈਸਟਮੈਂਟ ਦੀ ਹੀ ਗੱਲ ਕਰੀਏ ਸਿਰਫ, ਹਾਂਜੀ। ਇਨਵੈਸਟਮੈਂਟ ਦੇ ਬੇਸ ਤੇ ਜਿਹੜਾ EB5 ਪ੍ਰੋਗਰਾਮ ਆ, ਕਈ ਵਾਰੀ ਆਪਾਂ ਉਹਦੀ ਚਰਚਾ ਕੀਤੀ ਆ ਕਿ EB5 ਪ੍ਰੋਗਰਾਮ ਦੇ ਰਾਹੀਂ ਪੱਕੇ ਹੋ ਸਕਦੇ ਆ, ਤੇ ਉਹਦੇ ਵਿੱਚ ਮਿਨੀਮਮ ਤੁਹਾਡਾ $8 ਲੱਖ, ਡਿਪੈਂਡਿੰਗ ਕਿਹੜੇ ਏਰੀਆ 'ਚ ਤੁਸੀਂ ਇਨਵੈਸਟ ਕਰਦੇ ਆ, ਜਾਂ 1,50,000 ਜੇ ਤੁਸੀਂ ਬਿਲਕੁਲ ਹੀ ਫੁੱਲੀ ਅਰਬਨ ਏਰੀਆ 'ਚ ਇਨਵੈਸਟ ਕਰਦੇ ਆ, ਤੇ 8 ਲੱਖ ਤੋਂ 1,50,000 ਇਹਦੇ ਵਿੱਚ ਜੇ ਤੁਹਾਡੀ ਇਨਵੈਸਟਮੈਂਟ ਜਦੋਂ ਹੁੰਦੀ ਆ, ਤੇ ਫਿਰ ਉਹ ਤੁਹਾਡਾ ਜਿਹੜਾ EB5 ਜਿਹੜਾ ਗ੍ਰੀਨ ਕਾਰਡ ਵਾਲਾ ਰਾਹ ਜਿਹੜਾ ਖੁੱਲ ਜਾਂਦਾ, 3-4 ਸਾਲ 'ਚ ਗ੍ਰੀਨ ਕਾਰਡ ਉਹਦੇ ਥਰੂ ਆ ਜਾਂਦਾ। ਕਈ E2 ਵਾਲੇ ਇਦਾਂ ਦੇ ਵੀ ਹੁੰਦੇ ਆ ਕਿ ਉਹ ਸਿੱਧਾ ਹੀ ਆਪਣਾ ਜਿਹੜਾ $1,50,000 ਨਾਲ ਹੀ ਜਿਹੜੀ ਸ਼ੁਰੂਆਤ ਕਰਦੇ ਆ, E2 ਤੇ ਆਉਂਦੇ ਆ ਰਾਈਟ ਵੇ, ਫਿਰ ਗ੍ਰੀਨ ਕਾਰਡ ਜਿਹੜਾ ਕਰ ਦਿੰਦੇ ਆ। ਤੇ ਸਾਰੀ ਚੀਜ਼ ਡਿਪੈਂਡ ਉੱਤੇ ਕਰਦੀ ਆ ਕਿ ਹੁਣ ਤੁਹਾਨੂੰ ਕਿੰਨਾ ਟਾਈਮ ਲੱਗਣਾ $1,000,000 ਬਣਾਉਣ ਦੇ ਲਈ। ਤੁਹਾਡੇ ਕੋਲ ਆਲਰੇਡੀ ਹੈਗੇ ਆ, ਤੁਸੀਂ ਲੋਨ ਲੈ ਕੇ, ਗਿਫਟ ਲੈ ਕੇ, ਜੋ ਵੀ ਤੁਹਾਡਾ ਹੈਗਾ ਸਿਸਟਮ, ਤੁਸੀਂ ਲੀਗਲ ਪੈਸਾ ਜਿਹੜਾ ਇਨਵੈਸਟ ਕਰ ਸਕਦੇ ਆ, ਤਾਂ ਤੁਸੀਂ ਰਾਈਟ ਵੇ ਕਰੋ। ਨਹੀਂ ਤਾਂ ਫਿਰ ਜਦੋਂ ਤੁਸੀਂ E2 ਤੇ ਬਿਜ਼ਨਸ ਕਰਦੇ ਆ, ਤੇ ਹੌਲੀ-ਹੌਲੀ ਤੁਹਾਡਾ ਜੇ ਬਿਜ਼ਨਸ ਚੱਲ ਪਵੇ, ਤੁਹਾਨੂੰ ਜੇ ਤੁਹਾਡਾ ਬਾਅਦ 'ਚ ਪਲਾਨ ਬਣ ਜਾਵੇ ਕਿ ਉਰੇ ਰਹਿਣਾ, ਤੇ ਫਿਰ ਤੁਸੀਂ ਉਹਦੇ ਬੇਸ ਤੇ ਜਿਹੜਾ ਆਪਣਾ EB5 ਵੀਜ਼ਾ ਜਿਹੜਾ ਕਰ ਸਕਦੇ ਆ। ਤੁਹਾਨੂੰ ਇੱਕ ਨਵੀਂ ਕੰਪਨੀ ਖੋਲ ਕੇ ਉਹ 'ਚ ਪੈਸੇ ਪਾ ਕੇ ਦੁਬਾਰਾ ਹੀ ਜਿਹੜੀਆਂ ਜੋਬ ਵਗੈਰਾ ਕ੍ਰੀਏਟ ਕਰਨੀਆਂ ਪੈਂਦੀਆਂ। EB5 ਦੀ ਸਿੱਧੀ ਰਿਕੁਆਇਰਮੈਂਟ ਆ, ਜਿੱਦਾਂ ਹੁਣ E2 'ਚ ਉਹਨਾਂ ਨੇ ਦੱਸਿਆ ਨਹੀਂ ਕਿ ਮਿਨੀਮਮ ਪੈਸੇ ਕਿੰਨੇ ਲਾਣੇ ਆ। ਇਹਦੇ ਵਿੱਚ ਹਾਂਜੀ। EB5 'ਚ ਉਹਨਾਂ ਨੇ ਦੱਸਿਆ 8 ਲੱਖ ਜਾਂ 1,50,000। E2 'ਚ ਉਹਨਾਂ ਨੇ ਨਹੀਂ ਦੱਸਿਆ ਕਿ ਕਿੰਨੀਆਂ ਜੌਬਸ ਤੁਸੀਂ ਕ੍ਰੀਏਟ ਕਰਨੀਆਂ। ਤੀਰ ਤੁੱਕੇ ਨਾਲ ਤੁਸੀਂ ਜਿਹੜਾ 3 ਤੋਂ 5 ਜੌਬਸ ਜੇ ਕਰਦੇ ਹੋ, ਤੇ ਉਹ ਜਿਹੜਾ ਚੱਲ ਜਾਂਦਾ। EB5 'ਚ ਉਹਨਾਂ ਨੇ ਪੱਕਾ ਹੀ ਦੱਸਿਆ ਕਿ ਤੁਸੀਂ 10 ਜੌਬਸ ਜਿਹੜੀਆਂ ਉਹ ਕ੍ਰੀਏਟ ਕਰਨੀਆਂ। ਸੋ EB5 ਜਿਹੜਾ ਗ੍ਰੀਨ ਕਾਰਡ ਆ, ਉਹਦਾ ਥੋੜਾ ਜਿਹਾ ਕ੍ਰਾਈਟੇਰੀਆ ਸਟ੍ਰਿਕਟ ਹੈਗਾ, ਤੇ E2 ਦਾ ਸਿਰਫ ਉਹਨਾਂ ਦਾ ਕ੍ਰਾਈਟੇਰੀਆ ਮੇਨਲੀ ਜਿਹੜੀਆਂ ਤੁਹਾਨੂੰ ਚੀਜ਼ਾਂ ਦੱਸੀਆਂ, ਤੇ ਉਹਨਾਂ ਨੇ ਵੇਖਣਾ ਕਿ ਜਿਹੜਾ ਬਿਜ਼ਨਸ ਆ, ਉਹ ਇਨਫ ਇਨਕਮ ਜਿਹੜੀ ਤੁਹਾਡੀ ਪ੍ਰੋਡਿਊਸ ਕਰ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਸਪੋਰਟ ਇੱਥੇ ਕਰ ਸਕੋ। ਤੇ ਮਤਲਬ ਕਿ ਬਿਜ਼ਨਸ ਦਾ ਤੁਹਾਡਾ ਇਦਾਂ ਦਾ E2 ਦਾ ਲੈਵਲ ਨਹੀਂ ਹੋਣਾ ਚਾਹੀਦਾ ਕਿ ਬਿਲਕੁਲ ਹੀ ਉਹ ਤੁਸੀਂ ਮਿਨੀਮਮ ਵੇਜ ਤੇ ਜਿਹੜਾ ਰਹਿ ਰਹੇ ਆ, ਤੇ ਤੁਸੀਂ ਬਿਜ਼ਨਸ ਓਨਰ, ਸ਼ਾਹੂਕਾਰ ਬੰਦੇ ਤੁਸੀਂ ਜਿਹੜਾ ਬੰਨਾ, ਪੈਸੇ ਲਾਣੇ ਤੇ ਜੌਬਸ ਕ੍ਰੀਏਟ ਕਰਨੀ। ਬਿਲਕੁਲ। ਸੋ ਬਿਲਕੁਲ, ਪਰ ਇਹ ਆ ਵੀ ਜਿੱਦਾਂ ਹੁਣ E2 ਦੇ ਵਿੱਚ ਜਦੋਂ ਤੁਹਾਡਾ ਹੁਣ ਮੌਜੂਦਾ ਕਲਾਇੰਟ ਆ, ਉਹਨੇ 2 ਲੱਖ ਲਾਇਆ, ਇਵੈਂਚੁਅਲੀ ਕਰਦਾ ਜੇ ਇਹਦਾ ਬਿਜ਼ਨਸ ਦੇ ਵਿੱਚ 8 ਲੱਖ ਜਾਂ 10 ਲੱਖ ਹੋ ਜਾਂਦਾ, ਫਿਰ ਉਦੋਂ ਇਹ EB5 ਦੇ ਵਿੱਚ ਕਨਵਰਟ ਕਰ ਸਕਦਾ ਇਸ ਨੂੰ? ਹਾਂਜੀ, ਥੋੜੀ ਜਿਹੀ ਉਹਦੇ ਵਿੱਚ ਲਿਖਤ ਪੜੀ ਜਿਹੀ ਹੁੰਦੀ ਆ ਕਿ ਉਹ ਜਿਹੜਾ ਮਤਲਬ ਤੁਹਾਡਾ ਜਿਹੜਾ ਸਾਰਾ ਪੈਸਾ, ਉਹ ਟੈਕਸ ਪੇਡ ਪੈਸਾ ਜਿਹੜਾ ਹੋਣਾ ਚਾਹੀਦਾ, ਤੁਸੀਂ ਜਦੋਂ ਉਹਨੂੰ ਰੀਇਨਵੈਸਟ ਵੀ ਕਰ ਸਕਦੇ ਆ, ਠੀਕ ਹੈ। ਸੈਲਰੀ-ਸੂਲਰੀ ਦੇ ਰੂਪ 'ਚ ਜਾਂ ਕਿੱਦਾਂ। ਹੂੰ। ਤੇ ਜਦੋਂ ਉਹ ਓਬਵੀਅਸਲੀ ਬੰਦਾ ਉਹਨੇ ਪੈਸੇ ਉਹ ਕੋ ਆ ਜਾਂਦੇ ਆ, ਫਿਰ ਉਸ ਤੋਂ ਬਾਅਦ ਸੋ ਮਤਲਬ ਆਪਾਂ ਦੇਅਰ ਇਜ਼ ਫਿਗਰ। ਅ ਵੇ ਆਬਵੀਅਸਲੀ, ਸੋ ਮਤਲਬ ਇੱਕ ਰਾਹ ਹੈਗਾ ਆ। ਹਾਂਜੀ, ਹਾਂਜੀ। ਮਤਲਬ ਠੀਕ ਹੈ। ਇਹ ਰਾਹ ਨਹੀਂ ਹੈਗਾ ਕਿ ਤੁਸੀਂ ਕਹੋ ਮੈਂ 2 ਲੱਖ ਦਾ ਬਿਜ਼ਨਸ ਖੜਾ ਕੀਤਾ ਸੀਗਾ, ਪਰ ਹੁਣ ਇਹਦੀ ਵੈਲਿਊ 1,000,000 ਹੋ ਗਈ ਆ। ਉਹ ਹੂੰ। ਵੈਲਿਊ ਦੀ ਗੱਲ ਨਹੀਂ ਹੈਗੀ ਕਿ ਕਿੱਦਾਂ। ਹਾਂ, ਇਨਵੈਸਟਮੈਂਟ ਦੀ ਉਹਨੂੰ ਆਫ ਗੱਲ ਆ। ਕੋਰਸ ਜੇ ਤੁਹਾਡੀ ਵੈਲਿਊ ਆ, ਤੁਸੀਂ ਉਹਨੂੰ ਵੇਚ ਦੋ ਤਾਂ ਤੁਹਾਡੇ ਕੋਲ $1,000,000 $50,000 ਆ ਜਾਂਦੇ ਆ। ਉਹਨਾਂ ਤੁਸੀਂ ਇੱਕ ਨਵਾਂ ਬਿਜ਼ਨਸ ਖੜਾ ਕਰਦੇ ਆ, ਤਾਂ ਨਵੇਂ ਬਿਜ਼ਨਸ ਵਾਲੇ ਦੇ ਬੇਸ ਤੇ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਤੁਸੀਂ ਅਪਲਾਈ ਕਰ ਸਕਦੇ ਆ। ਠੀਕ ਆ। ਹਾਂ, ਜਦੋਂ ਬੰਦੇ ਨੇ ਇੱਕ ਕੀਤਾ, ਫਿਰ ਅੱਗੇ ਤੋਂ ਇੱਕ ਕੋਸ਼ਿਸ਼ ਹੁੰਦੀ ਆ ਵੀ ਉਸਨੂੰ ਵਧਾਉਂਦਾ ਆ, ਹੋਰ ਨਵੇਂ ਬਿਜ਼ਨਸ ਖਰੀਦਦਾ ਆ। ਸੋ ਉਹਦੇ ਨਾਲ ਫਿਰ ਓਪਰਚੁਨਿਟੀਜ਼ ਜਿਹੜੀਆਂ ਉਹ ਕ੍ਰੀਏਟ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਆ। ਸੋ ਹੁਣ ਇੰਪਲੋਈਜ਼ ਦੀ ਗੱਲ ਆਉਂਦੀ ਆ, ਜਿਹੜਾ ਹੁਣ E2 ਵੀਜ਼ਾ ਜਿਹੜਾ ਆ ਰਿਹਾ ਆ ਕਿਸੇ ਹੋਰ ਮੁਲਕ ਤੋਂ, ਕੀ ਆਪਣੇ ਨਾਲ ਇੰਪਲੋਈਜ਼ ਵੀ ਲੈ ਕੇ ਆ ਸਕਦਾ ਹੈ? ਸੋ ਸੇਮ ਕੰਟਰੀ ਦੇ ਓਬਵੀਅਸਲੀ ਉਹ ਵੀ ਸਿਟੀਜ਼ਨ ਜਿਹੜੇ ਹੋਣੇ ਚਾਹੀਦੇ ਆ ਪਹਿਲਾਂ। ਜਿੱਦਾਂ ਹੁਣ ਜੇ E2 ਕੰਪਨੀ ਕੈਨੇਡੀਅਨ ਬੰਦੇ ਦੀ ਆ, ਤਾਂ ਕੈਨੇਡੀਅਨ ਹੀ ਜਿਹੜਾ ਸਿਟੀਜ਼ਨ ਦੂਸਰਾ ਹੋਣਾ ਚਾਹੀਦਾ ਇੰਪਲੋਈ। ਤੇ ਇੰਪਲੋਈ ਦੇ ਵਿੱਚ ਵੀ ਕੁਆਲੀਫਿਕੇਸ਼ਨਸ ਜਿਹੜੀਆਂ ਉਹ ਮੈਟਰ ਕਰਦੀਆਂ, ਤੇ ਏਦਾਂ ਨਹੀਂ ਹੈਗਾ ਕਿ ਤੁਸੀਂ ਕਿਸੇ ਵੀ ਮਿਨੀਮਮ ਵੇਜ ਵਾਲੇ ਵਰਕਰ ਨੂੰ ਲੈ ਕੇ ਆ ਸਕਦੇ ਆ। ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਡਿਗਰੀ ਲੈਵਲ ਵਾਲੇ ਬੰਦੇ, ਸੁਪਰਵਾਈਜ਼ਰੀ ਜਿਹੜੇ ਹੁੰਦੇ ਆ, ਮੈਨੇਜੀਰੀਅਲ, ਉਹ ਵਾਲੇ ਬੰਦੇ ਜਿਹੜੇ ਆ, ਉਹ ਇਹਦੇ ਵਿੱਚ ਆਉਂਦੇ ਆ। ਤੇ ਅਗੇਨ ਜਿੱਦਾਂ ਕਿ ਦੱਸਿਆ ਕਿ ਇਹਦੇ ਵਿੱਚ ਜਿਹੜਾ ਫੋਰਨ ਦੇ ਵਿੱਚ ਇੱਕ ਕੰਪਨੀ ਚੱਲਦੀ ਹੋਣੀ ਚਾਹੀਦੀ ਹੈ ਤੁਹਾਡੀ, ਤੇ ਇੱਕ ਤੁਹਾਡੀ ਇੱਥੇ ਚੱਲਦੀ ਹੋਣੀ ਚਾਹੀਦੀ ਹੈ US ਦੇ ਵਿੱਚ। E2 ਜਿਹੜਾ ਓਨਰ ਉਹਦਾ ਹੋਣਾ ਚਾਹੀਦਾ, ਤੇ ਫਿਰ ਜਿਹੜਾ ਤੁਸੀਂ ਇੰਪਲੋਈਆਂ ਨੂੰ ਲਿਆਉਣ ਦਾ ਵੀ ਰਸਤਾ ਜਿਹੜਾ ਖੁੱਲ ਜਾਂਦਾ। ਇਹਦੇ ਵਿੱਚ ਆਪਾਂ ਜਿਹੜੇ ਟੈਕ ਵਾਲੇ ਹੋ ਗਏ ਜਾਂ ਫਰਾਂਸ, ਇਟਲੀ ਤੋਂ ਜਿਹੜੇ ਉੱਥੇ ਦੇ ਨੈਸ਼ਨਲ ਆ, ਉਹ ਜਦੋਂ ਆਪਣੀ ਕੰਪਨੀ ਵਗੈਰਾ ਖੋਲ੍ਹਦੇ ਆ, ਜ਼ਿਆਦਾਤਰ ਜੁਐਲਰੀ, ਡਿਜ਼ਾਇਨ, ਫੈਸ਼ਨ ਵਾਲੇ ਬਿਜ਼ਨਸ ਵਾਲੇ ਹੁੰਦੇ ਆ। ਉਹ ਕਾਫੀ ਬੰਦੇ ਵਗੈਰਾ ਜਿਹੜੇ ਇਸ ਫੀਲਡ 'ਚ ਲੈ ਕੇ ਜਿਹੜੇ ਆਉਂਦੇ ਆ, ਸਪੈਸ਼ਲੀ ਇਟਾਲੀਅਨਸ ਬਹੁਤ ਇਹਦੇ ਵਿੱਚ ਜਿਹੜੇ ਆਪਣੇ ਕੰਮ ਧੰਦੇ ਏਦਾਂ ਖੋਲ੍ਹਦੇ ਸੀਗੇ ਈਸਟ ਕੋਸਟ ਵੱਲ, ਨਿਊਯਾਰਕ ਵੱਲ।
ਤੇ ਪੰਜਾਬੀਆਂ ਦੇ ਵਿੱਚ ਜਿਹੜੇ ਕੇਸ ਆ ਉਹ ਆਪਾਂ ਏਦਾਂ ਦਾ ਨਹੀਂ ਕੋਈ ਦੇਖਿਆ ਅਜੇ ਤੱਕ ਕਿ ਬੰਦਾ ਕਵੇ ਕਿ ਮੈਂ ਦੋਨੋਂ ਕੰਟਰੀਆਂ 'ਚ ਕੰਪਨੀਆਂ ਚਲਾਉਣੀਆਂ ਤੇ EMPLOYEE ਜਿਹੜੇ ਆ ਐਗਜ਼ੈਕਟਿਵ ਮੈਨੇਜਰੀਅਲ ਜਾਂ ਡਿਗਰੀ ਵਾਲੇ ਇੱਧਰ-ਉੱਧਰ ਕਰਨੇ ਆ। ਜ਼ਿਆਦਾਤਰ ਜਿਹੜੇ ਆਪਣੇ ਪੰਜਾਬੀਆਂ ਦੇ ਕੇਸ ਆ ਉਹ ਸਿੱਧੇ ਇਹੀ ਆ ਕਿ ਮੈਂ ਉੱਥੋਂ ਦੀ ਸਾਰਾ ਨਿਬੇੜ ਕੇ ਇੱਥੇ ਆਉਣਾ ਤੇ ਇੱਥੇ ਆ ਕੇ ਹੁਣ ਜਿਹੜਾ ਕਾਰੋਬਾਰ ਸ਼ੁਰੂ ਕਰਨਾ। ਉੱਤੇ ਜਿਹੜਾ ਜ਼ਿਆਦਾ ਆਪਣਾ ਕਮਿਊਨਿਟੀ ਦਾ ਜਿਹੜਾ ਬ੍ਰਿਕ ਐਂਡ ਮੋਰਟਰ ਬਿਜ਼ਨਸ ਕਹਿ ਲਓ ਤੁਸੀਂ ਜਿਹੜੇ ਜ਼ਿਆਦਾ। ਠੀਕ ਹੈ ਜੀ, ਠੀਕ ਹੈ। ਤੇ ਅਟਾਰਨੀ ਟਰਕਿਆਨਾ ਜੀ, ਇਸੇ ਦੇ ਵਿੱਚ ਆਪਾਂ ਜੇ ਅੱਗੇ ਵਧੀਏ ਤਾਂ ਓਬਵੀਅਸਲੀ ਐਕਸਪਰਟੀਜ਼ ਉਹ ਸਾਰਾ ਕੁਛ ਚਲੋ ਬੰਦੇ ਦਾ ਇਦਾਂ ਨਹੀਂ ਹੁੰਦਾ, ਪਰ ਜਿੱਦਾਂ ਤੁਸੀਂ ਕਲੀਅਰਲੀ ਸ਼ੁਰੂਆਤ 'ਚ ਦੱਸਿਆ ਵੀ ਜਿਹੜਾ ਮੇਨ ਬੰਦਾ ਜੀ ਉਹਦੇ ਪਰਿਵਾਰਕ ਮੈਂਬਰਾਂ ਨੇ ਆਉਣਾ ਆ, ਉਹ ਆ ਸਕਦੇ ਆ, ਉਹਨਾਂ ਨੂੰ ਸਿਟੀਜ਼ਨ ਵੀ ਹੋਣ ਦੀ ਜਿਹੜੀ ਉਹ ਲੋੜ ਨਹੀਂ ਆ ਉਸ ਕੰਟਰੀ ਦੀ। ਜੀ। ਜੀ, ਤੇ ਇਹਦੇ ਵਿੱਚ ਕਿੰਨੇ ਵਕਤ ਦਾ ਤੁਹਾਨੂੰ ਜਿਹੜਾ E2 ਵੀਜ਼ਾ ਮਿਲਦਾ, ਪੀਰੀਅਡ ਆਫ ਸਟੇ ਕਿੰਨਾ ਹੁੰਦਾ ਹੈ, ਕਿੰਨੇ ਚਿਰ ਦੇ ਲਈ ਤੁਸੀਂ ਇੱਥੇ ਰਹਿ ਸਕਦੇ ਆ E2 ਦੇ ਉੱਤੇ? ਸੋ ਜਿੱਦਾਂ ਟੂਰਿਸਟ ਵੀਜ਼ੇ 'ਚ 6 ਮਹੀਨੇ ਦੀ ਐਂਟਰੀ ਮਿਲਦੀ ਹੈ, ਇਹਦੇ ਵਿੱਚ ਵੀ ਤੁਹਾਨੂੰ 2 ਸਾਲ ਦੀ ਐਂਟਰੀ ਜਿਹੜੀ ਮਿਲਦੀ ਹੈ ਠੀਕ ਹੈ। ਜ਼ਿਆਦਾਤਰ। ਪਰ ਤੁਸੀਂ ਹਰ ਵਾਰੀ ਜਿਹੜਾ ਚੈੱਕ ਕਰਨਾ ਹੁੰਦਾ ਕਿ ਕਿੰਨੀ ਸਟੇ ਉਹਨਾਂ ਨੇ ਤੁਹਾਨੂੰ ਦਿੱਤੀ ਹੈ। ਜੇ ਤੁਸੀਂ ਵੀਜ਼ਾ ਲੈਂਦੇ ਆ ਤੁਹਾਨੂੰ 5 ਸਾਲ ਦਾ ਵੀਜ਼ਾ ਤਕਰੀਬਨ ਉਹ ਦਿੰਦੇ ਆ ਤੇ ਜਦੋਂ ਵੀ ਤੁਸੀਂ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਆ 2-2 ਸਾਲ ਦੀ ਤੁਹਾਡੀ ਐਂਟਰੀ ਜਿਹੜੀ ਉਰੇ ਦਿੱਤੀ ਜਾਂਦੀ ਆ ਤੇ ਹਰ 2 ਸਾਲ ਬਾਅਦ ਤੁਹਾਨੂੰ ਐਕਸਟੈਂਡ ਕਰਨਾ ਹੁੰਦਾ। ਉਹ ਸਬੂਤ ਮੰਗਦੇ ਆ ਕਿ ਪੈਸੇ ਦੱਸੋ ਕਿੱਥੇ ਖਰਚੇ, ਜੌਬ ਕਿੱਦਾਂ ਕ੍ਰੀਏਟ ਹੋਈ, ਇਨਵੋਇਸ ਦਿਖਾਓ, ਬੈਂਕ ਸਟੇਟਮੈਂਟਸ ਦਿਖਾਓ, ਉਹ ਸਾਰੀਆਂ ਚੀਜ਼ਾਂ ਕਿ ਵਾਕਈ ਬਿਜ਼ਨਸ ਇਹਨਾਂ ਨੇ ਕੀਤਾ ਤੇ ਉਦਾਂ ਝੂਠ ਨਹੀਂ ਬੋਲਦੇ ਇਹ। ਓਕੇ, ਠੀਕ ਹੈ। ਤੇ ਅਟਾਰਨੀ ਟਰਕਿਆਨਾ ਜੀ, ਇਹ ਫਿਰ 2 ਸਾਲ ਬਾਅਦ ਫਿਰ ਇਹ ਐਕਸਟੈਂਡ ਕਰਦੇ ਰਹਿੰਦੇ ਆ, ਉਹਦੇ ਲਈ ਬਾਹਰ ਜਾਣਾ ਪੈਂਦਾ ਹੈ ਜਾਂ ਇਨ ਫਰੋਮ US ਵੀ ਤੁਸੀਂ ਐਕਸਟੈਂਡ ਕਰਾ ਸਕਦੇ ਆ ਆਪਣੀ ਇਸ ਸਟੇ ਨੂੰ? ਫਰਮ US ਵੀ ਤੁਸੀਂ ਜਿਹੜਾ ਕਰਾ ਸਕਦੇ। ਠੀਕ ਆ। ਟਰਮ ਐਂਡ ਕੰਡੀਸ਼ਨਸ ਕੀ ਆ ਇਸ ਦੇ ਵਿੱਚ, ਜਿਹੜੀਆਂ E2 ਦੇ ਜਿਹੜੇ ਸਟੇਟਸ ਦੀਆਂ? ਸੋ ਆਬਵੀਅਸਲੀ ਜਿਹੜਾ ਮੇਨ ਈਟੂ ਵਾਲਾ ਬੰਦਾ ਉਹਨੇ ਆਪਣੇ ਬਿਜ਼ਨਸ 'ਚ ਕੰਮ ਕਰਨਾ। ਉਹ ਕਿਤੇ ਹੋਰ ਓਪਨ ਐਂਡਡ ਕੰਮ ਜਿਹੜਾ ਨਹੀਂ ਕਰ ਸਕਦਾ। ਉਹਨੇ ਜੋ ਚੀਜ਼ ਦੱਸੀ ਉਹਨਾਂ ਨੂੰ ਕਿ ਮੈਂ ਇਸ ਤਰ੍ਹਾਂ ਦਾ ਬਿਜ਼ਨਸ ਖੋਲਣਾ, ਉਹੀ ਬਿਜ਼ਨਸ ਜਿਹੜਾ ਕੰਮ ਕਰ ਸਕਦਾ। ਜੇ ਉਹਨੇ ਨਵਾਂ ਬਿਜ਼ਨਸ ਕੋਈ ਹੋਰ ਡੋਮੇਨ 'ਚ ਐਕਸਪੈਂਡ ਕਰਨਾ, ਨਾਲ ਕੋਈ ਹੋਰ ਬਿਜ਼ਨਸ ਰਲਾਣੇ ਆ ਤੇ ਉਹਨੂੰ ਆਪਣਾ E2 ਫਿਰ ਦੁਬਾਰਾ ਜਾ ਕੇ ਪਰਮਿਸ਼ਨ ਜਿਹੜੀ ਦੁਬਾਰਾ ਲੈਣੀ ਪੈਂਦੀ ਹੈ। E2 'ਚ ਅਮੈਂਡਮੈਂਟ ਜਿਹੜੀ ਕਰਾਉਣੀ ਪੈਂਦੀ ਆ। ਜਿਹੜਾ ਸਪਾਊਸ ਆਉਂਦਾ ਵਾ E2 ਵਾਲੇ ਦਾ, ਉਹ ਖੁੱਲਾ ਜਿਹੜਾ ਓਪਨ ਐਂਡਡ ਕਿਤੇ ਵੀ ਕੰਮ ਕਰ ਸਕਦਾ। ਜਵਾਕ ਜਿਹੜੇ ਆ ਉਹ ਪੜ੍ਹ ਸਕਦੇ ਆ। ਸੋ ਇਹ ਇਹਦੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਮੇਨ ਹੈਗੀਆਂ। ਤੇ ਜੇ ਮੁੱਖ ਦੀ ਗੱਲ ਕਰੀਏ ਤਾਂ ਜਦੋਂ ਵੀ ਤੁਹਾਡੇ ਬਿਜ਼ਨਸ 'ਚ ਕੋਈ ਮੇਜਰ ਚੇਂਜ ਜਿਹੜੀ ਆ ਜਾਂਦੀ ਆ ਤੇ ਉਹਦੇ ਲਈ ਤੁਹਾਨੂੰ ਦੁਬਾਰਾ ਜਿਹੜੀ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਦੁਬਾਰਾ ਤੋਂ ਜਿਹੜੀ ਅਮੈਂਡਮੈਂਟ ਕਰਾਉਣੀ ਪੈਂਦੀ ਸੋ ਹੈ। ਮੇਜਰ ਚੇਂਜ ਤੋਂ ਕੀ ਭਾਵ, ਕੋਈ ਐਗਜ਼ਾਮਪਲ ਹੈਗੀ ਜਿੱਦਾਂ ਮੇਜਰ ਚੇਂਜ ਦੀ ਤੁਸੀਂ ਫੋਰ ਗੱਲ? ਐਗਜ਼ਾਮਪਲ ਮੰਨ ਲਓ ਕਿ ਬੰਦਾ ਕੋਈ ਜੁਐਲਰੀ ਦੇ ਬਿਜ਼ਨਸ 'ਚ ਸੀਗਾ। ਹੁਣ ਠੀਕ ਉਹ ਹੈ। ਕਵੇ ਕਿ ਮੈਂ ਨਾਲ ਆਈਸਕ੍ਰੀਮ ਵਾਲਾ ਸਟੋਰ ਵੀ ਪਾਉਣਾ। ਓਕੇ। ਠੀਕ ਹੈ। ਕੋਈ ਕਾਫੀ ਵਾਲੇ ਬਿਜ਼ਨਸ 'ਚ ਸੀਗਾ, ਉਹ ਨਾਲ ਕਵੇ ਕਿ ਮੈਂ ਆਈਸਕ੍ਰੀਮ ਦਾ ਸਟੋਰ ਪਾਉਣਾ, ਰੈਸਟੋਰੈਂਟ ਪਾਉਣਾ ਜਾਂ ਕੁਛ ਕਰ ਲਓ। ਰੈਸਟੋਰੈਂਟ ਪਾਉਣਾ। ਜਦੋਂ ਇੱਕ ਚੇਂਜ ਆ ਗਈ, ਤੁਸੀਂ ਉਹਨਾਂ ਨੂੰ ਪਹਿਲਾਂ ਹੀ ਆਪਣਾ ਸਕੋਪ ਦੱਸਣਾ ਕਿ ਮੈਂ ਆਹ ਚੀਜ਼ ਕਰੂੰਗਾ। ਹੁਣ ਤੁਸੀਂ ਕਹੋ ਕਿ ਮੈਂ ਸੈਨ ਫ੍ਰਾਂਸਿਸਕੋ ਬਿਜ਼ਨਸ ਖੋਲਣਾ ਹੈਗਾ, ਪਰ ਬਾਅਦ 'ਚ ਤੁਹਾਡੇ ਹਾਲਾਤ ਜਿਹੜੇ ਚੇਂਜ ਹੁੰਦੇ ਰਹੇ, ਤੁਸੀਂ ਕਿਹਾ ਨਹੀਂ ਮੈਂ ਹੁਣ LA ਬਿਜ਼ਨਸ ਖੋਲਣਾ। ਉਹ ਮੇਜਰ ਚੇਂਜ ਆ ਗਈ, ਲੋਕੇਸ਼ਨ ਦੀ ਤੁਹਾਡੀ ਜਿਹੜੀ ਮੇਜਰ ਚੇਂਜ ਹੋ ਗਈ। ਓਕੇ। ਬਿਜ਼ਨਸ ਤੁਸੀਂ ਪਹਿਲਾਂ ਕਹੋ ਮੈਂ ਰੈਸਟੋਰੈਂਟ ਦਾ ਖੋਲਣਾ ਸੀਗਾ, ਹੁਣ ਤੁਹਾਡਾ ਆ ਕੇ ਇਰਾਦਾ ਬਦਲ ਗਿਆ, ਤੁਸੀਂ ਕਹੋ ਕਿ ਮੈਂ ਲਿਕਰ ਸਟੋਰ ਖੋਲਣਾ। ਉਹ ਤੁਹਾਡੀ ਮੇਜਰ ਚੇਂਜ ਆ ਗਈ। ਸੋ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜਾ ਹੈਗਾ ਆਪਣਾ ਅਮੈਂਡਮੈਂਟ ਜਿਹੜੀ ਕਰਾਉਣੀ ਪੈਂਦੀ ਹੈ। ਤੇ ਕਿੰਨਾ ਵਕਤ ਹੁੰਦਾ ਆ, ਲਾਈਕ ਵਿਦਿਨ ਫਿਊ ਮੰਥਸ, ਵਿਦਿਨ ਫਿਊ ਵੀਕਸ, ਇਹਦੇ ਵਿੱਚ ਇਹ ਸਾਰਾ ਕੁਝ ਕਰਨਾ ਪੈਂਦਾ, ਕਿੱਦਾਂ ਹੁੰਦਾ ਹੈ ਯੂਜਲੀ? ਉਹਨਾਂ ਦਾ ਜਿਹੜਾ ਲਾਅ ਇਹ ਕਹਿੰਦਾ ਕਿ ਬਿਜ਼ਨਸ ਸ਼ੁਰੂ ਕਰਨ ਜਿਹੜੀ ਚੇਂਜ ਆ, ਨਵਾਂ ਜਿਹੜਾ ਬਿਜ਼ਨਸ ਤੁਸੀਂ ਹੱਥ ਪਾਉਣਾ, ਉਹ ਪਾਉਣ ਤੋਂ ਪਹਿਲਾਂ ਤੁਸੀਂ ਜਿਹੜਾ ਅਪਰੂਵ ਕਰਾਓ। ਅਪਰੂਵ ਕਰਾਉਣਾ ਤੋਂ ਪਹਿਲਾਂ, ਠੀਕ ਆ। ਸੋ ਜਿੱਦਾਂ ਚੱਲਦੇ ਚੱਲਦੇ ਕਿਸੇ ਨੇ ਹੋਰ ਖੋਲਣਾ ਤੇ ਉਹਨੂੰ ਉਹ ਫਿਰ ਉਹ ਮੇਜਰ ਚੇਂਜ ਆ। ਜੇ ਕੋਈ ਨਵਾਂ ਜੀ। ਬਿਜ਼ਨਸ ਉਹਨੇ ਐਡ ਕਰਨਾ ਆ ਤਾਂ ਉਹ ਫਿਰ ਮੇਜਰ ਚੇਂਜ ਆ। ਇਸੇ ਦੇ ਦਰਮਿਆਨ ਵੀ ਜਿੱਦਾਂ ਆ, ਜਿੱਦਾਂ ਆਪਾਂ ਸ਼ੁਰੂਆਤ ਵਿੱਚ ਜੇ ਵੀ ਗੱਲ ਕੀਤੀ ਸੀ ਵੀ 2 ਲੱਖ ਤੋਂ ਬਾਅਦ 'ਚ ਮੰਨ ਲਓ ਵੀ ਕਿਸੇ ਦੇ ਕੋਲ ਇਨਫ ਇਨਵੈਸਟਮੈਂਟ ਆ ਜਾਂਦੀ, ਉਹ ਵੀ ਉਹ 8 ਲੱਖ ਜਾਂ 10 ਲੱਖ ਤੱਕ ਜਿਹੜਾ ਉਹ ਜਾ ਸਕਦਾ ਹੈ ਇੱਕ ਹੋਰ ਬਿਜ਼ਨਸ ਦੇ ਲਈ। ਕੀ ਫਿਰ ਉਹ ਸਿੱਧਾ ਕਨਵਰਟ ਵੀ ਨਾਲ ਹੀ ਹੋ ਜਾਂਦਾ ਆ? ਉਹ ਫਿਰ ਆਪਾਂ EB-5 ਦੇ ਲਈ ਨਾਲ ਅਪਲਾਈ ਕਰ ਸਕਦੇ ਆ ਪੈਰਲਲੀ? ਹਾਂਜੀ, ਉਹ ਤਾਂ ਇੱਕ ਪੈਰਲਲ ਜਿਹੜਾ ਪ੍ਰੋਸੈਸ ਆ ਤੇ ਠੀਕ ਹੈ। ਆਬਵੀਅਸਲੀ ਤੁਸੀਂ ਆਪਣਾ E2 ਵੀਜ਼ਾ ਮੇਨਟੇਨ ਰੱਖਣਾ ਹੁੰਦਾ। ਗ੍ਰੀਨ ਕਾਰਡ ਤੁਹਾਡਾ EB-5 ਦੇ ਵਿੱਚ ਵੀ ਕਾਫੀ ਵਲਵਲੇਵੇਂ ਜਿਹੜੇ ਹੁੰਦੇ ਆ ਹੂੰ। ਤੇ ਬਿਜ਼ਨ 10 ਜੌਬਸ ਮਤਲਬ ਕਿ 10 ਨੌਕਰੀਆਂ ਦਾ ਜਿਹੜੀ ਸ਼ਰਤ EB-5 ਦੀ ਆ ਜਾਂਦੀ ਹੈ। 2 ਜੀ, ਸਾਲ ਜੀ। ਦਾ ਪਹਿਲਾਂ ਤੁਹਾਨੂੰ ਗ੍ਰੀਨ ਕਾਰਡ ਦਿੰਦੇ ਆ ਤੇ ਉਹ 2 ਸਾਲਾਂ 'ਚ ਤੁਸੀਂ ਆਪਣਾ 10 ਜੌਬਸ ਵਗੈਰਾ ਕ੍ਰੀਏਟ ਕਰਨੀਆਂ ਹੁੰਦੀਆਂ ਤੇ ਫਿਰ ਤੁਸੀਂ ਪੱਕੇ ਗ੍ਰੀਨ ਕਾਰਡ ਵਾਸਤੇ ਜਿਹੜਾ ਅਪਲਾਈ ਕਰਦੇ ਆ। ਤੇ ਕਈ ਵਾਰੀ ਬਿਜ਼ਨਸ ਨਹੀਂ ਵੀ ਸਕਸੈਸਫੁਲ ਹੁੰਦੇ, 10 ਜੌਬਸ ਕ੍ਰੀਏਟ ਕਰਨੀਆਂ ਜਿਹੜੀਆਂ ਮੁਸ਼ਕਿਲ ਹੋ ਜਾਂਦੀਆਂ। ਪਰ ਹਾਂਜੀ, ਇਹ ਜਦੋਂ ਤੁਸੀਂ ਪੈਸਾ ਤੁਹਾਡੇ ਕੋਲ ਇਨਫ ਹੈਗਾ, ਕੁਆਲੀਫਾਈਂਗ ਇਨਵੈਸਟਮੈਂਟ ਤੁਸੀਂ ਕਰਤੀ ਆ ਤੇ ਤੁਸੀਂ EB-5 ਰਾਈਟ ਅਵੇ ਕਰ ਸਕਦੇ ਹੋ।
ਠੀਕ ਹੈ ਜੀ, ਜੀ, ਠੀਕ ਹੈ। ਤੇ ਜਿੱਦਾਂ ਆਪਾਂ ਟਰੱਕਰਸ ਦੀ ਗੱਲ ਕੀਤੀ ਸੀ, ਜਿਹੜੇ ਖਾਸ ਕਰਕੇ ਕੈਨੇਡਾ ਦੇ ਵਿੱਚ ਆ, ਉਹਨਾਂ ਨੂੰ ਫਿਰ ਕੀ ਸੰਦੇਸ਼ ਆ? ਉਹ ਕਿੱਦਾਂ E2 ਦੇ ਲਈ ਜਿਹੜੀ ਉਹ ਤਿਆਰੀ ਕਰਨ, ਜੇ ਉਹ ਚਾਹੁੰਦੇ ਆ ਅਮਰੀਕਾ ਦੇ ਵਿੱਚ ਆ ਕੇ ਸੈਟਲ ਹੋਣਾ, ਇੱਧਰ ਆ ਕੇ ਕੰਮ ਸ਼ੁਰੂ ਕਰਨਾ ਜਾਂ ਕੰਮ ਕਰਨਾ, ਉਹਨਾਂ ਨੂੰ ਕੀ ਕਰਨਾ ਪਊਗਾ? ਸੋ ਕੰਪਨੀ ਖੋਲਣੀ ਪੈਣੀ ਪਹਿਲਾਂ ਤਾਂ, ਕੰਪਨੀ 'ਚ ਪੈਸੇ ਪਾਉਣੇ ਪੈਣੇ ਆ ਤੁਹਾਨੂੰ, ਆਪਣਾ ਬਿਜ਼ਨਸ ਪਲਾਨ ਦੱਸਣਾ ਪੈਣਾ ਕਿ ਕੀ ਕਰਨਾ, ਕਿੰਨੇ ਡਿਸਪੈਚਰ ਕਰਨੇ ਆ, ਕਿੰਨੇ ਡਰਾਈਵਰ ਤੁਸੀਂ ਹਾਇਰ ਕਰਨੇ ਆ, ਠੀਕ ਹੈ, ਰਿਸੈਪਸ਼ਨਿਸਟ, ਕੋਈ ਵੀ ਜੋ ਵੀ ਤੁਹਾਡੀ ਬਿਜ਼ਨਸ ਦੀ ਰਿਕੁਆਇਰਮੈਂਟ ਆ, ਜਿਹੜਾ ਵੀ ਤੁਹਾਡਾ ਸਾਈਜ਼ ਸਕੇਲ ਜਿਹੜਾ ਹੈਗਾ। ਤੇ ਇਹਦੇ ਵਿੱਚ ਤੁਹਾਨੂੰ ਖੁਦ ਟਰੱਕ ਚਲਾਉਣ ਵਾਸਤੇ ਜਿਹੜਾ E2 ਨਹੀਂ ਮਿਲਣਾ, ਤੁਸੀਂ ਇਹਦੇ ਵਿੱਚ ਜੌਬ ਕ੍ਰੀਏਸ਼ਨ ਜਿਹੜੀ ਕਰਨੀ ਆ। ਤੇ ਠੀਕ ਹੈ, ਆਬਵੀਅਸਲੀ ਇੱਕ ਟਰੱਕਿੰਗ ਦਾ ਬਿਜ਼ਨਸ ਜਿਹੜਾ ਥੋੜ੍ਹਾ ਜਿਹਾ ਮਹਿੰਗਾ ਬਿਜ਼ਨਸ ਹੈ, ਕਿਉਂਕਿ ਇਕੁਇਪਮੈਂਟ ਹੀ ਬੜੀ ਮਹਿੰਗੀ ਜਿਹੜੀ ਆਉਂਦੀ ਹੈ। ਇੱਕ ਟਰੱਕ ਹੀ ਦੇਖ ਲਓ ਤੁਸੀਂ, ਕਈ ਹਜ਼ਾਰਾਂ ਦਾ ਆਉਂਦਾ। ਓਕੇ, ਤੇ ਹਾਂਜੀ, ਤੇ ਇਹਦੇ ਵਿੱਚ ਹੁਣ ਜਿਹੜੀ ਉਹ ਨਾ ਲੋਕੀ ਪੁੱਛਦੇ ਆ ਕਿ ਮੇਰੇ ਕੋਲ ਆਲਰੇਡੀ ਟਰੱਕ ਹੈਗਾ ਕੈਨੇਡਾ 'ਚ ਜਾਂ ਹੈਗੇ ਆ, ਇਹਨੂੰ ਜੇ ਮੈਂ ਕਰ ਦੇਵਾਂ, ਤੇ ਉਹ ਜਿਹੜੀ ਇਕੁਇਪਮੈਂਟ ਤੁਸੀਂ ਕੰਟਰੀਬਿਊਟ ਕਰਦੇ ਨਾ, ਉਹਦੀ ਇੰਨੀ ਉਹ ਵੈਲਿਊ ਨਹੀਂ ਪਾਉਂਦੇ, ਕਿਉਂਕਿ ਓਕੇ। ਐਂਡ ਆਫ ਦਾ ਡੇ ਉਹਨਾਂ ਨੇ ਇਹੀ ਦੇਖਣਾ ਕਿ ਬੰਦਾ ਇਨਵੈਸਟ ਕਿੰਨੇ ਪੈਸੇ ਨਵੇਂ ਜਿਹੜਾ ਪੈਸੇ ਕਰ ਰਿਹਾ, ਕਿੰਨੇ ਲਾ ਰਹੇ ਆ, ਮਤਲਬ ਇਹ ਆ। ਕਿ ਦੇਸ਼ ਦੇ ਵਿੱਚ, ਅਮਰੀਕਾ ਦੇ ਵਿੱਚ ਪੈਸਾ ਆ ਰਿਹਾ ਕਿ ਨਹੀਂ ਆ ਰਿਹਾ, ਹਾਂ, ਉਹ ਚੀਜ਼ ਉਹ ਜਿਹੜੀ ਵੇਖਦੇ ਆ। ਤੇ ਟਰੱਕਰ ਨੂੰ ਇਹ ਹੈ ਕਿ ਜੇ ਤੁਸੀਂ ਆਓ, ਹੁਣ ਤੁਸੀਂ ਓਵਰਆਲ ਜਿਹੜਾ ਤੁਸੀਂ ਲਾ ਲਓ ਕਿ ਬੜੇ ਹਾਈ ਲੈਵਲ ਤੇ ਇੱਕ ਇਹ ਸੋਚ ਕੇ ਆਓ ਕਿ 4-5 ਨੌਕਰੀਆਂ ਜਿਹੜੀਆਂ ਤੁਸੀਂ ਕ੍ਰੀਏਟ ਕਰ ਦੇਣੀਆਂ, ਠੀਕ ਹੈ? ਤੇ ਫਿਰ ਉਹਦੇ ਵਿੱਚ ਤੁਹਾਡੀਆਂ ਆਪਸ਼ਨਸ ਜਿਹੜੀਆਂ ਨਿਕਲ ਸਕਦੀਆਂ। ਠੀਕ ਹੈ ਜੀ, ਠੀਕ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ, ਤੇ ਬਾਕੀ ਜੇ ਕਿਸੇ ਨੇ E2 ਦੇ ਬਾਬਤ ਗੱਲਬਾਤ ਕਰਨੀ ਆ, ਅਪੁਆਇੰਟਮੈਂਟ ਬਣਾ ਸਕਦੇ ਆ ਤੁਸੀਂ ਅਟਰਨੀ ਜੇ ਟਰਕੈਣਾ ਜੀ ਦੇ ਨਾਲ। ਇਹਨਾਂ ਦੇ ਆਫਿਸ ਦਾ ਨੰਬਰ ਆ 4159090503, 4159090503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕਾਂਟੈਕਟ ਕਰਕੇ ਜਿਹੜੀ ਆ E2 ਵੀਜ਼ੇ ਬਾਰੇ ਜਿਹੜੀ ਆ ਹੋਰ ਜਾਣਕਾਰੀ ਹਾਸਿਲ ਜਿਹੜੀ ਉਹ ਕਰ ਸਕਦੇ ਆ। ਬਾਕੀ ਓਵਰਆਲ ਕਾਲਸ ਲੈਣ ਤੋਂ ਪਹਿਲਾਂ ਅਟਾਰਨੀ ਟਿਰਕੈਣਾ ਜੀ, ਇਲੈਕਸ਼ਨਾਂ ਸਿਰ ਤੇ ਆ, ਇਮੀਗ੍ਰੇਸ਼ਨ ਦਾ ਰੌਲਾ ਜਿਹੜਾ ਉਹ ਵਾਦ ਵਿਵਾਦ ਚੱਲਦਾ ਹੀ ਰਹਿਣਾ ਆ। ਕੀ ਸੰਭਾਵਨਾਵਾਂ ਨੇ, ਤੁਹਾਨੂੰ ਕੀ ਲੱਗਦਾ ਆ, ਜੇ ਟਰੰਪ ਵੀ ਆਉਂਦੇ ਆ, ਜੇ ਕਮਲਾ ਹੈਰਿਸ ਵੀ ਆਉਂਦੀ ਆ, ਇਮੀਗ੍ਰੇਸ਼ਨ ਦੇ ਉੱਤੇ ਆਪਾਂ ਨੂੰ ਕੀ ਕੁਝ ਚੇਂਜਸ ਨਜ਼ਰ ਆਉਣਗੇ, ਜਾਂ ਜੋ ਸਟੇਟਸ ਕੋ ਹੈਗਾ ਆ ਉਦਾਂ ਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ? ਦੇਖੋ, ਹੁਣ ਟਰੰਪ ਆਵੇ ਭਾਵੇਂ ਕੋਈ ਆ, ਤੁਹਾਨੂੰ ਇੱਕ ਮੁੱਦੇ ਦੀ ਗੱਲ ਦੱਸਦਾ, ਜਿੱਦਾਂ ਹੁਣ ਆਪਣਾ ਆਰਕੇਕੇ ਦਾ ਬੜਾ ਜ਼ੋਰ ਸੀਗਾ, ਜੀ ਬਿਲਕੁਲ। ਠੀਕ ਹੈ? ਜਿਹੜੀ ਸਰਕਾਰ ਸੀਗੀ ਉਹ ਆਰਕੇਕੇ ਦੇ ਪੈਕੇਟ ਜਿਹੜੀ ਫਾਈਲ ਕਰਦੀ ਸੀਗੀ, ਹੁਣ ਉਹਨਾਂ ਨੇ ਕਾਫੀ ਸਾਰੇ ਪੈਕੇਟ ਉਹ ਜਿਹੜੇ ਵਾਪਸ ਲੈ ਲਏ ਆਪਣੇ ਫੈਸਲੇ ਤੋਂ ਬਾਅਦ। ਸੋ ਜਿਹੜੀ ਇਮੀਗ੍ਰੇਸ਼ਨ ਦੀ ਫਾਈਟ ਹੁੰਦੀ ਆ, ਉਹ ਕਈ ਲੈਵਲ ਤੇ ਚੱਲਦੀ ਆ। ਕਈ ਸਾਰੀਆਂ ਸੰਸਥਾਵਾਂ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ, ACLU, ਸਿਵਲ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਉਹ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ, ਈਵਨ ਕਈ ਜਿਹੜੇ ਨਾਨ ਪ੍ਰੋਫਿਟ ਜਿਹੜੇ ਗਰੁੱਪ ਵੀ ਹੈਗੇ ਆ, ਧਾਰਮਿਕ ਗਰੁੱਪ ਵੀ, ਜਿਹੜਾ ਕੈਥੋਲਿਕ ਚੈਰਿਟੀਜ਼ ਜਾਂ ਜੂਇਸ਼ ਕਈ ਆਰਗੇਨਾਈਜੇਸ਼ਨਸ ਹੈਗੀਆਂ, ਕਾਫੀ ਸਾਰੇ ਜਿਹੜੇ ਲੋਕ ਆ ਉਹ ਆਪਣਾ ਮੋਰਚਾ ਜਿਹੜਾ ਖਿੱਚੇ ਰੱਖਦੇ ਆ, ਭਾਵੇਂ ਟਰੰਪ ਆ ਜਾਵੇ, ਭਾਵੇਂ ਕੋਈ ਵੀ ਆ ਜਾਵੇ, ਕਿ ਸਰਕਾਰ ਨਾਲ ਜੱਦੋਜਹਿਦ ਉਹਨਾਂ ਦੀ ਜਿਹੜੀ ਚੱਲਦੀ ਰਹਿੰਦੀ ਆ। ਕਾਫੀ ਸਾਰੇ ਜਿਹੜੇ ਇਮੀਗ੍ਰੇਸ਼ਨ ਇਨਫਰਾਸਟ੍ਰਕਚਰ ਜਿਹੜਾ ਹੁੰਦਾ, ਕਹਿ ਲਓ ਕਿ ਇਹ ਵੀ ਮਲਟੀ ਬਿਲੀਅਨ ਡਾਲਰ ਇੰਡਸਟਰੀ ਜਿਹੜੀ ਇੱਕ ਹੈਗੀ ਆ। ਤੇ ਤੁਸੀਂ ਹਿਸਾਬ ਲਾ ਲਓ ਕਿ ਜਿੱਦਾਂ ਹੁਣ ਲੋਕ ਦੱਸਦੇ ਆ ਕਿ ਅਮਰੀਕਾ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਮਾਫੀਆ ਵਗੈਰਾ ਨੂੰ ਪੈਸੇ ਦੇ ਕੇ ਜਿਹੜਾ ਆਉਣਾ ਪੈਂਦਾ, ਈਵਨ ਭਾਵੇਂ ਬੰਦਾ ਮੈਕਸੀਕੋ ਦਾ ਸਿਟੀਜ਼ਨ ਵੀ ਹੋਵੇ, ਸਿੱਧੇ ਤੁਸੀਂ ਕ੍ਰਾਸ ਨਹੀਂ ਕਰ ਸਕਦੇ, ਕਰ ਹੀ ਨਹੀਂ ਸਕਦੇ। ਫੜ ਲੈਂਦੇ, ਮਾਰ ਦਿੰਦੇ ਆ। ਹੂੰ। ਸੇਮ ਥਿੰਗ ਇਹਦੇ ਵਿੱਚ ਹੁਣ ਕਿੰਨੀਆਂ ਜੌਬਸ ਜਿਹੜੀਆਂ ਬਾਰਡਰ ਪੈਟਰੋਲ ਦੀਆਂ ਕ੍ਰੀਏਟ ਹੋਈਆਂ, ਪ੍ਰਿਜ਼ਨ ਜਿਹੜੀ ਉਹ ਸਾਰੀ, ਜੱਜਾਂ ਦੀਆਂ ਤਨਖਾਹਾਂ, ਸਰਕਾਰੀ ਵਕੀਲ ਦੀਆਂ ਤਨਖਾਹਾਂ, ਜਿਹੜੇ ਵਕੀਲ ਕੇਸ ਫੜਦੇ ਉਹਨਾਂ ਦੀ, ਪੈਰਾਲੀਗਲ ਉਹਨਾਂ ਦੇ ਆਫਿਸ, ਤੁਸੀਂ ਸਾਰਾ ਓਵਰਆਲ ਲਾਓ ਕਿ ਜਿਹੜਾ ਨੈਟ ਇਮੀਗ੍ਰੈਂਟ ਜਿਹੜਾ ਨੈਟ ਆ ਰਿਹਾ, ਉਹਦਾ ਇਕਨੋਮਿਕ ਇੰਪੈਕਟ ਜਿਹੜਾ ਕੀ ਹੈਗਾ। ਹੂੰ। ਸੋ ਜਿਹੜੀ ਹੁਣ ਉਹ ਜਿੱਦਾਂ ਇੱਕ ਗੇਮ ਹੁੰਦੀ ਹੈ ਨਾ, ਕਿ ਲਾਈਨ ਬਣਾ ਦਿੰਦੇ ਆ, ਤੇ ਰੱਸੀ ਜਿਹੜੀ ਹੁੰਦੀ ਹੈ ਕਿ 4 ਬੰਦੇ ਇੱਧਰ ਨੂੰ ਆ ਗਏ, 4 ਬੰਦੇ ਇੱਧਰ ਨੂੰ ਆ ਗਏ, ਖਿੱਚੋ ਹੁਣ ਰੱਸੀ ਨੂੰ ਕਿੱਦਾਂ, ਉਹ ਕਦੀ ਇੱਧਰਲੇ ਪਾਸੇ ਹੋ ਗਈ, ਕਦੀ ਇੱਧਰਲੇ ਪਾਸੇ ਹੋ ਗਈ, ਉਹ ਵਾਲਾ ਸੀਨ ਜਿਹੜਾ ਚੱਲ ਪੈਂਦਾ। ਆਬਵੀਅਸਲੀ ਇਹ ਇਮੀਗ੍ਰੇਸ਼ਨ ਬਹੁਤ ਹੌਟ ਟੌਪਿਕ ਆ, ਤੇ ਈਵਨ ਜਿਹੜੇ ਡੈਮੋਕ੍ਰੇਟਸ ਉਹਨਾਂ ਨੇ ਵੀ ਐਂਡ 'ਚ ਉਹਨਾਂ ਨੂੰ ਰੱਸੀ ਜਿਹੜੀ ਖਿੱਚਣੀ ਪੈ ਗਈ ਸੀ ਇਮੀਗ੍ਰੇਸ਼ਨ ਦੇ ਉੱਤੇ। ਹੂੰ। ਤੇ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਤਾਂ ਸਿੱਧਾ ਹੀ ਕਿਹਾ ਕਿ ਨਹੀਂ, ਇਹ ਕੰਮ ਜਿਹੜਾ ਸੁਧਾਰ ਦੇਣਾ ਆਪਾਂ। ਚੱਕਦੇ ਨੇ ਫੱਟੇ। ਕਈ ਕਈ ਹੱਦ ਤੱਕ ਉਹਨਾਂ ਦੀ ਗੱਲ 'ਚ ਦਮ ਵੀ ਆ, ਕਿਉਂਕਿ ਐਂਡ ਆਫ ਦਾ ਡੇ ਜਿਹੜਾ ਬਾਰਡਰ ਸਿਕਿਉਰਿਟੀ ਜਿਹੜੀ ਬਣਾਉਣੀ ਜ਼ਰੂਰੀ ਆ। ਓਪਨ ਬਾਰਡਰ ਦੇ ਵਿੱਚ ਪਤਾ ਨਹੀਂ ਕੌਣ ਜਿਹੜਾ ਲੰਘ ਕੇ ਆ ਸਕਦਾ, ਖੁਦ ਭਾਵੇਂ ਆਪਾਂ ਇੱਕ ਇਮੀਗ੍ਰੇਸ਼ਨ ਲਾਇਰ ਆ, ਪਰ ਜਦੋਂ ਆਪਾਂ ਗੱਲ ਕਰਦੇ ਆ ਕਿ ਕਈ ਇਮੀਗ੍ਰੈਂਟ ਜਿਹੜੇ ਹੈਗੇ ਆ, ਉਹ ਸਪੈਸ਼ਲੀ ਜਿਹੜੇ ਸਾਊਥ ਅਮਰੀਕਾ ਤੋਂ ਰਾਊਟਸ ਜਿਹੜੇ ਹੈਗੇ ਆ, ਡਰੱਗ ਵਾਲੇ ਰਾਊਟ ਆ, ਸੋ ਸਾਨੂੰ ਨਹੀਂ ਪਤਾ ਕਿ ਕੌਣ ਉਹਦੇ ਵਿੱਚ ਆ ਸਕਦਾ ਜੇ ਬਿਲਕੁਲ ਹੀ ਓਪਨ ਹੈ, ਕਾਰਟਲ
ਸਮਗਲਰ ਕਈ ਜਾਣੇ ਜਿਹੜੇ ਉਹਦੇ ਵਿੱਚ ਆ ਸਕਦੇ ਆ, ਜਾਂ ਕੋਈ ਹੋਰ ਕੁਐਸਚਨੇਬਲ ਲੋਕੀ ਜਿਹੜੇ ਹੁੰਦੇ ਆ ਉਹ ਆ ਸਕਦੇ ਆ। ਤੇ ਵੈਟਿੰਗ ਜਿਹੜੀ ਹੋਣੀ ਚਾਹੀਦੀ ਆ, ਐਟਲੀਸਟ ਥੋੜੇ ਲੈਵਲ ਤੇ ਜਿਹੜੀ ਵੈਟਿੰਗ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਵੇਖਿਆ ਕਿ ਬੰਦਾ ਏਜੰਟ ਪਾਸਪੋਰਟ ਪਾੜ ਦਿੰਦੇ ਆ, ਬੰਦਾ ਤਾਂ ਵੀ ਅਮਰੀਕਾ ਨੂੰ ਜਿਹੜਾ ਲੈਣਾ ਪੈਂਦਾ, ਕਿ ਮਤਲਬ ਹੁਣ ਇੱਥੇ ਆ ਕੇ ਬੰਦਾ ਕੋਈ ਨਵਾਂ ਹੀ ਨਰੇਟਿਵ ਬਣਾ ਲੇ, ਤਾਂ ਕੋਈ ਅਮਰੀਕਾ ਦੇ ਕੋਈ ਵੀ ਟੂਲ ਨਹੀਂ ਕਿ ਜੇ ਬਹੁਤ ਰਿਲੈਕਸ ਕਰ ਦੇਣ ਤਾਂ ਕੋਈ ਵੀ ਇਹਦੇ ਵਿੱਚ ਆ ਸਕਦਾ। ਤੇ ਸਾਡੇ ਲੈਵਲ ਤੇ ਜੋ ਆਪਾਂ ਕਰ ਸਕਦੇ ਹਾਂ ਉਹੀ ਹੈ ਕਿ ਜਿੱਦਾਂ ਹੁਣ ਆਰਕੇਕੇ ਵਾਲੀ ਫਾਈਟ ਸੀਗੀ, ਆਪਾਂ ਜੀ। ਉਹ ਜਿੱਤ ਗਏ। ਇੱਕ ਛੋਟਾ ਜਿਹਾ ਮੋਰਚਾ, ਤੁਸੀਂ ਕਹ ਲਓ ਕਿ ਵੱਡੀ ਸਕੀਮ ਦੇ ਵਿੱਚ ਇੱਕ ਛੋਟਾ ਜਿਹਾ ਮੋਰਚਾ, ਉਹਦਾ ਰਿਲੀਫ ਲੋਕਾਂ ਨੂੰ ਆਬਵੀਅਸਲੀ ਮਿਲੂਗਾ, ਭਾਵੇਂ ਟਰੰਪ ਆਵੇ ਭਾਵੇਂ ਕੋਈ ਮਰਜ਼ੀ ਆਵੇ। ਤੇ ਉਹ ਆਲਰੇਡੀ ਜਿਹੜਾ 9th ਸਰਕਿਟ ਉਹਦਾ ਫੈਸਲਾ ਜਿਹੜਾ ਕਰ ਚੁੱਕਾ, ਐਟਲੀਸਟ 9th ਸਰਕਿਟ 'ਚ। ਸੋ ਹੁਣ ਏਦਾਂ ਹੀ ਸੇਮ ਇਹ ਵੱਖ-ਵੱਖ ਸਰਕਿਟ 'ਚ ਜਦੋਂ ਜਾਊਗੇ, ਉੱਥੇ ਇਹਨਾਂ ਉੱਤੇ ਬਹਿਸ ਹੋਊਗੀ, ਸਾਰਾ ਕੁਛ ਹੋਊਗਾ। ਤੇ ਹੋ ਸਕਦਾ ਸੈਕੰਡ ਸਰਕਿਟ 'ਚ ਸਾਨੂੰ ਜਾਂ ਕਿਸੇ ਹੋਰ ਵਕੀਲ ਨੂੰ ਮੌਕਾ ਮਿਲੇ, ਉਹ ਚੀਜ਼ ਸੇਮ ਆਰਗਿਊ ਹੋਵੇ, ਰੀਲੋਕੇਸ਼ਨ ਸੇਮ ਆਰਗਿਊ ਹੋਵੇ। ਜਿੱਦਾਂ ਹੁਣ ਜਿਹੜੀ ਰੀਲੋਕੇਸ਼ਨ ਸੀ ਉਹ ਥੋੜੀ ਵਧੀਆ ਨਹੀਂ ਪਹਿਲਾਂ ਆਰਗਿਊ ਹੋਈ, ਸੈਕੰਡ ਸਰਕਿਟ 'ਚ ਉਹਨਾਂ ਨੇ ਰੋਕ-ਟੋਕ ਲਾਤੀ ਸੀਗੀ। ਤੇ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ। ਤੇ ਓਵਰਆਲ ਇਮੀਗ੍ਰੇਸ਼ਨ ਥੋੜੀ ਸਖਤ ਹੋ ਗਈ ਮੇਰੇ ਹਿਸਾਬ ਨਾਲ। ਤੇ ਜਿਹੜੀਆਂ ਆਪਣੀਆਂ ਜਿੱਤਾਂ ਹੋ ਗਈਆਂ ਉਹੀ ਕੋਰਟ ਸਿਸਟਮ ਦੇ ਥਰੂ ਹੀ, ਸਰਕਿਟ ਕੋਰਟ ਦੇ ਉਹਨਾਂ ਦੇ ਥਰੂ ਹੀ ਆਉਗੀਆਂ। ਠੀਕ ਹੈ ਜੀ। ਏਦਾਂ ਦਾ ਕੋਈ ਵੀ ਵਾਅਦਾ ਇਸ ਵੇਲੇ ਕਿਸੇ ਨੂੰ ਵੀ ਕਰਨ ਦੀ ਲੋੜ ਨਹੀਂ ਹੈਗੀ ਕਿ ਮੈਂ ਪੋਲੀਟੀਕਲ ਕੈਂਡੀਡੇਟਸ ਦੀ ਗੱਲ ਕਰ ਰਿਹਾ ਕਿ ਉਹ ਆ ਕੇ ਰਿਫਾਰਮ ਕਰ ਦੂਗੇ ਜਾਂ ਖੇਤੀਬਾੜੀ ਦੇ ਬਣਾ ਦੂਗੇ ਜਾਂ ਏਦਾਂ ਕਰ ਦੂਗੇ। ਤੁਸੀਂ ਦੇਖੋ ਕਿ ਪਿਛਲੀ ਇਲੈਕਸ਼ਨ 'ਚ ਬੜਾ 4 ਸਾਲ ਪਹਿਲਾਂ ਖੇਤੀਬਾੜੀ ਵਾਲਾ ਰੌਲਾ ਪਿਆ ਤਾਂ ਸੀਗਾ ਬਹੁਤ ਸ਼ੁਰੂਆਤ 'ਚ ਪਿਆ ਕੁਛ ਸੀਗਾ। ਕਈ ਸਾਰੇ ਲੋਕੀ ਜਿਹੜੇ ਸੀਗੇ ਉਹ ਫਸ ਗਏ ਸੀ ਵਿਚਾਰੇ। ਬਿਲਕੁਲ ਫਸ ਗਏ ਸੀਗੇ ਚੱਕਰਾਂ 'ਚ। Yeah. ਤੇ ਹੁਣ ਏਦਾਂ ਦਾ ਇਮੀਗ੍ਰੇਸ਼ਨ ਦਾ ਕੋਈ ਰੌਲਾ ਨਹੀਂ। ਦੋਨੋਂ ਸਾਈਡਾਂ ਇਹੀ ਕਹਿੰਦੀਆਂ ਕਿ ਬਾਰਡਰ ਨੂੰ ਹੁਣ ਸਿਕਿਉਰ ਕਿੱਦਾਂ ਜਿਹੜਾ ਕਰਨਾ। ਢਿੱਲਾ ਛੱਡ ਕੇ ਡੈਮੋਕ੍ਰੇਟਸ ਨੂੰ ਵੀ ਹੁਣ ਫਾਇਦਾ ਨਹੀਂ, ਉੱਤੇ ਕਰਕੇ ਉਹਨਾਂ ਨੂੰ ਪਤਾ ਵੀ ਉਹ ਲੂਜ਼ ਕਰਨਗੇ ਬਹੁਤ ਬੁਰੀ ਤਰ੍ਹਾਂ। ਤੇ ਉਹਨਾਂ ਨੇ ਵੀ ਕੱਸਿਆ, ਨਾਲੇ ਉਹਨਾਂ ਨੇ ਦੇਖਿਆ ਵੀ ਇਨਫਰਾਸਟ੍ਰਕਚਰ ਤੇ ਭਾਰ ਵੀ ਬਹੁਤ ਪੈ ਗਿਆ। ਇਹਦੇ ਵਿੱਚ ਕੋਈ ਦੋ ਰਾਵਾਂ ਵੀ ਜਿਹੜੀਆਂ ਨਹੀਂ ਰਹੀਆਂ। ਇਨਫਰਾਸਟ੍ਰਕਚਰ ਹਰ ਇੱਕ ਲਿਮਿਟਡ ਚੀਜ਼ ਤੱਕ ਜਿਹੜਾ ਹੁੰਦਾ ਆ, ਜਦੋਂ ਲੋੜੋਂ ਵੱਧ ਆ ਜਾਣ, ਜਦੋਂ ਆ ਕੇ ਕਹਿੰਦੇ ਵੀ ਜੀ ਆਇਆਂ ਨੂੰ ਅਸੀਂ ਰੋਕਣਾ ਨਹੀਂ, ਤੇ ਫਿਰ ਉਹਦਾ ਭੁਗਤਾਨ ਵੀ ਜਿਹੜਾ ਨਾਲ ਦੇ ਨਾਲ ਕਰਨਾ ਪਿਆ। ਲੋਕਾਂ ਨੂੰ ਫਾਇਦਾ ਵੀ ਹੋਇਆ ਉਸ ਦਰਮਿਆਨ, ਜਿਹੜੇ ਉਹ ਆ ਗਏ। ਕਈ ਇਕੱਲੇ ਆਏ, ਕਈ ਪਰਿਵਾਰਾਂ ਸਮੇਤ ਆਏ, ਬੜਾ ਕੁਛ ਜਿਹੜਾ ਉਹ ਹੋਇਆ। ਚਲੋ ਆਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਮਰੀਕਾ 'ਚ। ਤੇ ਹੁਣ ਅੱਗੇ ਜਿਹੜੇ ਆਪਣੇ ਕੇਸ ਜਿਹੜੇ ਆ ਉਹ ਤੁਸੀਂ ਸਟਰੋਂਗਲੀ ਲੜਨ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਤੇ ਬਾਕੀ ਤੁਹਾਨੂੰ ਇਮੀਗ੍ਰੇਸ਼ਨ ਦੀ ਸਲਾਹ ਚਾਹੀਦੀ ਆ, ਕੇਸ ਕਰਨਾ ਹੈ, ਤੇ ਤੁਸੀਂ US ਦੇ ਟੌਪ ਦੇ ਇਮੀਗ੍ਰੇਸ਼ਨ ਦੇ ਲਾਇਰ ਅਟਰਨੀ ਟਰਕੀਆਣਾ ਜੀ, ਉਹਨਾਂ ਦੇ ਨਾਲ ਕੰਟੈਕਟ ਕਰੋ। ਨੰਬਰ ਉਹਨਾਂ ਦਾ ਹੈ ਜੀ 415 909 0503 415-909-0503। ਆਪਾਂ ਲੈ ਲਈਏ ਜੀ ਹੁਣ ਇੱਕ ਬ੍ਰੇਕ ਤੋਂ ਬਾਅਦ ਜੀ ਲਵਾਂਗੇ ਆਪਣੇ ਜਿਹੜੇ ਸਰੋਤਿਆਂ ਦੀਆਂ ਜਿਹੜੀਆਂ ਕਾਲਾਂ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 4082725200 408 272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਜੀ ਧੰਨਵਾਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤਿਓ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਜੁੜੇ ਹੋਏ ਆ। ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੀ ਟਰਕਿਆਣਾ ਜੀ ਜੁੜੇ ਹੋਏ ਨੇ। ਅਟਰਨੀ ਟਰਕਿਆਣਾ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਰੋਤਿਓ, ਤੁਸੀਂ ਹੁਣ ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 408 272 5200 ਦੇ ਉੱਤੇ ਤੁਸੀਂ ਕਾਲ ਕਰੋ। ਹੁਣ ਆਪਾਂ ਜਿਹੜੇ ਕਾਲਰਸ ਆ ਉਹਨਾਂ ਦੇ ਜਿਹੜੇ ਕੁਐਸਚਨਸ ਆ ਉਹ ਲਵਾਂਗੇ। ਸੋ ਆਪਣਾ ਸਵਾਲ ਜਿਹੜਾ ਜਲਦ ਤੋਂ ਜਲਦ ਪੁੱਛਣ ਦੀ ਕੋਸ਼ਿਸ਼ ਕਰਿਓ ਜੀ, ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲਰਸ ਆ ਉਹਨਾਂ ਨੂੰ ਸਮਾਂ ਦੇ ਸਕੀਏ। ਅੱਜ ਦੇ ਆਪਣੇ ਪਹਿਲੇ ਕਾਲਰ ਨੇ ਜਸਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਜਸਪਾਲ ਜੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਵੀਰੇ ਜੀ, ਕੀ ਹਾਲ ਹੈ ਜੀ? ਤੁਹਾਡਾ ਪ੍ਰੋਗਰਾਮ 2 ਸਾਲ ਹੋ ਗਏ ਸਾਨੂੰ ਸੁਣਦੇ ਨੇ, ਬੜਾ ਮਤਲਬ ਹੈਲਪ ਕਰਦੇ ਤੁਸੀਂ ਘਰ ਸਾਡੀ ਸਾਰਿਆਂ ਦੀ ਕਮਿਊਨਿਟੀ ਦੀ। ਧੰਨਵਾਦ ਜੀ। ਜੀ ਥੈਂਕ ਯੂ ਸੋ ਮਚ। ਇਹਦੇ ਲਈ ਪਹਿਲਾਂ ਤਾਂ ਸਰ ਟਰਕਿਆਨ ਸਾਹਿਬ ਤੋਂ ਇੱਕ ਛੋਟਾ ਜਿਹਾ ਕੁਐਸਚਨ ਸੀਗਾ ਮੇਰਾ ਜੀ, ਪੁੱਛਣਾ ਜੀ। ਪੁੱਛੋ ਜੀ। ਦੱਸੋ ਜੀ। ਸਤਿ ਸ਼੍ਰੀ ਅਕਾਲ ਟਰਕਿਆਨ ਸਾਹਿਬ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਦੱਸੋ ਬਾਈ। ਮੇਰਾ ਐਕਚੁਅਲੀ ਨਾ ਇੱਥੇ ਨਿਊਯਾਰਕ ਕੇਸ ਲੱਗਾ ਹੋਇਆ ਅਸਾਈਲਮ। ਤੇ ਮੈਂ ਤੁਹਾਡੇ ਨਾਲ ਪਹਿਲਾਂ ਵੀ 1-2 ਵਾਰੀ ਗੱਲ ਹੋਈ ਹੈ, ਤੇ ਉਹ ਮੈਂ ਸ਼ਿਪ ਤੇ ਆਇਆ ਸੀ ਨਾ, ਉਹਦੇ ਕਰਕੇ ਹੁਣ ਤੁਹਾਨੂੰ ਪਤਾ ਇਹਨਾਂ ਦਾ ਫਿਊਚਰ ਤਾਂ ਹੈ ਨਹੀਂ ਕੋਈ ਵੀ, ਕਦੋਂ ਅਸਾਈਲਮ ਦਾ ਕੇਸ ਹੋਣਾ ਮਤਲਬ। ਫਿਊਚਰ ਵੀ ਨਹੀਂ ਹੈਗਾ ਤੇ ਭਾਜੀ ਇਹ ਅਸਾਈਲਮ ਆਫਿਸ ਵਾਲੇ ਨਾ ਅਪਰੂਵ ਵੀ ਨਹੀਂ ਕਰ ਸਕਦੇ ਜਿਹੜਾ C1D ਤੇ ਜਿਹੜਾ ਬੰਦਾ ਆਇਆ। ਤੇ ਤੁਹਾਨੂੰ ਪਤਾ ਨਹੀਂ ਆਪਣੀ ਕੀ ਗੱਲ ਹੈ, ਇਹਨੂੰ ਤੁਸੀਂ ਨਾ ਉਹਨਾਂ ਨੂੰ ਸਿੱਧੇ ਜਿਹੜਾ ਰੈਫਰਲ ਜੇ ਲੈ ਸਕਦੇ ਆ ਕਿ ਉਹਨਾਂ ਨੂੰ ਆਪ ਹੀ ਅਸਾਈਲਮ ਆਫਿਸ ਨੂੰ ਲਿਖ ਦਿਓ ਤੁਸੀਂ ਕਿ ਮੈਂ C1D ਤੇ ਆਇਆ ਸੀਗਾ ਤੇ ਆਈ ਨੋ ਕਿ ਤੁਹਾਡੀ ਪਾਲਿਸੀ ਇਹੀ ਹੈ ਜ਼ਿਆਦਾਤਰ, ਤੁਸੀਂ ਉੱਤੇ ਰੈਫਰ ਕਰਦੇ ਆ ਤੇ ਮੇਰਾ ਕੇਸ ਤੁਸੀਂ ਉੱਤੇ ਕੋਰਟ ਨੂੰ ਰੈਫਰ ਕਰ ਦਿਓ। ਇਹੀ ਤੁਹਾਡੇ ਲਈ ਬੈਸਟ ਜਿਹੜੀ ਚੀਜ਼ ਹੈਗੀ ਹੈ। ਨਹੀਂ, ਮੈਂ ਸੁਣਿਆ ਸੀ ਤਾਂ ਕਹਿੰਦੇ ਲੇਬਰ ਵੀਜ਼ਾ ਦੇ ਵਿੱਚ ਚੇਂਜ ਹੋਈ ਨਾ, ਉੱਤੇ ਮਤਲਬ ਜੇ ਅਸਾਈਲਮ ਤੋਂ ਹੋ ਸਕਦਾ ਸਰ ਇਹਦਾ ਲੇਬਰ ਵੀਜ਼ਾ ਦਾ? ਨਹੀਂ ਭਾਜੀ, ਉਹ ਨਾ ਦੇਖੋ ਕੀ ਹੁੰਦਾ, ਜਿਹੜਾ ਲੇਬਰ ਵੀਜ਼ਾ ਕੀ ਹੁੰਦਾ ਕਿ ਲੇਬਰ ਸਰਟੀਫਿਕੇਸ਼ਨ ਇੱਕ ਹੁੰਦੀ ਹੈ, ਏਮਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਜਿਹੜਾ ਸੀਗਾ, ਠੀਕ ਹੈ। ਸੋ ਪਹਿਲਾਂ ਦੱਸ ਦਈਏ ਕਿ ਜਿਹੜਾ ਏਮਪਲੋਇਮੈਂਟ ਬੇਸਡ ਆ ਨਾ, ਬਹੁਤ ਘੱਟ ਜਿਹੜੇ ਸਾਲਮ ਸੁਲਮ ਵਾਲੇ ਵਕੀਲ ਆ ਉਹ ਕਰਦੇ ਆ। ਸੋ ਆਪਾਂ ਸੈਨੋ ਜੇ ਸੀਗੇ ਸਿਲੀਕਨ ਵੈਲੀ ਚ ਆਪਣਾ 10-15 ਸਾਲ ਇਹੀ ਜਿਹੜੇ ਲੇਬਰ ਸਰਟੀਫਿਕੇਸ਼ਨ ਵਗੈਰਾ ਵਾਲੇ ਕੰਮ ਕੀਤੇ ਆ। ਇੰਡੀਅਨ ਜਿਹੜਾ ਬੰਦਾ ਹੈਗਾ ਉਹਨੂੰ ਲੇਬਰ ਸਰਟੀਫਿਕੇਸ਼ਨ ਦੇ ਬੇਸ ਤੇ ਜਿਹੜੇ ਵੀਜ਼ਾ ਦੀ ਬਹੁਤ ਜ਼ਿਆਦਾ ਰੈਟਰੋਗ੍ਰੈਸ਼ਨ ਜਿਹੜਾ ਹੈਗਾ 12-15 ਸਾਲ ਤੋਂ ਉੱਤੇ ਦਾ ਇੱਕ ਤਾਂ ਪ੍ਰੋਸੈਸ ਹੁੰਦਾ। ਤੇ ਦੂਸਰੀ ਗੱਲ ਇਹ ਹੈ ਕਿ ਤੁਹਾਡਾ ਚੱਕਰ ਇਹ ਹੈ ਕਿ ਤੁਸੀਂ ਹੁਣ ਉੱਤੇ ਚੇਂਜ ਨਹੀਂ ਹੋ ਸਕਦਾ ਉਹਦੇ ਤੇ, ਕਿਉਂਕਿ ਤੁਸੀਂ ਕੱਚੇ ਬਹੁਤ ਲੰਬੇ ਟਾਈਮ ਲਈ ਜਿਹੜੇ ਹੋ ਜਾਂਦੇ ਆ। ਪਹਿਲਾਂ ਤਾਂ 15 ਸਾਲ ਕਿੱਦਾਂ ਕੱਟੋਗੇ, ਅਸਾਈਲਮ ਟਿਕਿਆ ਹੋਣਾ ਚਾਹੀਦਾ। ਸੋ ਥਿਓਰੈਟੀਕਲੀ ਪੋਸੀਬਲ ਹੈਗਾ 15-18 ਸਾਲਾਂ ਚ, ਜੇ ਬਾਕੀ ਤੁਹਾਡਾ ਅਸਾਈਲਮ ਪੈਂਡਿੰਗ ਰਹਿੰਦਾ ਤੇ ਤੁਸੀਂ ਬਾਹਰ ਜਾ ਕੇ ਕੰਟਰੀ ਤੇ ਲੇਬਰ ਸਰਟੀਫਿਕੇਟ ਦੇ ਥਰੂ ਹੋ ਸਕਦੇ ਆ। ਪਰ ਆਪਾਂ ਗੱਲ ਕਰ ਰਹੇ ਹਾਂ 15 ਤੋਂ 18 ਸਾਲਾਂ ਦੀ। ਉਸ ਤੋਂ ਬਹੁਤ ਟਾਈਮ ਲੱਗਣਾ ਭਾਜੀ, 2 ਸਾਲ ਤਾਂ ਹੋ ਗਏ ਆਲਰੇਡੀ। ਹਾਂਜੀ। ਸੋ ਇਹ ਜਿੱਦਾਂ ਉਹਨਾਂ ਨੇ ਸਲਾਹ ਦਿੱਤੀ ਵੀ ਆਪ ਹੀ ਇਮੀਗ੍ਰੇਸ਼ਨ ਦੇ ਜਿਹੜੇ ਉਹਨਾਂ ਨੂੰ ਕਹਿ ਦੋ ਵੀ ਭਾਈ ਮੇਰਾ ਕੇਸ ਉੱਤੇ ਰੈਫਰ ਕਰ ਦੋ, ਫਿਰ ਅਦਾਲਤ ਦੇਖੇਗੀ। ਇੱਕ ਲੇਬਰ ਸਰਟੀਫਿਕੇਸ਼ਨ ਵਾਲਾ ਹੁਣ ਕੀ ਹੁੰਦਾ ਕਿ ਬਹੁਤ ਪੁਰਾਣੀ ਜਿਹੜੀ ਗੱਲ ਹੁੰਦੀ ਸੀ, ਉਦੋਂ ਨਾ ਨੰਬਰ ਇੰਨੇ ਬੈਕਲੌਗ ਨਹੀਂ ਹੁੰਦੇ ਸੀਗੇ 1990s ਦੇ ਵਿੱਚ। ਠੀਕ ਹੈ। ਉਦੋਂ ਕਹਿੰਦੇ ਰੈਸਟੋਰੈਂਟ ਵਾਲੇ ਕੇਸ ਉੱਚ ਕਰਾ ਕੇ ਪੱਕੇ ਹੋਏ। ਸੋ ਲੋਕਾਂ ਦੇ ਨਾ ਕਈ ਕਮਿਊਨਿਟੀ ਚ ਫਸਿਆ ਹੋਣ ਦੇ ਦਿਮਾਗ ਚ ਪਤਾ ਨਹੀਂ ਏਦਾਂ ਵੀ ਕੋਈ ਹੋ ਜਾਂਦਾ, ਮਾਲਕ ਵੀ ਜਿਹੜੇ ਕਰਾ ਦਿੰਦੇ ਆ। ਤਾਂ ਦੇਖੋ ਜੀ, ਸਿੱਧੀ ਗੱਲ ਆ, ਜਿਹੜਾ ਈਵਨ ਇੰਜੀਨੀਅਰ ਆਂਦਾ, ਮੈਂ ਖੁਦ ਜਦੋਂ ਐਜ਼ ਅ ਲਾਇਰ ਆਇਆ ਸੀਗਾ ਤੇ ਮੇਰਾ 2018 ਦੇ ਵਿੱਚ ਜਾ ਕੇ ਜਿਹੜਾ ਗ੍ਰੀਨ ਕਾਰਡ ਜਿਹੜਾ ਆਇਆ ਸੀਗਾ, ਤੇ ਹੁਣ ਤੇ ਚਲੋ ਹੋਰ ਵੀ 2007 ਤੋਂ 2018 ਤੱਕ ਜਿਹੜਾ ਸਫ਼ਰ ਸੀਗਾ, ਤੇ ਹੁਣ ਇਹ ਸਫ਼ਰ ਲੋਕਾਂ ਦਾ ਹੋਰ ਵੀ ਜਿਹੜਾ ਲੰਬਾ ਹੋ ਚੁੱਕਾ। ਇੰਜੀਨੀਅਰਸ ਵਗੈਰਾ ਸਾਰੇ ਉਹਨਾਂ ਨੂੰ ਕਈ ਸਾਲ ਜਿਹੜੇ 15-15 ਸਾਲ ਜਿਹੜੀ ਵੇਟ ਕਰਨੀ ਪੈਂਦੀ ਆ। ਸੋ ਤੁਸੀਂ ਆਪ ਜਿਹੜਾ ਮੈਥ ਐਡ ਕਰਕੇ ਦੇਖੋ ਕਿ ਜੇ ਪੱਕੇ ਬੰਦੇ ਨੂੰ H1 H1 ਵੀਜ਼ਿਆਂ ਤੇ ਉਹੀ ਬੰਦੇ ਦੇ 15 ਸਾਲ ਘੇਸ ਜਾਂਦਾ, ਤਾਂ ਜਿਹੜਾ ਕੱਚਾ ਬੰਦਾ ਓਬਵੀਅਸਲੀ ਉਹਨੂੰ ਵੀ ਤਾਂ ਸੇਮ ਚੀਜ਼ ਜਿਹੜਾ ਕਰਨਾ ਪੈਣਾ ਨਾ। ਤੇ ਇਹ ਜਿਹੜਾ ਲੋਕੀ ਕੀ ਕਰਦੇ ਆ ਕਿ ਕਈ ਵਾਰੀ ਨਾ ਉਹ ਤੁਹਾਡਾ ਲੇਬਰ ਸਰਟੀਫਿਕੇਸ਼ਨ ਵਗੈਰਾ ਅਪਰੂਵ ਕਰਕੇ I-140 ਵਗੈਰਾ ਅਪਰੂਵ ਕਰਾ ਦਿੰਦੇ ਆ, ਤੇ ਵਕੀਲ ਵਕੂਲ ਉਹਦੇ ਵਿੱਚ ਪੈਸੇ ਵੀ ਲੈ ਲੈਂਦੇ ਆ। ਤੇ ਅਲਟੀਮੇਟਲੀ ਉਹ ਵਕੀਲਾਂ ਨੂੰ ਵੀ ਪਤਾ ਕਿ ਬਹੁਤ ਲੰਬਾ ਜਿਹੜਾ ਰਾਹ, ਗੱਲ ਕਿਤੇ ਜਾਣੀ ਨਹੀਂ। ਤੇ ਜਦੋਂ ਉਹਨੇ ਤੁਹਾਨੂੰ ਕਰਾ ਦੇਣਾ ਤੇ ਫਿਰ ਉਹਨੇ ਕਹਿਣਾ ਲੈ ਤੇਰਾ ਕਰਾਤਾ ਸੀਗਾ, ਪਰ ਇਸ ਤੋਂ ਅੱਗੇ ਕੁਝ ਨਹੀਂ ਹੋ ਸਕਦਾ, ਹੁਣ ਤੈਨੂੰ ਵੇਟ ਕਰਨੀ ਪੈਣੀ ਹੈ। ਸੋ ਇਹ ਚੀਜ਼ ਹੈ ਕਿ ਲੇਬਰ ਲੂਬਰ ਸਰਟੀਫਿਕੇਸ਼ਨ ਦੇ ਚੱਕਰਾਂ 'ਚ ਨਾ ਫਸਿਓ। ਤੇ ਇਹ ਬਹੁਤ ਲੰਬੀਆਂ ਜਿਹੜੀਆਂ ਵੇਟਸ ਜੇ ਹੈਗੀਆਂ, ਅਨਲੈਸ ਤੁਸੀਂ ਉਸ ਮਾਲਕ ਨਾਲ 18 ਸਾਲ ਬਾਅਦ ਵੀ ਗ੍ਰੀਨ ਕਾਰਡ ਤੱਕ ਕੰਮ ਕਰੋਗੇ, ਲਟਕੋਗੇ, ਕੰਮ ਕਰਨਾ ਚਾਹੁੰਦੇ ਆ, ਨਹੀਂ ਤਾਂ ਜ਼ਿਆਦਾਤਰ ਗੱਲ ਕਿਸੇ ਪਾਸੇ ਲੱਗਣੀ ਨਹੀਂ। ਠੀਕ ਹੈ ਜੀ। ਹਾਂਜੀ, ਅਗਲੇ ਕਾਲਰ ਨੇ ਰੌਣਕ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ ਰੌਣਕ ਜੀ? ਹਾਂਜੀ, ਮੈਂ ਸਿਟੀਜ਼ਨ ਹਾਂ ਜੀ, ਤੇ ਮੈਂ ਆਪਣੇ ਫਾਦਰ ਸਾਹਿਬ ਲਈ ਨਾ I-130 ਪਟੀਸ਼ਨ ਫਾਈਲ ਕਰਨੀ ਆ। ਠੀਕ ਹੈ ਤੇ ਜੀ। ਉਹਨਾਂ ਦਾ ਜਿਹੜਾ ਮੇਰੇ ਡਾਕੂਮੈਂਟ ਦੇ ਵਿੱਚ ਸਰਨੇਮ ਹੈਗਾ, ਨਾਮ ਦੇ ਲੱਗਿਆ ਹੋਇਆ, ਉਹਨਾਂ ਦੇ ਖੁਦ ਦੇ ਡਾਕੂਮੈਂਟਸ ਆ, ਉਹਨਾਂ 'ਚ ਹੈ ਨਹੀਂ ਗਾ, ਪਾਸਪੋਰਟ ਦੇ ਉੱਤੇ ਵੀ ਹੈ ਨਹੀਂ ਗਾ, ਤੇ ਉਹਨਾਂ ਨੇ ਕਦੇ ਨਾਮ ਨਹੀਂ ਚੇਂਜ ਕਰਵਾਇਆ ਹੈਗਾ। ਆਪਾਂ ਜਸਟੀਫਾਈ ਕਿਵੇਂ ਕਰ ਸਕਦੇ ਹਾਂ ਇਹਨੂੰ? ਨਾਮ ਦੱਸੋ ਮਾੜਾ ਜਿਹਾ, ਕੀ ਕਿੱਦਾਂ ਕਰ ਰਹੇ ਤੁਸੀਂ? ਕਿਹੜਾ ਤੁਹਾਡੇ 'ਚ ਕੀ ਲਿਖਿਆ, ਉਹਨਾਂ ਦੇ 'ਚ ਕੀ ਲਿਖਿਆ? ਜੇਕਰ ਮੇਰੇ ਵਾਲੇ ਨਾਲ ਲਿਖਿਆ ABC ਸਿੰਘ
ਸਰਨੇਮ ਉਹਨਾਂ ਦੇ ਜਿਹੜੀ ਇਕੱਲਾ ABC ਸਿੰਘ ਲਿਖਿਆ ਹੈ, ਜਿਹੜਾ ਪਿੱਛੇ ਸਰਨੇਮ ਆ ਉਹ ਨਹੀਂ ਹੈਗਾ ਉਹਨਾਂ ਦੇ ਡਾਕੂਮੈਂਟ ਵਿੱਚ। ਪਰ ਮੇਰੇ ਡਾਕੂਮੈਂਟ ਸਾਰੇ ਇਹਦੇ ਵਿੱਚ ਨਹੀਂ ਤੁਹਾਨੂੰ ਪ੍ਰੋਬਲਮ ਆਣੀ। ਤੁਸੀਂ ਆਲ ਅਦਰ ਨੇਮਸ ਯੂਜ਼ਡ ਹੁੰਦਾ ਜਿਹੜਾ ਨਾ, ਉਹ 'ਚ ਸਾਰੇ ਨਾਮ ਜਿਹੜੇ ਮੈਂਸ਼ਨ ਕਰ ਦਿਓ। ਤੇ ਇਹ ਤਾਂ ਸਿੰਪਲ ਜਿਹਾ ਇਹੀ ਹੈ ਕਿ ਜਿਹੜਾ ਹੁਣ ਇੰਡੀਆ ਵਾਲਾ ਪਾਸਪੋਰਟ ਹੁੰਦਾ ਉਹਦੇ ਵਿੱਚ ਉਹ ਸਰਨੇਮ ਕਈ ਵਾਰੀ ਸੈਪਰੇਟ ਨਹੀਂ ਕਰਦੇ, ਬੜੀ ਕਾਮਨ ਜੀ ਜਿਹੜੀ ਪ੍ਰੋਬਲਮ ਆ। ਤੇ ਬਸ ਤੁਸੀਂ ਆਲ ਅਦਰ ਨੇਮਸ ਯੂਜ਼ ਆਪਣੀ ਐਪਲੀਕੇਸ਼ਨ 'ਚ ਵੀ, ਜਦੋਂ ਫਾਦਰ ਸਾਹਿਬ ਤੁਹਾਡੇ ਉੱਧਰ ਵੀ ਭਰੂਗੇ ਉਹ ਵੀ ਆਪਣੀ ਐਪਲੀਕੇਸ਼ਨ ਡਿਸਕਲੋਜ਼ ਕਰਦੇ ਨੇ। ਇਹ ਚੀਜ਼ ਦੇ ਵਿੱਚ ਨਹੀਂ ਪੰਗਾ ਪੈਂਦਾ। ਨਹੀਂ, ਉਹਨੇ ਪਾਸਪੋਰਟ ਦੇ ਵਿੱਚ ਸਰਨੇਮ ਹੈਗਾ ਹੀ ਨਹੀਂ। ਤੇ ਦੂਜੇ ਜਦੋਂ ਮੈਂ ਫਾਈਲ ਫਿਲ ਕਰਦਾ ਮੈਂ ਉਹਦੇ 'ਚ ਨਾ ਫਿਰ ਪ੍ਰੂਫ ਮੰਗਦੇ ਆ ਐਂਡ ਤੇ ਜਾ ਕੇ, ਜਦੋਂ ਕਹਿੰਦੇ ਵੀ ਹਾਂ ਕੋਈ ਡਾਕੂਮੈਂਟ ਸਬਮਿਟ ਕਰਵਾਓ ਜਿਹਦੇ ਵਿੱਚ ਲੀਗੈਲਿਟੀ ਹੋਵੇ ਵੀ ਤੁਹਾਡੇ ਫਾਦਰ ਸਾਹਿਬ ਨੇ ਕਦੇ ਨੇਮ ਚੇਂਜ ਕੀਤਾ ਵਾ, ਉੱਥੇ ਵਕੀਲ ਲਿਖੀਏ। ਨਹੀਂ, ਏਦਾਂ ਦਾ ਕੋਈ ਵੀ ਨਹੀਂ ਉਹ ਲੀਗੈਲਿਟੀ ਮੰਨਦੇ। ਤੁਸੀਂ ਉਹਦੇ ਵਿੱਚ 2 ਐਫੀਡੇਵਿਟ ਜਿਹੜੇ ਉਹ ਲਗਾ ਸਕਦੇ ਆ, ਵਨ ਐਂਡ ਦਾ ਸੇਮ ਪਰਸਨ ਦੇ, ਕਿ ਜਿਹੜਾ ਕੋਈ ਤੁਹਾਡੇ ਫਾਦਰ ਦੀ ਉਮਰ ਤੋਂ ਵੱਡਾ ਬੰਦਾ ਸੀਗਾ ਸੇਮ ਪਿੰਡ ਦਾ, ਉਹ ਆਪਣਾ ਪੂਰਾ ਲਿਖ ਸਕਦਾ ਕਿ ਮੈਂ ਇਸ ਪਿੰਡ ਦਾ ਰਹਿਣ ਵਾਲਾ, ਫਾਦਰ ਵੀ ਜਿਹੜੇ ਇਸੇ ਪਿੰਡ ਦੇ ਆ, ਮੈਂ ਇਹਦੇ ਘਰਦਿਆਂ ਨੂੰ ਵੀ ਜਾਣਦਾ ਸੀਗਾ ਤੇ ਮੈਨੂੰ ਪਤਾ ਗਰੋ ਅਪ ਹੁੰਦੇ ਦੇਖਿਆ ਕਿ ਇਹ ਨਾਮ ਤੇ ਇਹ ਨਾਮ ਦੋਨੋਂ ਸੇਮ ਹੀ ਹੈ, ਵਨ ਐਂਡ ਦਾ ਸੇਮ ਪਰਸਨ ਆ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਸ ਵਿੱਚ ਮੈਂ ਇੱਕ ਆਪਣੀ ਪਰਸਨਲ ਜਿਹੜੀ ਦੱਸ ਦਿੰਦਾ ਆ ਵੀ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਲਾਸਟ ਨੇਮ ਦੇ ਵਿੱਚ ਲਿਖਦੇ ਨਹੀਂ ਸੀ ਹੁੰਦੇ। ਜਿੱਦਾਂ ਮੈਂ ਰਾਜਕਨਵੀਰ ਸਿੰਘ ਦਾ ਲਾਸਟ ਨੇਮ 'ਚ ਸਿੰਘ ਲਿਖਣਾ ਸੀ, ਇੰਡੀਆ ਦੇ ਪਾਸਪੋਰਟ ਵਾਲਿਆਂ ਨੇ ਉਧਰ ਲਿਖਿਆ ਨਹੀਂ। ਫਿਰ ਇੱਥੇ ਕਰਨ ਦੇ ਲਈ ਦੁਬਾਰਾ ਇੱਕ ਜਦੋਂ ਕਰਨਾ ਪਿਆ ਸੀਗਾ ਤੇ ਉਦੋਂ ਉਹਨਾਂ ਨੂੰ ਕਰਨਾ ਪਿਆ ਵੀ ਭਾਈ ਆ ਮੇਰਾ ਨਾਂ ਆ ਸੀਗਾ, ਹੁਣ ਵੀ ਆ ਲਾਸਟ ਨੇਮ ਚੱਕ ਕੇ ਇਹਨੂੰ ਲਾਸਟ ਨੇਮ 'ਚ ਜਿਹੜਾ ਉਹ ਸਰ ਨੇਮ ਦੇ ਵਿੱਚ ਪਾ ਦਿੱਤਾ ਜਾਵੇ। ਸੋ ਇੱਦਾਂ ਬਾਅਦ ਦੇ ਵਿੱਚ ਉਹ ਚੇਂਜ ਕਰ ਦਿੰਦੇ, ਪਰ ਉਹ ਬੇਸਿਕਲੀ ਇੱਕ ਲੰਬਾ ਪ੍ਰੋਸੈਸ ਆ। ਪਰ ਜਿੱਦਾਂ ਇਹ ਇਹਨਾਂ ਨੇ ਦੱਸਿਆ ਵੀ ਉਹ ਤੁਹਾਡੇ ਲਈ ਥੋੜਾ ਈਜ਼ੀ ਰਹੂਗਾ ਵੀ ਐਫੀਡੇਵਿਟ ਉਹਨਾਂ ਦੇ ਪਿੰਡ ਵਾਲਿਆਂ ਦਾ, ਉਹਨਾਂ ਤੋਂ ਵੱਡੇ ਦਾ, ਕਿਸੇ ਬਜ਼ੁਰਗ ਦਾ ਦੁੱਖ ਜਿਹੜੇ ਉਹ ਤੁਸੀਂ ਲਾ ਦਿਓ। ਹਾਂਜੀ, ਪਰਮਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਪੁੱਛਣਾ ਸੀਗਾ ਨਾ ਵੀ ਮੇਰੇ ਬ੍ਰਦਰ ਨੇ ਨਾ 2012 ਦੇ ਵਿੱਚ $2.5 ਲੱਖ ਭੇਜਿਆ ਸੀ ਇੰਡੀਆ ਤੋਂ ਸਬਵੇ ਲੈਣ ਵਾਸਤੇ। ਤੋਂ ਸਾਡਾ ਬਿਜ਼ਨਸ ਬਣਿਆ ਨਹੀਂ, ਉਹਨਾਂ ਨੇ ਉਹ ਘਰਾਂ 'ਚ ਇਨਵੈਸਟ ਕਰਤਾ। ਹੁਣ ਉਹ ਘਰਾਂ ਦੀ ਵੈਲਿਊ ਵੱਧ ਕੇ ਆਲਮੋਸਟ 10 ਲੱਖ ਤੋਂ ਉੱਪਰ ਹੋ ਗਈ। ਤੇ ਜੇ ਅਸੀਂ ਉਹ ਪ੍ਰੋਪਰ ਪੈਸੇ ਨੂੰ ਕਿਸੇ ਤਰੀਕੇ ਯੂਜ਼ ਕਰ ਸਕਦੇ, ਕਿਉਂਕਿ ਆਲਰੇਡੀ ਉਹਨਾਂ ਦਾ ਨਾਮ ਹੈਗਾ ਵਿੱਚ ਘਰਾਂ 'ਚ ਜੀ, ਬਿਜ਼ਨਸ ਲਈ ਯੂਜ਼ ਕਰ ਸਕਦੇ ਹਾਂ ਅਸੀਂ। ਨਹੀਂ, ਹੁਣ ਦੇਖੋ ਲੀਗਲੀ ਮੈਨੂੰ ਹੁਣ ਪਤਾ ਨਹੀਂ ਸਵਾਲ ਦਾ ਮਕਸਦ ਕਿੱਧਰਲੇ ਪਾਸੇ ਨੂੰ ਆ। ਤੁਸੀਂ ਆਪਣਾ ਗ੍ਰੀਨ ਕਾਰਡ ਦੀ ਗੱਲ ਕਰਦੇ ਜਿਹੜਾ EB5 ਉਹਦੀ ਗੱਲ ਕਰਦੇ ਆ? ਤੁਸੀਂ ਕਹਿ ਰਹੇ ਕਿ ਜਿਹੜਾ ਮੇਰਾ ਨੈਫਿਊ ਵੀ ਕੈਨੇਡਾ 'ਚ ਹੈਗਾ, ਜੋ ਇੱਥੇ ਅਮਰੀਕਾ, ਕਿਉਂਕਿ ਮੈਨੂੰ ਹੈਲਪ ਚਾਹੀਦੀ ਉਹਨਾਂ ਦੀ, ਇੱਥੇ ਆ ਜਾਣ ਵੀ ਕੋਈ ਆਪਦੇ ਇਨਵੈਸਟਮੈਂਟ ਪ੍ਰੋਪਰਟੀ ਉਹਨਾਂ ਦੀ ਲਈ ਹੋਈ ਹੈ, ਘਰ ਲਏ ਹੋਏ ਆਲਰੇਡੀ 2, ਵੀ ਜੋ ਉਹਨੂੰ ਬਿਜ਼ਨਸ 'ਚ ਕਨਵਰਟ ਕਰ ਸਕਦੇ ਜਾਂ ਕੀ ਕਰ ਸਕਦੇ ਆ, ਜਾਂ ਉਹ ਉਸ ਪੈਸੇ ਨੂੰ ਸ਼ੋ ਕਰ ਸਕਦੇ। ਪਹਿਲੀ ਗੱਲ ਤਾਂ E2 ਬਿਜ਼ਨਸ ਵਗੈਰਾ ਜਿਹੜਾ ਉਹ ਇੰਡੀਅਨ ਬੰਦੇ ਲਈ ਨਹੀਂ ਹੈਗਾ। E2 ਜੇ ਵੀਜ਼ੇ ਦੀ ਗੱਲ ਕਰਦੇ ਆ, ਉਹ ਕੈਨੇਡਾ ਦੇ ਸਿਟੀਜ਼ਨ ਨੇ ਤੁਹਾਡੇ ਜਿਹੜੇ? ਨਹੀਂ, ਸਟੂਡੈਂਟ ਹੈ। ਨਹੀਂ, ਫਿਰ ਨਹੀਂ ਜੀ ਉਹਨਾਂ ਲਈ ਨਹੀਂ। ਹਾਂ, ਫਿਰ ਉਹ ਸਟੂਡੈਂਟ ਨੇ ਤਾਂ ਤੁਹਾਨੂੰ ਜਿੱਦਾਂ ਦੱਸਿਆ ਕਿ 8 ਲੱਖ ਜਾਂ ਮਿਲੀਅਨ 50,000 ਦੀ ਇਨਵੈਸਟਮੈਂਟ ਜਿਹੜੀ ਚਾਹੀਦੀ ਹੈ। ਤੇ ਹੁਣ ਜੇ ਉਹਨਾਂ ਦੇ ਘਰਾਂ ਦੀ ਵੈਲਿਊ ਜੇ ਵੱਧ ਗਈ ਆ ਤੇ ਉਹਨੂੰ ਤੁਸੀਂ ਜਦੋਂ ਵੇਚਦੇ ਆ, ਠੀਕ ਆ, ਪਹਿਲਾਂ ਤਾਂ ਤੁਹਾਨੂੰ ਇਹ ਸ਼ੋਅ ਕਰਨਾ ਪੈਣਾ ਜਿਹੜਾ 2.5 ਲੱਖ ਭੇਜਿਆ ਸੀਗਾ ਉਹ ਲੀਗਲ ਸੀਗਾ, ਉਹ 2 ਨੰਬਰ 'ਚ ਨਹੀਂ ਸੀਗਾ। ਉਹ ਸਾਰਾ ਟੈਕਸ ਟੂਕਸ ਉਹਦੇ ਸਾਰੇ ਜੇ ਉਹ 2.5 ਲੱਖ ਪ੍ਰੂਵ ਕਰ ਦਿੰਦੇ ਆ, ਸੋ ਸਾਨੂੰ ਇਹ ਪਤਾ ਲੱਗ ਜਾਂਦਾ ਉਤੋਂ ਕਿ ਜਿਹੜਾ ਇਨੀਸ਼ੀਅਲ ਮਨੀ ਸੀਗਾ ਉਹ ਲੀਗਲ ਸੀਗਾ। ਉਸ ਤੋਂ ਬਾਅਦ ਤੁਸੀਂ ਹੁਣ ਜਿਹੜੀ ਆਹ ਮਿਲੀਅਨ ਸਮਥਿੰਗ ਦਾ ਤੁਸੀਂ ਕਹਿੰਦੇ ਹੋ ਗਿਆ, ਇਹਨੂੰ ਤੁਸੀਂ ਵੇਚ ਦੋ ਜਦੋਂ, ਤੇ ਉਹ ਜਿਹੜੇ ਪੈਸੇ ਨਾਲ ਤੁਸੀਂ ਇੱਕ ਕੰਪਨੀ 'ਚ ਜਦੋਂ ਇਨਵੈਸਟ ਕਰਦੇ ਆ, ਜੌਬ ਕ੍ਰੀਏਟ ਕਰੋਗੇ, ਤਾਂ ਉਹਦੇ ਬੇਸ ਤੇ EB5 ਜਿਹੜਾ ਉਹ ਫਾਈਲ ਕਰ ਸਕਦਾ ਬੰਦਾ। ਠੀਕ ਹੈ ਜੀ, ਤਾਂ ਮਤਲਬ ਯੂਜ਼ ਕੀਤਾ ਜਾ ਸਕਦਾ ਬਸ਼ਰਤੇ ਜਿਹੜੀ ਇਨੀਸ਼ੀਅਲ ਇਨਵੈਸਟਮੈਂਟ ਸੀ ਉਹ ਤੁਸੀਂ ਪ੍ਰੂਵ ਕਰ ਸਕੋ ਵੀ ਉਹ ਬਿਲਕੁਲ ਸਹੀ ਸੀ, ਵਾਈਟ ਸੀ, ਉਹ ਕਿੱਥੋਂ ਆਏ ਸੀ, ਉਹ ਜਿਹੜੀ ਮਨੀ ਉਹ ਤੁਸੀਂ ਪੇਸ਼ ਕਰਨੀ ਹੈ ਜੀ। ਅਗਲੇ ਕਾਲਰ ਆਪਣੇ ਨਾਲ ਨੇ ਅਮਰਤਪਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਵੀ ਜਿੱਤੀ ਕਰੀਏ ਤੇ ਮੈਂ ਭਾਜੀ 2016 ਚ ਇੱਥੇ USA ਆਇਆ ਸੀਗਾ ਜੀ, ਤੇ ਮੇਰੀ 2024 ਚ 9 ਜਨਵਰੀ ਦੀ ਮੇਰੀ ਫਾਈਨਲ ਤਰੀਕ ਸੀਗੀ। ਤੇ ਆਨਲਾਈਨ ਮੈਂ ਜੱਜ ਦੇ ਸਾਹਿਬ ਦੇ ਬੈਠੇ ਤੇ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਮੈਨੂੰ ਚੱਕ ਕੇ ਮੇਰੀ 12 ਫਰਵਰੀ ਤਰੀਕ ਪਾਤੀ ਦੁਬਾਰਾ ਜੀ 2024 ਤੇ। 2024 ਚ ਫਿਰ ਮੈਂ ਸੈਨ ਫਰਾਂਸਿਸਕੋ ਗਿਆ, ਉੱਥੇ ਜੱਜ ਸਾਹਿਬ ਬੈਠੇ, ਸਰਕਾਰੀ ਵਕੀਲ ਵੀ ਬੈਠਿਆ, ਤੇ ਉਹਨਾਂ ਨੇ ਉਦੋਂ ਵੀ ਮੇਰੇ ਤੋਂ ਕੋਈ ਕੁਐਸਚਨ ਨਹੀਂ ਪੁੱਛਿਆ, ਕੋਈ ਸਵਾਲ ਜਵਾਬ ਨਹੀਂ ਕੀਤਾ। ਤੇ ਮੇਰੇ ਵਕੀਲ ਨਾਲੇ ਗੱਲਬਾਤ ਹੋਈ ਇੰਗਲਿਸ਼ ਦੇ ਵਿੱਚ, ਮੈਂ ਹੈਗਾ ਜੀ ਅਨਪੜ੍ਹ ਬੰਦਾ। ਤੇ ਉਦੋਂ ਬਾਅਦ 12 ਫਰਵਰੀ ਨੂੰ ਫਿਰ ਉਹਨਾਂ ਨੇ ਪਾਰਟੀ ਮੇਰੀ ਤਰੀਕ 30 ਮਈ ਜੀ। 30 ਮਈ ਨੂੰ ਮੈਂ ਤਿਆਰੀ ਕੀਤੀ, ਵਕੀਲ ਨੇ ਤਿਆਰੀ ਕਰਵਾਈ, ਤੇ 16 ਮਈ ਨੂੰ ਮੇਰਾ ਕੇਸ ਕਹਿੰਦੇ ਵੀ ਹੁਣ ਤੁਹਾਡਾ ਕੇਸ ਚੱਲ ਗਿਆ ਇਮੀਗ੍ਰੇਸ਼ਨ ਕੋਲੇ ਵਾਪਸ। ਮਤਲਬ PD ਦੇਤੀ ਤੁਹਾਨੂੰ? ਨਹੀਂ ਜੀ, ਮੈਨੂੰ ਨਹੀਂ ਪਤਾ ਇਹਦੀ ਕੀ ਦੱਸਿਆ ਕੀ ਨਹੀਂ ਦਿੱਤਾ, ਨਾ ਮੈਨੂੰ ਕੁਛ ਵਕੀਲ ਨੇ ਦੱਸਿਆ ਜੀ।
ਉਹ ਹੁਣ ਮੇਰਾ ਵਕੀਲ ਨੇ ਮੈਨੂੰ ਇਹੀ ਦੱਸਿਆ, ਕਹਿੰਦਾ ਵੀ ਤੇਰਾ ਕੇਸ ਵਾਪਸ ਇਮੀਗ੍ਰੇਸ਼ਨ ਕੋਲੇ ਚੱਲ ਗਿਆ। ਇਮੀਗ੍ਰੇਸ਼ਨ ਤੋਂ ਮੇਰੇ ਫਿੰਗਰ ਆਏ ਤੇ 3 ਕੁ ਮਹੀਨੇ ਹੋ ਗਏ, ਹੁਣ ਮੇਰੇ ਫਿੰਗਰ ਵੀ ਹੋ ਗਏ। ਉਦੋਂ ਬਾਅਦ ਹੁਣ ਮੇਰਾ ਜੀ ਕੋਈ ਨਹੀਂ ਪਤਾ ਲੱਗਿਆ ਵੀ ਕੀ ਬਣਨਾ ਚਾਹੀਦਾ। ਮੈਂ ਉਹਦੇ ਬਾਰੇ ਪੁੱਛਣਾ ਸੀਗਾ ਜੀ। ਅੱਛਾ, ਸੋ ਭਾਜੀ ਜੋ ਤੁਸੀਂ ਦੱਸ ਰਹੇ ਹਨਾ, ਹੁਣ ਮੈਂ ਓਬਵੀਅਸਲੀ ਬਿਨਾਂ ਦੇਖੇ ਤਾਂ ਕੁਛ ਕਹਿ ਨਹੀਂ ਸਕਦਾ ਕਿ ਕੀ ਚੱਲਦਾ ਕੀ ਨਹੀਂ ਚੱਲਦਾ ਪਿਆ, ਪਰ ਜਿੱਦਾਂ ਤੁਸੀਂ ਗੱਲ ਦੱਸ ਰਹੇ ਹੋ ਤੋਂ ਇਹ ਪਤਾ ਲੱਗ ਰਿਹਾ ਕਿ ਪਹਿਲਾਂ ਤਾਂ ਤੁਹਾਡੀਆਂ ਤਰੀਕਾਂ ਉਹਨਾਂ ਨੇ ਕਿਸੇ ਕਾਰਨ ਉਹ ਅੱਗੇ ਤੋਂ ਅੱਗੇ ਪੋਸਟਪੋਨ ਕਰਦੇ ਰਹੇ ਜੀ। ਉਹ ਮੈਨੂੰ ਨਹੀਂ ਪਤਾ ਕੀ ਕਾਰਨ, ਕੋਰਟ ਵੱਲੋਂ ਕੋਈ ਪ੍ਰੋਬਲਮ ਸੀਗੀ ਕਿ ਤੁਹਾਡੇ ਪੇਪਰਾਂ ਦੇ ਵਿੱਚ ਕੋਈ ਕਮੀ ਪੇਸ਼ੀ ਸੀਗੀ ਤੇ ਸਰਕਾਰੀ ਵਕੀਲ ਨਹੀਂ ਆ ਸਕਦਾ ਹੈਗਾ, ਜਾਂ ਕੋਈ ਹੋਰ ਬਹਿਸ ਲੱਗੀ ਹੋਈ ਸੀ ਉਦਣ। ਤੇ ਇਹ ਚੀਜ਼ ਚਲੋ ਨਾਰਮਲ ਵੀ ਕਈ ਵਾਰੀ ਹੁੰਦੀ ਆ ਕਿ ਤਰੀਕ ਜਿਹੜੀ ਅੱਗੇ ਤੋਂ ਅੱਗੇ ਕਰਦੇ ਰਹਿੰਦੇ ਆ। ਉਹ ਤੁਸੀਂ ਆਪਣੇ ਵਕੀਲ ਨੂੰ ਪੁੱਛ ਸਕਦੇ ਆ ਕਿ ਇਦਾਂ ਕਿਉਂ ਹੋਇਆ ਸੀਗਾ, ਉਹ ਤੁਹਾਨੂੰ ਦੱਸ ਦਊਗਾ। ਤੇ ਜਿਹੜੀ ਗੱਲ ਹੁਣ ਰਹੀ ਆਪਣੀ ਕਿ ਉਹਨਾਂ ਨੇ, ਤੁਸੀਂ ਕਹਿੰਦੇ ਆ ਕਿ ਇਮੀਗ੍ਰੇਸ਼ਨ ਦੇ ਵਿੱਚ ਥੱਲੇ ਵਾਪਸ ਭੇਜਤਾ, ਉਹ ਤਾਂ ਐਂ ਸੁਣਨ ਨੂੰ ਲੱਗਦਾ ਕਿ ਤੁਹਾਨੂੰ ਪੀਡੀ ਦੇ ਦਿੱਤੀ ਆ, ਕੇਸ ਤੁਹਾਡਾ ਡਿਸਮਿਸ ਕਰਤਾ ਤੇ ਉਹ ਕਹਿੰਦੇ ਆ ਕਿ ਹੁਣ ਅਸਾਈਲਮ ਆਫਿਸ ਜਿਹੜਾ ਹੁੰਦਾ USCIS ਉੱਥੇ ਜਾ ਕੇ ਆਪਣਾ ਕੇਸ ਲੜ। ਤੇ ਮੈਨੂੰ ਤੁਹਾਡੇ ਕੇਸ 'ਚ ਇਹ ਗੱਲ ਸਮਝ ਆ ਰਹੀ ਹੈ, ਬਾਕੀ ਤੁਸੀਂ ਆਪਣੇ ਵਕੀਲ ਨੂੰ ਇੱਕ ਵਾਰੀ ਡਿਟੇਲ 'ਚ ਪੁੱਛੋ। ਤੇ ਜਿੱਦਾਂ ਤੁਸੀਂ ਦੱਸ ਰਹੇ ਆ ਕਿ ਫਿਰ ਤੁਸੀਂ ਦੁਬਾਰਾ ਲਾਤਾ, ਫਿੰਗਰਪ੍ਰਿੰਟ ਆ ਗਏ, ਤੋਂ ਐਂ ਲੱਗ ਰਿਹਾ ਕਿ ਤੁਹਾਡਾ ਅਸਾਈਲਮ ਆਫਿਸ 'ਚ ਹੁਣ ਕੇਸ ਇਸ ਵੇਲੇ ਲੱਗਾ ਹੋਇਆ ਤੇ ਉੱਥੇ ਤੁਹਾਨੂੰ ਥੋੜਾ ਜਿਹਾ ਟਾਈਮ ਜਿਹੜਾ ਲੱਗ ਜਾਂਦਾ। ਜੇ ਤੁਸੀਂ ਉੱਥੇ ਤਰੀਕ ਛੇਤੀ ਲੈ ਕੇ ਆਉਣਾ ਚਾਹੁੰਦੇ ਆ ਤੇ ਤੁਹਾਨੂੰ ਉਹਨਾਂ ਤੇ ਜਿਹੜਾ 3 ਸਾਲ ਜਦੋਂ ਹੋ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਮੁਕੱਦਮਾ ਉਹਨਾਂ ਤੇ ਕਰ ਸਕਦੇ ਆ ਕਿ ਮੇਰਾ ਕੇਸ ਜਿਹੜਾ ਛੇਤੀ ਕਰੋ, ਤਰੀਕ ਮੈਨੂੰ ਦਿਓ। ਜੀ ਠੀਕ ਹੈ ਪਰ ਜੀ ਮੈਨੂੰ ਦੋਨੇ ਵਾਰੀ ਜੀ ਮੈਂ ਵਕੀਲ ਵੀ ਬੈਠੇ ਸਰਕਾਰੀ, ਪਰ ਮੈਨੂੰ ਉਹਨਾਂ ਨੇ ਕੋਈ ਸਵਾਲ ਜਵਾਬ ਨਹੀਂ ਪੁੱਛਿਆ ਜੀ, ਕੁਛ ਵੀ ਨਹੀਂ। ਹਾਂਜੀ, ਉਹ ਤਾਂ ਦੇਖੋ ਜਿਹੜਾ ਵਕੀਲ ਹੁੰਦਾ ਨਾ, ਕਈ ਵਾਰੀ ਜਿਹੜਾ ਜੱਜ ਹੁੰਦਾ ਉਹ ਗੱਲ ਕਰਦਾ ਕਿ ਮੈਂ ਪ੍ਰੀਲਿਮਿਨਰੀ ਜਿਹੜੇ ਕਹਿੰਦੇ ਆ ਕਿ ਪਹਿਲੀ ਦੀ ਜਿਹੜੀ ਬਹਿਸ ਉਹਦੀ ਮੈਂ ਤਰਜਮਾਨੀ ਉਹਦਾ ਕਰਾਉਣਾ, ਇੰਟਰਪ੍ਰੀਟੇਸ਼ਨ ਨਹੀਂ ਕਰਾਣੀ। ਠੀਕ ਆ, ਸੋ ਉਹਨਾਂ ਦੀ ਆਪਣੀ ਪੂਰੀ ਗੱਲਬਾਤ ਹੋਈ ਆ ਤੇ ਕਈ ਵਾਰੀ ਵਕੀਲ ਵੀ ਵੇਵ ਕਰ ਦਿੰਦੇ ਆ ਕਿ ਨਹੀਂ ਕੋਈ ਨਹੀਂ, ਆਪਾਂ ਇੰਗਲਿਸ਼ 'ਚ ਗੱਲ ਕਰ ਲੈਂਦੇ ਆ। ਤੇ ਉਹਦੇ ਵਿੱਚ ਫਿਰ ਜਦੋਂ ਡਿਪੈਂਡਿੰਗ ਉਹਨਾਂ ਦਾ ਤੁਹਾਡੇ ਤੋਂ ਤਾਂ ਗੱਲਬਾਤ ਉਦੋਂ ਸੁਣੋਗੇ ਨਾ ਜਦੋਂ ਸਾਰੇ ਜਣੇ ਸਹਿਮਤ ਹੋ ਜਾਂਦੇ ਆ, ਇਨਕਲੂਡਿਡ ਜੱਜ ਸਾਹਿਬ ਤੇ ਸਰਕਾਰੀ ਵਕੀਲ ਬੰਦੇ ਦੀ ਗਵਾਹੀ ਹੁਣ ਲੈਣੀ ਆ। ਤੇ ਜੇ ਉਹਨਾਂ ਨੇ ਗਵਾਹੀ ਤੁਹਾਡੀ ਨਹੀਂ ਲੈਣ ਦਾ ਉਦੋਂ ਫੈਸਲਾ ਕੀਤਾ ਤਾਂ ਫਿਰ ਉਹਨਾਂ ਨੇ ਤੁਹਾਡੇ ਕੋਲ ਕੋਈ ਸਵਾਲ ਜਵਾਬ ਨਹੀਂ ਪੁੱਛਣਾ, ਤੁਹਾਡੇ ਵਕੀਲ ਨਾਲ ਹੀ ਗੱਲਬਾਤ ਜਿਹੜੀ ਹੁੰਦੀ ਹੈ। ਜੀ ਠੀਕ ਹੈ ਜੀ। ਅਗਲੇ ਕਾਲਰ ਨੇ ਆਪਣੇ ਨਾਲ ਰਾਜਦੀਪ ਜੀ। ਹਾਂਜੀ ਰਾਜਦੀਪ ਜੀ ਪੁੱਛੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ ਕਿ ਜਿੱਦਾਂ ਮੈਂ ਆਊਟ ਆਫ USA ਰਿਪੋਰਟ ਮੈਰਿਜ ਕਰਵਾ ਕੇ ਆਇਆ ਸੀ ਤੇ ਜਿੱਦਾਂ ਹੁਣ ਬਣੀ ਨਹੀਂ ਹੈ ਨਾ, ਤੇ ਡਿਵੋਰਸ ਫਾਈਲ ਕਰਨਾ ਹੈ, ਉਹ ਮੈਂ ਜੇ ਇੰਡੀਆ ਡਿਵੋਰਸ ਫਾਈਲ ਕਰਦੇ ਨੇ ਉਹ ਕਿ ਮੈਂ ਜਿਹਨੂੰ ਲੈਟਰ ਭੇਜ ਦੇਵਾਂ ਉਹ ਚੱਲ ਜੂਗਾ ਜਾਂ ਮੈਨੂੰ ਅਮਰੀਕਾ 'ਚ ਵੀ ਕਰਨਾ ਪਊ? ਡਿਵੋਰਸ ਵਾਲੇ ਤਾਂ ਦੇਖੋ ਆਪਾਂ ਮਾਰ ਨਹੀਂ ਹੈਗੇ, ਤੁਸੀਂ ਫੈਮਿਲੀ ਲਾਇਰ ਨਾਲ ਜਿਹੜੀ ਗੱਲਬਾਤ ਕਰੋ ਤੇ ਇਮੀਗ੍ਰੇਸ਼ਨ ਤੇ ਜ਼ਿਆਦਾ ਆਪਣਾ ਜਿਹੜਾ ਫੋਕਸ ਆ ਉਹ ਠੀਕ ਹੈ ਜੀ। ਜੀ। ਤੁਸੀਂ ਇੱਥੇ ਉਹਦਾ ਵਿਆਹ ਰਜਿਸਟਰ ਕਰਾਇਆ ਸੀ ਅਮਰੀਕਾ 'ਚ? ਨਹੀਂ ਜੀ, ਇੱਥੇ ਨਹੀਂ ਕਰਾਇਆ, ਮੈਂ ਨੇਪਾਲ 'ਚ ਕਰਾ ਕੇ ਆਇਆ ਸੀ, ਇੱਥੇ ਨਹੀਂ ਕਰਾਇਆ। ਠੀਕ ਹੈ ਜੀ। ਹਾਂਜੀ ਜੀ। ਆਪਣੇ ਅਗਲੇ ਕਾਲਰ ਨੇ ਜੀ ਉਦਮ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਇੱਕ ਸਵਾਲ ਸੀ ਤੇ ਇੱਕ ਸਵਾਲ ਦਾ ਜਵਾਬ ਦੇਣਾ ਸੀ ਜੀ। ਤੇ ਮੇਰਾ ਵਰਕ ਪਰਮਿਟ ਆ ਗਿਆ ਮੇਰੀ ਫੈਮਿਲੀ ਦਾ ਤੇ ਮੇਰੀ ਵਾਈਫ ਔਰ ਵੱਡੇ ਬੇਟੇ ਦਾ ਨਾ ਸੋਸ਼ਲ ਸਿਕਿਉਰਿਟੀ ਨਹੀਂ ਆਇਆ ਜੀ। ਜੀ ਹਾਂਜੀ, 2 ਹਫ਼ਤੇ ਹੋ ਗਏ ਨੇ ਜੀ। ਸੋਸ਼ਲ ਸਿਕਿਉਰਿਟੀ ਦੇ ਭਾਜੀ 2 ਤਰੀਕੇ ਹੁੰਦੇ ਆ, ਕਈ ਵਾਰੀ ਤਾਂ ਉਹ ਆਪ ਜਿਹੜਾ ਦੇ ਦਿੰਦੇ ਹਨ ਜੇ ਉਹ ਖਾਨਾ ਮਾਰਕ ਕੀਤਾ ਹੋਵੇ ਫਾਰਮ ਤੇ ਕਈ ਵਾਰੀ ਏਦਾਂ ਹੁੰਦਾ ਕਿ ਨਹੀਂ ਵੀ ਉਹ ਦਿੰਦੇ ਤੇ ਤੁਸੀਂ ਸੋਸ਼ਲ ਸਿਕਿਉਰਿਟੀ ਆਫਿਸ ਜਾ ਕੇ ਇੱਕ ਵਾਰੀ ਇਨਕੁਆਇਰੀ ਕਰ ਸਕਦੇ ਹੋ, ਤੁਹਾਨੂੰ ਦੱਸ ਦਊਗੇ ਕਿ ਉਹਨਾਂ ਨੇ ਇਸ਼ੂ ਕਰਤਾ ਵਾ ਜਾਂ ਕਰ ਦੋਗੇ, ਤੇ ਜੇ ਨਹੀਂ ਕੀਤਾ ਤੇ ਫਿਰ ਤੁਸੀਂ ਉੱਥੇ ਐਪਲੀਕੇਸ਼ਨ ਜਿਹੜੀ ਭਰ ਕੇ ਦੁਬਾਰਾ ਅਪਲਾਈ ਉੱਥੇ ਕਰ ਸਕਦੇ ਹੋ ਸੋਸ਼ਲ ਸਿਕਿਉਰਿਟੀ ਆਫਿਸ। ਅੱਛਾ ਜੀ, ਤੇ ਇਹ ਤੇ ਮੈਂ ਇਕੱਠਾ ਹੀ ਮਤਲਬ ਕੇਸ ਲਗਾਇਆ ਸੀ ਜੀ, ਸਾਡੇ 2 ਬੰਦਿਆਂ ਦੇ ਆ ਗਏ ਨੇ, 2 ਦੇ ਨਹੀਂ। ਨਾਰਮਲ ਹੀ ਹੈ ਜੀ, ਇਹ ਬਹੁਤ ਨਾਰਮਲ ਚੀਜ਼ ਹੈ ਭਾਜੀ। ਏਦਾਂ ਹੋ ਜਾਂਦਾ ਵਾ, ਸਰਕਾਰੀ ਮਹਿਕਮੇ ਆ, ਹਰੇਕ ਬੰਦਾ ਕੁਛ ਨਾ ਕੁਛ ਕਮੀ ਪੇਸ਼ੀ ਰਹਿ ਜਾਂਦੀ ਹੈ ਕਿਤੇ ਨਾ ਕਿਤੇ। ਕਈ ਵਾਰੀ ਜਾ ਕੇ ਉਹਨਾਂ ਨੂੰ ਪਤਾ ਕਰਕੇ ਆਓ, ਤੁਹਾਨੂੰ ਇਨਫੋਰਮੇਸ਼ਨ ਦੇ ਇਹ ਤਾਂ ਦਊਗੇ। ਘਰੇ ਲੜਾਈਆਂ ਹੋ ਜਾਂਦੀਆਂ ਆ, ਤੇਰਾ ਆ ਗਿਆ ਮੇਰਾ ਨਹੀਂ ਆਇਆ, ਇਹ ਕੀ ਗੱਲ ਹੋਈ, ਤੁਸੀਂ ਕਾਗਜ਼ ਜ਼ਿਆਦਾ ਵਧੀਆ ਸੀਗੇ, ਏਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ, ਆ ਹੀ ਜਾਣਾ ਵਿੱਚ ਸਾਰਿਆਂ ਦੇ। ਹਾਂਜੀ, ਗੇੜਾ ਮਾਰਿਆ ਉੱਥੇ, ਕੋਈ ਨਹੀਂ ਇੱਥੇ ਕਿਹੜਾ ਇੰਡੀਆ ਵਾਂਗੂ ਇੱਥੇ ਕਰਪਸ਼ਨ ਕਰਨੀ ਪੈਂਦੀ ਹੈ, ਇਹਦਾ ਜਾਣਾ ਹੀ ਆ, ਬਸ ਸਮਾਂ ਲਾਉਣਾ ਪੈਣਾ ਤੁਹਾਨੂੰ। ਹਾਂਜੀ, ਇੱਕ ਸਵਾਲ ਦਾ ਜਵਾਬ ਦੇਣਾ ਸੀ ਜੀ ਮੈਂ। ਉਹ ਹਰੇਕ ਜੱਜ ਇਹੀ ਕਹਿੰਦਾ ਹੈ ਜੀ ਕਿ ਤੂੰ ਤੇ ਇੱਕ ਛੋਟਾ ਜਿਹਾ ਵਰਕਰ ਹੈ, ਤੈਨੂੰ ਕਿਵੇਂ ਲੱਭ ਲੈਣਗੇ? ਤੇ ਮੈਂ ਉਸ ਗੱਲ ਦਾ ਜਵਾਬ ਇਹ ਦੇਣਾ ਚਾਹੁੰਦਾ ਕਿ ਛੋਟੇ ਤੋਂ ਹੀ ਵੱਡਾ ਹੁੰਦਾ ਜੀ। ਮਤਲਬ ਮਨਪ੍ਰੀਤ ਸਿੰਘ ਜੀ ਜਿਹੜੇ ਸੀ ਆਪਣੇ, ਸਿਮਰਜੀਤ ਮਾਨ, ਉਹ ਪਹਿਲਾਂ ਛੋਟੇ ਕਰਤਾ ਸੀ ਤੇ ਹੁਣ ਉਹ ਐਡੇ ਵੱਡੇ ਹੋ ਗਏ ਨੇ ਕਾਰਿਆਕਰਤਾ। ਹਾਂਜੀ, ਤੇ
ਇਹ ਸਵਾਲ ਦਾ ਜਵਾਬ ਇਹ ਵੀ ਤਾਂ ਹੋ ਸਕਦਾ ਜੀ ਕਿ ਬੋਰਡ ਦਾ ਪੀਪਲ ਇੱਕ ਦਰਖਤ ਛੋਟਾ ਹੈ, ਉਹ ਵੱਡਾ ਹੋ ਜਾਏਗਾ, ਵੱਡੇ ਨੂੰ ਕੱਟਣਾ ਔਖਾ ਹੈ, ਛੋਟੇ ਨੂੰ ਕੱਟਣਾ ਸੌਖਾ ਹੈ ਜੀ। ਇਹ ਜਿਹੜੇ ਸਾਡੇ ਜੜ੍ਹਾਂ ਨੂੰ ਖਤਮ ਕਰਦੇ ਨੇ ਜੀ। ਸ਼ੁਰੂ ਤੋਂ ਹੀ ਅਗਲੇ ਛੋਟੇ ਬੰਦੇ ਨੂੰ ਫੜ ਲੈਂਦੇ ਨੇ, ਇਹਨੂੰ ਮਾਰੋ, ਵੱਡੇ ਹੋਣ ਹੀ ਨਾ ਦਿਓ। ਹਾਂਜੀ, ਦੇਖੋ ਉਹ ਤਾਂ ਤੁਸੀਂ ਰੋਂਗ ਇੱਥੇ ਕਰਾਊਡ ਨੂੰ ਪ੍ਰੀਚ ਕਰ ਰਹੇ ਆ। ਮੇਰਾ ਬਸ ਚੱਲੇ ਮੈਂ ਤੁਹਾਨੂੰ ਸਾਰਿਆਂ ਨੂੰ ਗ੍ਰੀਨ ਕਾਰਡ ਦੇਵਾਂ ਪ੍ਰਿੰਟ ਕਰ ਕਰਕੇ, ਠੀਕ ਹੈ, ਛੋਟਾ ਹੋਵੇ ਵੱਡਾ ਹੋਵੇ ਸਾਰਾ ਕਰੋ ਸਾਰਿਆਂ ਨੂੰ ਪੱਕੇ, ਠੀਕ ਹੈ। ਆਪਾਂ ਨੂੰ ਕੋਈ ਪ੍ਰੋਬਲਮ ਨਹੀਂ। ਅਮਰੀਕਾ ਸਾਨੂੰ ਪਤਾ ਬਹੁਤ ਵੱਡਾ ਜਿਹੜਾ ਦੇਸ਼ ਹੈ, ਖਾਲੀ ਪਿਆ ਵਿੱਚੋਂ ਦੀ। ਆਰਗੇਨਾਈਜ਼ ਤਰੀਕੇ ਨਾਲ ਇਮੀਗ੍ਰੇਸ਼ਨ ਜਿਹੜੀ ਬੈਨੀਫਿਟ ਵੀ ਕੀਤੀ ਜਾ ਸਕਦੀ ਆ, ਲੋਕਾਂ ਨੂੰ ਪੁਆਇੰਟ ਸਿਸਟਮ ਇਹ ਉਹ ਕਈ ਵਾਰੀ ਮੁਹਿੰਮਾਂ ਚੱਲੀਆਂ ਕਿ ਸਿਸਟਮ ਚੇਂਜ ਕਰੋ, ਇਮੀਗ੍ਰੇਸ਼ਨ ਉਹਦੇ ਵਿੱਚ ਜ਼ਰੂਰਤ ਆ। ਤੁਸੀਂ ਕੀ ਜਵਾਬ ਦੇ ਰਹੇ ਹੋ? ਤੁਸੀਂ ਇਹ ਕਹਿ ਰਹੇ ਆ ਕਿ ਕਿਉਂ ਇਸ ਚੀਜ਼ ਕਰਕੇ ਕੇਸ ਜਿਹੜੇ ਡਿਨਾਈ ਕੀਤੇ ਜਾਂਦੇ ਆ। ਸੋ ਇਹ ਗੱਲ ਧਿਆਨ ਨਾਲ ਸੁਣਿਓ। ਸਾਡਾ ਹੁਣ ਜਿਹੜਾ RKK ਵਾਲਾ ਜਿਹੜਾ ਕੇਸ ਸੀਗਾ ਇੰਟਰਨਲ ਰੀਲੋਕੇਸ਼ਨ, ਉਹ ਕੇਸ ਤੋਂ ਪਹਿਲਾਂ ਤੁਸੀਂ ਇਹ ਛੋਟੇ ਵੱਡੇ ਬੂਟੇ ਵਾਲੀ ਜੇ ਗੱਲ ਦੇਤੀ ਨਾ, ਤੁਸੀਂ ਉਹਨੂੰ ਕਹਿਤਾ ਕਿ ਮੈਂ ਛੋਟਾ ਬੂਟਾ ਵਾ, ਉਹਨੇ ਕਹਿਣਾ ਕਿ ਬਈ ਸਾਡੇ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਜਿਹੜੇ ਕੇਸ ਡਿਸਾਈਡ ਹੋਏ ਆ, ਉਹਦੇ ਹਿਸਾਬ ਨਾਲ ਛੋਟੇ ਬੂਟੇ ਨੂੰ ਉਹ ਨਹੀਂ ਲੱਭਦੇ, ਕਿਉਂਕਿ ਛੋਟੇ ਬੂਟੇ ਬਹੁਤ ਜ਼ਿਆਦਾ ਲੋਕੀ ਹੈਗੇ ਆ। ਕਿਉਂ ਤੈਨੂੰ ਟਾਰਗੇਟ ਕਰੂਗੇ, ਇੰਨੀ ਦਿਲਚਸਪੀ ਕਿਉਂ ਲਊਗੇ? ਕਿਉਂਕਿ ਹੁਣ ਤੈਨੂੰ ਆਏ ਨੂੰ ਅਮਰੀਕਾ 10 ਸਾਲ ਹੋ ਗਏ ਆ ਤੇ ਛੋਟੇ ਬੂਟੇ ਨੂੰ ਉਹ ਭੁੱਲ ਗਏ ਆ, ਕਦੀ ਵਿਖਿਆ ਨਹੀਂ ਭੀੜ ਦੇ ਵਿੱਚ, ਠੀਕ ਹੈ। ਸੋ ਕਹਿੰਦੇ ਤੂੰ ਵਿਖਿਆ ਕਿੱਦਾਂ? ਸੋ ਵਿਖਣ ਲਈ ਬੂਟਾ ਵੱਡਾ ਮੰਗਦੇ ਹੈਗੇ। ਪਰ ਹੁਣ ਜਿਹੜਾ ਸਾਡਾ ਕਾਨੂੰਨ ਇੱਕ ਤਰ੍ਹਾਂ ਚੇਂਜ ਹੋ ਗਿਆ ਇੰਟਰਨਲ ਰੀਲੋਕੇਸ਼ਨ ਤੇ, ਉੱਤੇ ਜਿਹੜੀ ਗੱਲ ਹੁਣ ਛੋਟੇ ਵੱਡੇ ਬੂਟੇ ਵਾਲੀ ਨਹੀਂ ਰਹੀ। ਤੁਹਾਡੀ ਹੁਣ ਆਰਗੂਮੈਂਟ ਇਹ ਆ ਕਿ ਭਾਈ 9th ਸਰਕਿਟ ਦਾ ਇਹ ਕੇਸ ਆ ਗਿਆ 2395 ਜੇ ਟੇਰੀਆਨਾ ਦਾ। ਇਸ ਕੇਸ ਦੇ ਵਿੱਚ ਜਿਹੜਾ 9th ਸਰਕਿਟ ਨੇ ਹੁਕਮ ਦਿੱਤਾ ਉਹਨਾਂ ਨੂੰ ਕਿ ਜਿਹੜੀ ਇੰਟਰਨਲ ਰੀਲੋਕੇਸ਼ਨ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਅਪਰੂਵ ਕਰਨਾ, ਕਿ ਤੁਸੀਂ ਸ਼ੋਅ ਕਰੋ ਕਿ ਬੰਦਾ ਕਿਤੇ ਜਾ ਕੇ ਗਤੀਵਿਧੀ ਕਰ ਸਕਦਾ, ਠੀਕ ਹੈ। ਸੋ ਹੁਣ ਬੂਟਾ ਛੋਟਾ ਵੀ ਚੱਲੂਗਾ ਹੁਣ ਇਹ ਫੈਸਲੇ ਤੋਂ ਬਾਅਦ। ਜੀ ਫਰਕ ਇੱਥੇ ਪਿਆ ਹੈ। ਸੋ ਜੇ ਤੁਸੀਂ ਪਿਛਲੇ 2 ਪ੍ਰੋਗਰਾਮ ਸੁਣੇ ਹੁੰਦੇ ਨਾ, ਤੁਹਾਨੂੰ ਪਤਾ ਹੋਣਾ ਸੀਗਾ ਵੀ ਇਹਦਾ ਆਨਸਰ ਕੀ ਦੇਣਾ ਹੈ। ਤੁਹਾਨੂੰ ਸੁਣਿਆ ਕਰੋ ਹਰ ਵਾਰੀ। ਮਨਿੰਦਰ ਜੀ। ਹਾਂਜੀ ਮਨਿੰਦਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ 2 ਮਾਸਟਰਸ ਕੀਤੀਆਂ ਨੇ, ਇੱਕ ਮੇਰੀ ਇੰਡੀਆ ਤੋਂ ਸੀਗੀ ਤੇ ਦੂਜੀ ਮੈਂ ਇੱਥੋਂ ਅਮਰੀਕਾ ਤੋਂ ਕੀਤੀ ਹੈ। ਮੈਂ ਰੀਸੈਂਟਲੀ ਗ੍ਰੈਜੂਏਟ ਹੋਇਆ ਤੇ ਮੈਂ EB2 ਦੇ ਬਾਰੇ ਪੁੱਛਣਾ ਚਾਹੁੰਦਾ ਸੀਗਾ। ਤੇ EB2 ਵਾਸਤੇ ਮੈਂ ਐਲੀਜੀਬਲ ਹਾਂ। ਉਸ ਤੋਂ ਇਲਾਵਾ ਮੇਰੇ ਕੋਲ 11 ਸਰਟੀਫਿਕੇਸ਼ਨ ਵੀ ਨੇ ਮਾਈਕਰੋਸਾਫਟ ਦੇ, ਤੇ ਉਹਦੇ ਬਾਰੇ ਪੁੱਛਣਾ ਚਾਹੁੰਦਾ ਸੀਗਾ ਕਿ ਵੀ ਉਹਦੇ ਵਾਸਤੇ ਮੈਂ ਐਲੀਜੀਬਲ ਹਾਂ ਤੇ ਕਿਸ ਤਰ੍ਹਾਂ ਉਹਨੂੰ ਅਪਰੋਚ ਕੀਤਾ ਜਾ ਸਕਦਾ ਹੈ। ਜੀ, ਸੋ ਬੈਚਲਰਸ ਕਿੰਨੇ ਸਾਲ ਦੀ ਹੈ ਤੁਹਾਡੀ? ਬੈਚਲਰਸ ਮੇਰੀ 3 ਸਾਲ ਦੀ ਸੀਗੀ ਉੱਥੇ ਇੰਡੀਆ ਤੋਂ। ਤੇ ਬੈਚਲਰਸ ਦੇ ਨਾਲ ਹੀ ਮਾਸਟਰਸ ਕਰ ਲਈ ਸੀ ਕਿ ਗੈਪ ਪਿਆ ਸੀਗਾ? ਨਹੀਂ, ਬੈਚਲਰਸ ਕੀਤੀ ਸੀ ਪਹਿਲਾਂ, ਫਿਰ ਮੈਂ 1 ਸਾਲ ਦਾ PG ਡਿਪਲੋਮਾ ਕੀਤਾ, ਜਿਹਦੇ ਕਰਕੇ ਮੈਨੂੰ ਜਿਹੜੀ ਮਾਸਟਰ ਸੀਗੀ ਉਹ 3 ਸਾਲ ਦੀ ਬਜਾਏ 2 ਸਾਲ ਦੀ ਕਰਨੀ ਪਈ। 2 ਸਾਲ 'ਚ ਹੋ ਗਈ ਤੇ ਉਸ ਤੋਂ ਬਾਅਦ ਫਿਰ ਮੈਂ US ਆਇਆ ਤੇ US ਆ ਕੇ ਫਿਰ ਮੈਂ ਸੈਕੰਡ ਮਾਸਟਰਸ ਕੀਤੀ ਆਪਣੀ। ਤੇ US ਵਾਲੀ ਤੁਹਾਡੀ ਮਿਨੀਮਮ 1 ਸਾਲ ਦੀ ਸੀਗੀ? ਹਾਂ, US ਵਾਲੀ 2 ਸਾਲ ਦੀ ਹੈ। 2 ਸਾਲ ਦੀ ਸੀਗੀ। ਸੋ US ਦੀ ਜਿਹੜੀ ਮਾਸਟਰਸ ਡਿਗਰੀ ਆ ਉਹ ਤੁਹਾਨੂੰ ਆਟੋਮੈਟਿਕਲੀ ਜਿਹੜਾ EB2 ਦੇ ਲਈ ਕੁਆਲੀਫਾਈ ਕਰ ਦਿੰਦੀ ਹੈ। ਤੇ ਵੀਜ਼ਾ ਸਟੇਟਸ ਕੀ ਹੈਗਾ ਤੁਹਾਡਾ ਇਸ ਵੇਲੇ? ਹਜੇ ਮੈਂ F1 ਤੇ ਆ, ਤੇ F1 ਤੋਂ ਬਾਅਦ ਜਿਹੜਾ 1 ਸਾਲ ਦਾ ਤੁਹਾਨੂੰ ਐਕਸਟੈਂਸ਼ਨ ਮਿਲਦਾ ਹੈ। ਮੈਂ ਸਲੂ ਦਾ ਹੀ ਪਾਸ ਆਊਟ ਆ ਜੀ। ਹਾਂਜੀ। ਸੋ ਤੁਸੀਂ ਫਿਰ ਸਟੈਮ ਫੀਲਡ 'ਚ ਗਏ ਸੀਗੇ ਕਿੱਦਾਂ? ਸਟੈਮ ਫੀਲਡ 'ਚ। ਠੀਕ ਹੈ। ਸੋ ਪਹਿਲਾਂ ਤਾਂ ਤੁਹਾਡਾ OPT ਤੁਹਾਨੂੰ ਪਤਾ ਹੀ ਹੋਣਾ ਹੈ ਨਾ ਕਿ 3 ਸਾਲ ਤੱਕ ਤੁਸੀਂ ਟੋਟਲ ਜਿਹੜਾ ਇੱਕ ਵਾਰੀ ਫਿਰ ਤੁਸੀਂ ਜਿਹੜਾ ਇਨੀਸ਼ੀਅਲ ਤੋਂ ਬਾਅਦ ਫਿਰ ਤੁਸੀਂ ਐਕਸਟੈਂਡ ਕਰਾ ਸਕਦੇ ਆ। ਸਟੈਮ ਦੇ ਆਪਣੇ ਜਿਹੜੇ ਰੂਲ ਹੁੰਦੇ ਆ। ਤੇ ਤੁਹਾਡਾ ਜਿਹੜਾ ਸੋਲ ਐਫਰਟ ਇਸ ਵੇਲੇ ਉਹੀ ਹੋਣਾ ਚਾਹੀਦਾ ਕਿ H1B ਤੇ ਕਿੱਦਾਂ ਜਾਈਏ। ਤੇ H1B ਤੁਹਾਡਾ ਪਹਿਲਾ ਜਿਹੜਾ ਸਟਾਪ ਆ ਇਮੀਡੀਏਟ, ਕਿਉਂਕਿ 3 ਸਾਲਾਂ ਬਾਅਦ ਤੁਹਾਡੀ ਨਹੀਂ ਤਾਂ ਟ੍ਰੇਨ ਜਿਹੜੀ ਰੁਕ ਜਾਣੀ ਹੈ, ਤੁਹਾਨੂੰ ਦੁਬਾਰਾ ਸਟੂਡੈਂਟ ਬਣਨਾ ਪੈਣਾ, ਦੁਬਾਰਾ ਤੁਹਾਨੂੰ ਲੋਟਰੀ ਜਿਹੜੀ H1B ਦੀ ਟਰਾਈ ਕਰਨੀ ਪੈਣੀ ਹੈ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ H1B ਵੀਜ਼ਾ ਜਿਹੜਾ ਉਹ ਟਾਰਗੇਟ ਕਰੋ ਆਪਣੇ EMPLOYER ਦੇ ਥਰੂ। ਜਿਹੜਾ EB2 ਵੀਜ਼ਾ ਹੈਗਾ ਉਹ ਤੁਹਾਡਾ ਕੋਈ ਵੀ ਜਿਹੜਾ US EMPLOYER ਹੈਗਾ ਤੁਹਾਡੀ ਫੀਲਡ ਦੇ ਵਿੱਚ ਜੇ ਜੈਨੂਅਲੀ ਤੁਹਾਨੂੰ ਜੌਬ ਦਿੰਦਾ, ਉਹ ਤੁਹਾਡਾ EB2 ਜਿਹੜਾ ਕਰ ਸਕਦਾ। ਉਹਦਾ H1B ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਪ੍ਰੋਸੈਸ ਪਹਿਲਾਂ ਵੀ ਜਿਹੜਾ ਇਨੀਸ਼ੀਏਟ ਕੀਤਾ ਜਾ ਸਕਦਾ। ਤੇ ਓਬਵੀਅਸਲੀ ਉਹ ਫਿਰ ਡੂਅਲ ਇੰਟੈਂਟ ਹੋ ਜਾਂਦਾ ਕਿ ਤੁਸੀਂ ਇੱਥੇ ਪੱਕੇ ਰਹਿਣਾ ਚਾਹੁੰਦੇ ਆ ਤੇ ਤੁਹਾਡੇ ਸਟੂਡੈਂਟ ਇੰਟੈਂਟ ਨਾਲ ਉਹ ਕਈ ਵਾਰੀ ਕਨਫਲਿਕਟ ਜਿਹੜਾ ਕਰ ਦਿੰਦਾ। ਉਹਦੀ ਟਾਈਮਿੰਗ ਕਿੱਦਾਂ ਹੋਣੀ ਚਾਹੀਦੀ ਹੈ, EMPLOYER ਕਦੋਂ ਰੈਡੀ ਹੁੰਦਾ, ਉਹ ਤੁਹਾਨੂੰ ਥੋੜੀ ਜਿਹੀ ਬਹਿ ਕੇ ਲਾਇਰ ਨਾਲ ਡਿਟੇਲ ਜਿਹੜੀਆਂ ਵਰਕਆਊਟ ਕਰਨੀਆਂ ਪੈਣੀਆਂ। ਪਰ EB2 ਜਿੱਦਾਂ ਹੁਣ ਇੱਕ ਬਾਈ ਨੇ ਪਹਿਲਾਂ ਪੁੱਛਿਆ ਸੀਗਾ ਰੈਸਟੋਰੈਂਟ ਵਾਲਾ ਕੁਐਸਚਨ ਕਿ ਮੈਂ ਕਰ ਸਕਦਾ। ਸੋ ਪ੍ਰੋਬਲਮ ਇਹ ਆ, ਪ੍ਰੋਬਲਮ ਨਹੀਂ, ਇਹ ਸਾਰਿਆਂ ਨਾਲ ਲਈ ਜਿਹੜੀ ਦੈਟ ਇਜ਼ ਦਾ ਟਰਮਸ ਐਂਡ ਕੰਡੀਸ਼ਨ ਯੂ ਸਾਈਨ ਅਪ ਫॉर
ਕਿ ਜਦੋਂ ਤੁਸੀਂ EB2 ਤੇ ਜਾਂਦੇ ਆ ਤਾਂ ਜਿਹੜਾ ਉਹਦਾ ਵੀਜ਼ਾ ਬੁਲੇਟ ਨਾ ਦੈਟ ਇਜ਼ ਬੈਕਲੌਗਡ, ਕਿਉਂਕਿ ਇੰਡੀਆ ਤੋਂ ਲੋਕੀ ਬਹੁਤ ਜ਼ਿਆਦਾ ਜਿਹੜੇ EB2 EB3 ਕੈਟੇਗਰੀ ਦੇ ਵਿੱਚ ਹੈਗੇ ਆ, ਤੇ ਉਹਨੂੰ 10-15 ਸਾਲ ਤੁਸੀਂ ਬਿਲਕੁਲ ਮੰਨ ਕੇ ਚੱਲਿਓ ਕਿ ਘੱਟੋ ਘੱਟ ਇੰਨਾ ਟਾਈਮ ਜਿਹੜਾ ਗ੍ਰੀਨ ਕਾਰਡ ਦਾ ਲੱਗ ਜਾਣਾ। ਤੇ ਇਹਦੇ ਵਿੱਚ ਤੁਸੀਂ ਜਿਹੜਾ H1B ਉਹਦੇ ਥਰੂ ਆਪਣਾ ਜਿਹੜਾ ਇਹ ਸਫ਼ਰ ਉੱਥੇ ਤੱਕ ਜਿਹੜਾ ਤੈਅ ਕਰੋਗੇ ਕਿ H1B ਲਵਾ ਲਿਆ ਪਹਿਲਾਂ, ਫਿਰ ਉਹ ਐਕਸਟੈਂਡ ਹੁੰਦਾ ਗਿਆ, ਤੇ ਇਹ ਚੀਜ਼ ਤੁਹਾਡੀ ਜਿਹੜੀ ਜਰਨੀ ਰਹਿਣੀ ਹੈ ਜੀ। ਅੱਛਾ, ਤੇ ਇੱਕ ਕੁਝ ਸੈਲਰੀ ਦਾ ਵੀ ਕੁਝ ਹੁੰਦਾ ਕਿ ਵੀ ਤੁਸੀਂ ਸਿਗਨੀਫਿਕੈਂਟ ਅਮਾਊਂਟ ਆਫ ਮਨੀ ਤੁਸੀਂ ਜਿਹੜਾ ਤੁਸੀਂ ਤੁਹਾਡੀ ਸੈਲਰੀ ਹੈਗੀ ਹੈ ਉਹ ਕੁਝ ਬਾਲ ਪਾਰਕ ਜਿਹੜਾ ਤੁਸੀਂ ਮੈਨੂੰ ਦੱਸ ਸਕੋ ਕਿ ਇਜ਼ ਇਟ 150 ਜਾਂ 125 ਜਾਂ ਉਸ ਤੋਂ ਉੱਤੇ ਹੋਣੀ ਚਾਹੀਦੀ ਹੈ, ਕਿਉਂਕਿ EB2 ਦੀ ਵਨ ਆਫ ਦਾ ਰਿਕੁਆਇਰਮੈਂਟਸ ਇਹ ਵੀ ਇੱਕ ਰਿਕੁਆਇਰਮੈਂਟ ਹੈ। ਨਹੀਂ ਦੇਖੋ, ਏਦਾਂ ਕੋਈ ਨਹੀਂ ਹੈਗਾ 150 ਚਾਹੀਦੀ ਆ, ਉਹ ਚਾਹੀਦੀ ਆ। ਸੋ ਤੁਸੀਂ ਉਹ ਇੱਕ ਟੂਲ ਹੈਗਾ flcdatacenter.com, ਇੱਕ ਵੈਬਸਾਈਟ ਹੁੰਦੀ ਹੈ FLC ਡੇਟਾ ਸੈਂਟਰ, ਫੋਰਨ ਲੇਬਰ ਸਰਟੀਫਿਕੇਸ਼ਨ datacenter.com। ਉਹਨਾਂ ਨੇ ਜਿਹੜੇ ਵੇਜ ਡੇਟਾਬੇਸ ਵਗੈਰਾ ਜਿਹੜੇ ਦਿੱਤੇ ਹੁੰਦੇ ਆ, ਤੇ ਉੱਥੇ ਤੁਸੀਂ ਕਾਊਂਟੀ ਦੇ ਹਿਸਾਬ ਨਾਲ ਜਿਹੜਾ ਚੈੱਕ ਕਰ ਸਕਦੇ ਆ। ਸੋ ਜਿਹੜੀਆਂ ਸੈਲਰੀਆਂ ਹੁੰਦੀਆਂ ਐਵਰੇਜ ਹੁੰਦੀਆਂ, ਜੇ ਤੁਸੀਂ ਕਹੋ ਹੁਣ ਬੇ ਏਰੀਏ ਦੇ ਵਿੱਚ ਇੰਜੀਨੀਅਰ ਦੀ ਸੈਲਰੀ ਆ ਉਹ 1.5 ਲੱਖ, ਉਦਾਹਰਨ ਦੇ ਰਿਹਾ ਮੈਂ, ਤੇ ਇਹੀ ਤੁਸੀਂ ਚਲ ਜਾਓ ਫਰੈਜ਼ਨੋ ਦੇ ਵਿੱਚ ਤੇ ਉਹ ਇੰਜੀਨੀਅਰ ਦੀ ਸੈਲਰੀ ਹੋ ਸਕਦਾ ਲੱਖ ਰਹਿ ਜਾਵੇ। ਤੁਸੀਂ ਹੋਰ ਥੋੜਾ ਜਿਹਾ ਰਿਮੋਟ ਚਲ ਜਾਓ ਕਿਸੇ ਹੋਰ ਸਟੇਟ 'ਚ, ਓਕਲਾਹੋਮਾ 'ਚ, ਤੇ ਹੋ ਸਕਦਾ ਉਹ 70,000 ਰਹਿ ਜਾਵੇ, ਰਾਈਟ। ਸੋ ਜਿਹੜੀ ਵੈਬਸਾਈਟਸ ਹੈਗੀਆਂ ਇਹ ਤੁਹਾਡੀ ਆਕੂਪੇਸ਼ਨ ਦੇ ਹਿਸਾਬ ਨਾਲ ਜਿਹੜੀ ਸੈਲਰੀ ਪਬਲਿਸ਼ ਕਰਦੀਆਂ ਕਿ ਲੈਵਲ 1, ਲੈਵਲ 2, ਲੈਵਲ 3, ਲੈਵਲ 4 ਕਿੰਨੀਆਂ ਇਹਦੀਆਂ ਸੈਲਰੀਆਂ। ਤੇ ਮੇਰਾ ਵੀਰ ਜਿਹੜਾ EB2 ਆ ਨਾ ਉਹ ਤਾਂ ਬੜਾ ਉਹਦੇ ਵਿੱਚ ਮੈਥ ਆ, ਜੇ ਮੈਂ ਟੈਕਨੀਕਲ ਗੱਲਾਂ ਕਰਨ ਲਵਾਂ ਤੈਨੂੰ ਮੈਂ ਇੰਨੀਆਂ ਚੀਜ਼ਾਂ ਦੱਸ ਸਕਦਾ ਕਿ ਤੂੰ ਕਹਣਾ ਯਾਰ ਅੱਛਾ ਵੀ ਕੰਸੀਡਰੇਸ਼ਨ ਹੁੰਦੀ ਹੈ। ਸੋ ਡਿਪੈਂਡਿੰਗ ਕੀ ਤੁਹਾਡੀ ਐਕਸਪੀਰੀਅੰਸ ਸਕਿੱਲ ਰਿਕੁਆਇਰਮੈਂਟ ਹੈਗੀ ਆ, ਜਿਹੜਾ ਡਿਪਾਰਟਮੈਂਟ ਆਫ ਲੇਬਰ ਡਿਸਾਈਡ ਕਰਦਾ ਕਿ ਕਿਹੜਾ ਇਹਨੂੰ ਵੇਜ ਲੈਵਲ ਦੇਣਾ, ਲੈਵਲ 1 ਦੇਣਾ, ਲੈਵਲ 4 ਦੇਣਾ, ਠੀਕ ਹੈ। ਤੇ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਸੌਫਟਵੇਅਰ ਡਿਵੈਲਪਰ ਦੀ ਸੈਲਰੀ ਅਲੱਗ ਆ, ਕੰਪਿਊਟਰ ਸਿਸਟਮਸ ਐਨਾਲਿਸਟ ਦੀ ਅਲੱਗ ਆ, ਲਾਇਰ ਦੀ ਅਲੱਗ ਆ, ਪੈਰਾਲੀਗਲ ਦੀ ਅਲੱਗ ਆ, ਮਾਰਕੀਟਿੰਗ ਮੈਨੇਜਰ ਦੀ ਸੈਲਰੀ ਅਲੱਗ ਆ, ਮਾਰਕੀਟਿੰਗ ਐਨਾਲਿਸਟ ਦੀ ਅਲੱਗ ਆ। ਸੋ ਡਿਪੈਂਡਿੰਗ ਕਿਹੜੀ ਕਾਊਂਟੀ ਦੇ ਵਿੱਚ, ਕਿਹੜੇ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਕਿਹੜੀ ਕੈਟੇਗਰੀ ਕੋਡ ਦੇ ਅੰਦਰ ਜਾਂਦੇ ਆ, ਤੁਸੀਂ SOC ਕੋਡ ਦੇ ਅੰਦਰ ਜਾਂਦੇ, ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ ਵੇਜ ਦਾ ਲੈਵਲ ਜਿਹੜਾ ਉਹ ਸੈੱਟ ਹੋਊਗਾ। ਤੇ ਇਹ ਜਿਹੜੀ ਵੇਜ ਆ, ਆਪਾਂ ਜੇ ਗ੍ਰੀਨ ਕਾਰਡ ਵੇਜ ਵਾਲੀ ਗੱਲ ਕਰ ਰਹੇ ਹਾਂ ਤਾਂ ਗ੍ਰੀਨ ਕਾਰਡ ਵਾਲੀ ਵੇਜ ਤੁਹਾਨੂੰ ਇਸ ਵੇਲੇ EMPLOYER ਨੂੰ ਐਬਿਲਿਟੀ ਟੂ ਸ਼ੋ ਕਿ ਐਬਿਲਿਟੀ ਟੂ ਪੇ, ਕਿ ਮੈਂ ਪੈਸੇ ਦੇ ਸਕਦਾ, ਉਹੀ ਸ਼ੋ ਕਰਨਾ ਪਊਗਾ। ਜਿਹੜੀਆਂ ਦੀਆਂ ਵੇਜਸ ਹੈਗੀਆਂ ਤੁਹਾਡੀਆਂ ਟ੍ਰਿਗਰ ਉਦੋਂ ਹੁੰਦੀਆਂ ਜਦੋਂ ਤੁਹਾਡਾ ਗ੍ਰੀਨ ਕਾਰਡ ਆ ਜਾਂਦਾ। ਤੁਸੀਂ ਬਹੁਤ ਲੰਬੀ ਜਿਹੜੀ 10-15 ਸਾਲ ਦੀ ਗੇਮ ਦੀ ਜਿਹੜੀ ਗੱਲ ਕਰ ਰਹੇ ਆ, ਤੇ ਫਿਲਹਾਲ ਤੁਸੀਂ ਜੇ ਸਟੂਡੈਂਟ ਹੈਗੇ ਆ, ਤੁਹਾਡਾ ਜਿਹੜਾ ਸੋਲ ਫੋਕਸ ਜਿਹੜਾ ਕੀ ਹੋਣਾ ਚਾਹੀਦਾ ਇਸ ਵੇਲੇ ਕਿ ਪਹਿਲਾਂ ਮੇਰਾ H1B EMPLOYER ਜਿਹੜਾ ਕੌਣ ਆ, ਠੀਕ ਆ, ਤੁਹਾਡੇ ਹੱਥ ਪੱਲੇ ਪਹਿਲਾਂ EMPLOYER ਹੋਣਾ ਚਾਹੀਦਾ ਜਿਹੜਾ ਗ੍ਰੀਨ ਕਾਰਡ ਕਰਨ 'ਚ ਦਿਲਚਸਪੀ ਰੱਖਦਾ, ਕਿਉਂਕਿ ਤੁਸੀਂ ਖੁਦ ਨਹੀਂ ਕਰ ਸਕਦੇ। ਜੀ ਜੀ, ਥੈਂਕ ਯੂ। ਅਗਲੇ ਕਾਲਰ ਨੇ ਸੁਖ ਸਿੰਘ। ਭਾਜੀ ਮੇਰਾ ਸਵਾਲ ਸੀਗਾ ਕਿ ਮੈਂ ਕੈਨੇਡਾ ਤੋਂ ਇੱਥੇ ਵਿਜ਼ਟਰ ਆਇਆ ਸੀ ਤੇ ਇੱਥੇ ਮੇਰਾ ਸਿਟੀਜ਼ਨ ਨਾਲ ਵਿਆਹ ਹੋ ਗਿਆ ਤੇ ਮੈਂ ਐਡਜਸਟਮੈਂਟ ਆਫ ਸਟੇਟਸ ਲਾ ਦਿੱਤਾ। ਸਾਰਾ ਕੁਝ ਠੀਕ ਰਿਹਾ, ਵਰਕ ਪਰਮਿਟ ਆ ਗਿਆ, I-130 ਅਪਰੂਵ ਹੋ ਗਿਆ, I-864 ਦਾ RFE ਆ ਗਿਆ ਸੀਗਾ ਜੀ, ਤੇ ਉਹਨਾਂ ਨੇ ਦੁਬਾਰਾ ਮੰਗਿਆ ਸੀ। ਔਰ ਜਦੋਂ ਦੁਬਾਰਾ ਮੈਂ ਭੇਜਿਆ ਤਾਂ ਉਹਦੇ ਵਿੱਚ ਨਾ ਹਾਊਸ ਹੋਲਡ ਦੀ ਗਲਤੀ ਹੋ ਗਈ, ਹਾਊਸ ਹੋਲਡ ਨੰਬਰ ਗਲਤ ਭਰ ਹੋ ਗਿਆ ਜੀ। ਤੇ ਹੁਣ ਉਹ ਸਹੀ ਕਰਨ ਲਈ ਮੈਂ ਉਹਨਾਂ ਨੂੰ ਫਿਰ ਦੁਬਾਰਾ ਭੇਜ ਦੇਵਾਂ ਕਿ ਕਿੱਦਾਂ ਸਹੀ ਕਰਾਂ ਇਹ ਬੰਦਾ? ਤੁਸੀਂ ਭਾਜੀ ਜਿਹੜੀ RFE ਦੀ ਡੈਡਲਾਈਨ ਦੇ ਵਿਦਿਨ ਹੈਗੇ ਕਿ ਬਾਹਰ ਹੋ ਗਈ? ਹੁਣ ਤਾਂ ਬਾਹਰ ਹੋ ਗਿਆ ਜੀ। ਉਹ ਜਿੱਦਾਂ ਉਹਦਾ RFE ਦਾ ਜਿਹੜਾ ਮੈਂ ਰਿਪਲਾਈ ਕੀਤਾ ਉਹ ਵਿਦਿਨ ਕਰ ਦਿੱਤਾ ਸੀਗਾ ਡੈਡਲਾਈਨ ਦਾ। ਤੁਸੀਂ RFE ਹੁਣ ਤੁਸੀਂ ਇਸ ਵੇਲੇ ਐਜ਼ ਅ ਮੈਟਰ ਆਫ ਕਾਸ਼ਨ ਜਿਹੜਾ ਐਕਟ ਕਰ ਸਕਦੇ ਆ, ਹੋਰ ਤਾਂ ਕੁਝ ਨਹੀਂ। ਐਕਚੁਅਲ 'ਚ ਉਹਨਾਂ ਨੇ ਫਾਈਲ ਟੈਗ ਕਰਨੀ ਕਿ ਨਹੀਂ ਕਰਨੀ ਉਹਨਾਂ ਤੇ ਡਿਪੈਂਡ ਕਰਦਾ। ਅੱਛਾ ਜੀ। RFE ਦੀ ਜਿਹੜਾ ਨੋਟਿਸ ਲੈ ਕੇ ਉੱਪਰ ਉਹਦੇ ਉੱਤੇ ਲਾਲ ਪੈਨ ਨਾਲ ਲਿਖੋ ਕਿ ਮੈਂ RFE ਆਲਰੇਡੀ ਫਾਈਲ ਕਰ ਚੁੱਕਾ, ਇਹ ਮੇਰੇ ਕੋਲ ਇੱਕ ਗਲਤੀ ਹੋ ਗਈ ਸੀ ਤੇ ਇਹਨੂੰ ਸੁਧਾਰਨ ਲਈ ਮੈਂ ਦੁਬਾਰਾ ਰੀਫਾਈਲ ਜਿਹੜੀ ਕਰ ਰਿਹਾ, ਤਾਂ ਕਿ ਉਹ ਤੁਹਾਡੀ ਸਿੰਪਲੀ ਡਿਸਰਿਗਾਰਡ ਨਾ ਕਰ ਦੇਣ, ਠੀਕ ਆ। ਠੀਕ ਹੈ। ਤੇ ਜ਼ਿਆਦਾਤਰ ਉਹ ਜਿਹੜਾ ਕਲਰਕ ਅੱਗੇ ਬੈਠਾ ਹੁੰਦਾ ਉਹਨੇ ਇਹੀ ਦੇਖਣਾ ਕਿ ਅੱਛਾ ਡੈਡਲਾਈਨ ਤਾਂ ਚੱਲ ਗਈ, ਉਹਨੇ ਵਾਪਸ ਭੇਜ ਦੇਣਾ, ਉਹਨੇ ਕਹਾ ਨਹੀਂ ਹੁਣ ਨਹੀਂ ਤੇਰੀ ਫਾਈਲ ਐਕਸੈਪਟ ਹੋਣੀ। ਸੋ ਕਿੱਦਾਂ ਐਕਸੈਪਟ ਕਰਾਣੀ ਆ, ਆਪਣਾ ਵਧੀਆ ਜਿਹਾ ਉਹਨਾਂ ਨੂੰ ਪਿਆਰਾ ਜਿਹਾ ਲਾਲ ਪੈਨ ਨਾਲ ਚਮਕਦਾ ਤੁਹਾਨੂੰ ਨੋਟ ਜਿਹਾ ਲਿਖੋ ਕਿ ਭਾਈ ਤਾਂ ਭੇਜ ਰਿਹਾ, ਤੇ ਤੁਸੀਂ ਟਰਾਈ ਕਰ ਲਓ। ਤੇ FedEx ਦੀ ਟਰੈਕਿੰਗ ਰੱਖਿਓ, ਜੇ ਕੱਲ ਨੂੰ ਤੁਹਾਡਾ ਕੋਈ ਚੱਕਰ ਪੈਂਦਾ ਤੇ ਤੁਸੀਂ ਉਹਨੂੰ ਕਹਿ ਸਕਦੇ ਆ ਕਿ ਆਪਣੀ ਜਿਹੜੀ ਸੀਗੀ ਪ੍ਰੋਬਲਮ ਪੈ ਗਈ ਸੀਗੀ, ਮੈਂ ਬਾਅਦ ਚ ਡਿਸਕਵਰ ਕੀਤੀ, ਫਿਰ ਮੇਰੀ ਪੰਜਾਬੀ ਰੇਡੀਓ USA ਨਾਲ ਗੱਲ ਹੋਈ ਇੰਨੀ ਤਰੀਕ ਨੂੰ ਤੇ ਉਹਨਾਂ ਨੇ ਮੈਨੂੰ ਆਹ ਸਲਾਹ ਦਿੱਤੀ ਤੇ ਮੈਂ ਐਜ਼ ਅ ਮੈਟਰ ਆਫ ਕਾਸ਼ਨ ਸਿਰਫ ਤੇ ਸਿਰਫ ਆਪਣਾ ਰੈਕਡ ਅਪਡੇਟ ਕਰਨ ਲਈ ਆਹ ਅਟੈਂਪਟ ਮੈਂ ਕੀਤਾ ਸੀਗਾ। ਸੋ ਕਈ ਵਾਰੀ ਕੀ ਹੈ ਕਿ ਕੱਲ ਨੂੰ ਕਹੋਗੇ ਤੂੰ ਗਲਤੀ ਕਰਤੀ, ਏਦਾਂ ਕਰਤਾ, ਉਦਾਂ ਕਰਤਾ, ਝੂਠ ਬੋਲਤਾ, ਤੇ ਉਹ ਜਿਹੜਾ ਅਟੈਂਪਟ ਆ ਕਈ ਵਾਰੀ ਉਹ ਤੁਹਾਨੂੰ ਬਚਾ ਵੀ ਸਕਦਾ ਕਿ ਉਹਨੂੰ ਕੰਸੀਡਰ ਕਰ ਲੈਂਦੇ ਕਿ ਚੱਲ ਠੀਕ ਆ ਬੰਦੇ ਨੇ ਆਪਣੀ ਦਰੁਸਤੀ ਜਿਹੜੀ ਕੀਤੀ। ਕਵਰ ਲੈਟਰ ਇੱਕ ਬਣਾ ਦੇਵਾਂ
ਤੇ ਉਹ ਸਾਰਾ ਕੁਝ ਮੈਂ ਆਨਲਾਈਨ ਵੀ ਅਪਲੋਡ ਕਰ ਦਵਾਂ ਜੀ, ਜਦੋਂ ਜਿਹੜਾ ਅਕਾਊਂਟ ਬਣਿਆ ਆ? ਨਹੀਂ ਭਾਜੀ, ਇਹਨਾਂ ਦਾ ਸੋਲ ਪਰਪਸ ਇਹੀ ਆਨਲਾਈਨ ਵੀ ਕਰ ਦੋ ਤੁਸੀਂ ਕਰਨਾ ਤਾਂ, ਪਰ ਆਪਣਾ ਜਿਹੜਾ ਉਹਨਾਂ ਨੂੰ ਜ਼ਰੂਰ ਫੈਡੈਕਸ ਜ਼ਰੂਰ ਉਹਨਾਂ ਨੂੰ ਕਰੋ। ਮੇਕ ਸ਼ੋਰ ਕਰੋ ਵੀ ਉਹ ਰਜਿਸਟਰਡ ਪੋਸਟ ਜਾਂ ਜਿੱਦਾਂ ਵੀ ਆ ਨਾ ਵੀ ਉਹਨਾਂ ਨੂੰ ਪਹੁੰਚਦੀ ਆ, ਵੀ ਉਹਦਾ ਤੁਹਾਡੇ ਕੋਲ ਪ੍ਰੂਫ ਹੋਵੇ ਇਸ ਹਿਸਾਬ ਨਾਲ। ਆਨਲਾਈਨ ਜੇ ਨਾ ਦੇਖਿਆ ਫਿਰ ਵੇਂਦੇ ਰਵਾਂਗੇ ਵੀ ਹੁਣ ਨਹੀਂ ਆਇਆ, ਜੇ ਨਹੀਂ ਆਇਆ ਰਿਪਲਾਈ ਕਿੱਦਾਂ ਆ ਕਿਵੇਂ ਆ। ਭੁਪਿੰਦਰ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਪਤਾ ਕਰਨਾ ਸੀ ਯੂ ਵੀਜ਼ੇ ਬਾਰੇ ਕਿ ਮੈਂ ਯੂ ਵੀਜ਼ਾ ਅਪਲਾਈ ਕੀਤਾ ਸੀ 2017 ਚ, ਤੇ 22 ਨੂੰ ਮੈਨੂੰ ਉਹਦੀ ਚਿੱਠੀ ਆਈ ਸੀ ਕਿ ਅਸੀਂ ਤੁਹਾਡਾ ਐਕਸੈਪਟ ਕਰ ਲਿਆ ਹੈਗਾ, ਐਜ਼ ਸੂਨ ਐਜ਼ ਵੀ ਸੈਂਡ ਯੂ ਅਪਰੂਵਲ ਲੈਟਰ, ਬਟ ਅਜੇ ਤੱਕ ਆਇਆ ਨਹੀਂ ਜੀ। ਕਿਹੜੇ ਸਾਲ ਕੀਤਾ ਸੀ ਤੁਸੀਂ? 17 ਚ ਕੀਤਾ ਸੀ ਕੇਸ ਅਪਲਾਈ, ਤੇ 22 ਚ ਉਹਨਾਂ ਨੇ ਮੈਨੂੰ ਲੈਟਰ ਭੇਜੀ ਸਤੰਬਰ 25 ਨੂੰ ਕਿ ਵੀ ਤੁਹਾਡਾ ਭਾਜੀ ਤੁਹਾਡਾ 16 ਲਈ ਜਿਹੜੇ ਉਹ ਕੇਸ ਆ ਨਿਬੜੇ ਜਾ ਰਹੇ ਆ ਇਸ ਵੇਲੇ, ਤੇ ਥੋੜੀ ਬਹੁਤੀ ਤੁਹਾਨੂੰ ਹੋਰ ਵੇਟ ਕਰਨੀ ਪੈਣੀ ਹੈ ਤੇ ਫਿਰ ਉਹ ਆ ਸਕਦਾ। ਅੱਛਾ ਜੀ, ਉਸ ਤੋਂ ਇਲਾਵਾ ਕੋਈ ਹੋਰ ਕੋਈ ਪ੍ਰੋਸੀਜਰ ਹੈਗਾ? ਕਿਉਂਕਿ ਮੇਰੇ ਪਹਿਲੇ 2 ਕੇਸ ਚੱਲਦੇ ਸੀਗੇ, ਉਹਨਾਂ ਨੇ ਆਖਿਆ ਇੱਕ ਕੇਸ ਬੰਦ ਕਰ ਲਓ ਤੇ ਅਸੀਂ ਤੁਹਾਨੂੰ ਗ੍ਰੀਨ ਕਾਰਡ ਦੇ ਦਿਆਂਗੇ। ਗ੍ਰੀਨ ਕਾਰਡ ਦੇ ਦਿਆਂਗੇ? ਇਹ ਨਹੀਂ ਗੱਲ ਸਮਝ ਆਈ, ਕੀ ਕਹਿ ਰਹੇ? ਕਿਹੜਾ ਕੇਸ ਚੱਲਦਾ ਸੀ ਅਜੇ ਬੰਦ ਕਰਾ ਕੇ ਉਹ ਆਪੇ ਗ੍ਰੀਨ ਕਾਰਡ ਦੇਣ ਲੱਗੇ? ਪਹਿਲੇ ਮੇਰੇ 2 ਕੇਸ ਚੱਲਦੇ ਸੀਗੇ ਯੂ ਵੀਜ਼ੇ ਤੋਂ ਪਹਿਲਾਂ। ਮੈਨੂੰ 26 ਸਾਲ ਹੋ ਗਏ ਇੱਥੇ ਆਏ ਨੂੰ। ਨਹੀਂ, ਤੁਹਾਨੂੰ ਕਿਹਾ ਕਿਹਨੇ ਦਿੱਤਾ ਗ੍ਰੀਨ ਕਾਰਡ ਦੇ ਦਾਂਗੇ? ਆਪਣਾ ਇਮੀਗ੍ਰੇਸ਼ਨ ਨੇ ਸਾਨੂੰ ਗ੍ਰੀਨ ਕਾਰਡ ਦੇ ਵੀ ਦਿੱਤਾ ਸੀ। ਅੱਛਾ, ਮੈਨੂੰ ਵੀ ਆ ਗਿਆ, ਮੇਰੇ ਬੱਚਿਆਂ ਦਾ ਵੀ ਆ ਗਿਆ, ਮੇਰੀ ਘਰ ਦੀ ਦਾ ਨਹੀਂ ਆਇਆ, ਤੇ ਉਹਦੇ ਕਰਕੇ ਮੈਂ ਇਨਕੁਆਇਰੀ ਪਾਤੀ ਕਿ ਵੀ ਇਹਨਾਂ ਦਾ ਕਿਉਂ ਨਹੀਂ ਆਇਆ। ਤੇ ਉਹਨਾਂ ਨੇ ਆਖਿਆ ਕਿ ਗਲਤੀ ਨਾਲ ਅਸੀਂ ਭੇਜ ਦਿੱਤਾ, ਤੇ ਹੁਣ ਤੁਸੀਂ ਵੇਟ ਕਰੋ, ਜਾਂ ਤੁਸੀਂ ਆਪਣਾ ਇੱਕ ਹੋਰ ਕੇਸ ਹੁੰਦਾ ਜੁਆਇੰਟ ਮੋਸ਼ਨ ਕਰੋ, ਪਹਿਲੇ ਕੇਸ ਓਪਨ ਕਰਵਾ ਕੇ ਇੱਕ ਕੇਸ ਬੰਦ ਕਰੋ, ਤੇ ਫਿਰ ਅਸੀਂ ਤੁਹਾਨੂੰ ਦਿਆਂਗੇ। ਅੱਛਾ, ਤੇ ਗ੍ਰੀਨ ਗਲਤੀ ਨਾਲ ਜਿਹੜਾ ਦੇਤਾ, ਤੇ ਫਾਈਲ ਕੀ ਕੀਤਾ ਸੀਗਾ ਜਿਹੜਾ ਤੁਸੀਂ ਕੀ ਉਹਨਾਂ ਨੇ ਗ੍ਰੀਨ ਕਾਰਡ ਤੁਹਾਨੂੰ ਦੇ ਦਿੱਤਾ? ਉਹ ਮੈਨੂੰ ਰੈਸਟੋਰੈਂਟ ਤੋਂ ਦਿੱਤਾ ਸੀ, ਤੇ ਮੈਂ ਰੈਸਟੋਰੈਂਟ ਅਪਲਾਈ ਕੀਤਾ ਸੀ ਤੇ ਉਹ 'ਚ ਅਪਰੂਵ ਹੋ ਗਿਆ ਸੀ। ਕਿਹੜੇ ਸਾਲ 'ਚ ਕੀਤਾ ਸੀ ਤੁਸੀਂ ਰੈਸਟੋਰੈਂਟ? 2004 ਮੈਂ ਕੀਤਾ ਤੇ 96 ਚ ਸੀਗਾ, ਪਰ ਮੈਂ ਅਪਲਾਈ ਕੀਤਾ ਸੀ 98 ਚ ਅਪਲਾਈ ਕੀਤਾ ਸੀ, ਤੇ 2004 ਚ ਮੈਨੂੰ ਗ੍ਰੀਨ ਕਾਰਡ ਆ ਗਿਆ ਸੀ। ਸੋ ਤੁਸੀਂ ਲਾਈਫ ਐਕਟ ਦੇ ਥੱਲੇ ਜਿਹੜੇ ਆ ਜਾਂਦੇ ਆ, ਤੇ ਉਹ I-140 ਵਗੈਰਾ ਤੁਹਾਡਾ ਅਪਰੂਵ ਹੋ ਗਿਆ ਸੀ? ਹਾਂਜੀ, ਉਹਦੇ ਬੇਸ ਤੇ ਮੈਨੂੰ ਗ੍ਰੀਨ ਕਾਰਡ ਲੈ ਦਿੱਤਾ ਸੀਗਾ। ਤੇ ਏਦਾਂ ਕਿਉਂਕਿ ਉਹਨਾਂ ਨੇ ਇੱਕ ਗਲਤੀ ਨਾ ਕਰਤਾ ਇਹ 'ਚ, ਮਤਲਬ ਇਹ ਗਲਤੀ ਵਾਲੀ ਤਾਂ ਕੋਈ ਗੱਲ ਲੱਗਦੀ ਨਹੀਂ, ਕਿਉਂਕਿ ਜੇ ਤੁਸੀਂ ਲਾਈਫ ਐਕਟ ਦੇ ਥੱਲੇ ਆਉਂਦੇ ਆ ਤਾਂ ਉਹਦੇ ਵਿੱਚ ਤਾਂ ਐਮਪਲੋਇਮੈਂਟ ਦੇ ਥਰੂ ਪੱਕਾ ਹੋ ਜਾਂਦਾ। ਡਿਨਾਈ ਕਿਉਂ ਕੀਤਾ ਉਹਨਾਂ ਨੇ, ਫਿਰ ਵਾਪਸ ਕਿਉਂ ਉਹਨਾਂ ਨੇ ਕੀਤਾ? ਕਿਉਂਕਿ ਮੈਨੂੰ ਉਹਨਾਂ ਨੇ 2004 ਚ ਇਹ ਵੀ ਗੱਲ ਕੀਤੀ ਸੀ ਕਿ ਵੀ ਤੁਸੀਂ ਤੁਹਾਡੇ 2 ਕੇਸ ਚੱਲਦੇ, ਇੱਕ ਪੋਲੀਟੀਕਲ ਅਸਾਈਲਮ ਚੱਲਦਾ, ਇੱਕ ਰੈਸਟੋਰੈਂਟ ਦਾ ਚੱਲਦਾ। ਰੈਸਟੋਰੈਂਟ ਦਾ ਜਿਹੜਾ ਤੁਹਾਡੇ ਕੋਲ ਕੋਈ ਅਪਰੂਵ ਨਹੀਂ ਹੈਗਾ ਅਜੇ, ਮੈਂ ਕੰਪਿਊਟਰ 'ਚ ਦੇਖਿਆ ਸੀ ਕਿ ਵੀ ਉਹਨਾਂ ਨੇ ਅਪਰੂਵ ਕਰਤਾ, ਤੇ ਮੈਨੂੰ ਗ੍ਰੀਨ ਆਪਣਾ I-140 ਉਹਨਾਂ ਨੇ ਭੇਜ ਦਿੱਤੀ, ਅਜੇ ਤੱਕ ਮਿਲੀ ਨਹੀਂ। ਤੇ ਜੱਜ ਨੇ ਆਖਿਆ ਕਿ ਵੀ ਜੇ ਤੁਹਾਡੇ ਕੋਲ ਨਹੀਂ ਹੈਗਾ ਕੋਈ ਪ੍ਰੂਫ, ਤੇ ਤੁਸੀਂ ਜ਼ਿਆਦਾ ਵੇਟ ਕਰੋ, ਨਹੀਂ ਤਾਂ ਤੁਸੀਂ ਇੱਕ ਕੇਸ ਬੰਦ ਕਰਾਓ, ਚਾਹੇ ਰੈਸਟੋਰੈਂਟ ਦਾ ਬੰਦ ਕਰਾਓ ਜਾਂ ਤੁਸੀਂ ਪੋਲੀਟੀਕਲ ਅਸਾਈਲਮ, ਦੋਨਾਂ 'ਚ ਇੱਕ ਦਾ ਅਸੀਂ ਡਿਸੀਜਨ ਦੇ ਸਕਦੇ ਹਾਂ। ਤਾਂ ਕਰਕੇ ਉਹਨਾਂ ਤੁਸੀਂ ਮੈਨੂੰ ਪਰ ਰੀਜ਼ਨ ਨਹੀਂ ਦੱਸ ਰਹੇ ਕਿ ਗ੍ਰੀਨ ਕਾਰਡ ਉਹਨਾਂ ਨੇ ਡਿਨਾਈ ਕਿਉਂ ਕੀਤਾ ਤੁਹਾਡਾ? ਡਿਨਾਈਟ ਇਸ ਵਾਸਤੇ ਕੀਤਾ ਕਿ ਜਿਹੜਾ ਕੇਸ ਸੀਗੇ 2 ਕੇਸਾਂ 'ਚੋਂ ਇੱਕ ਕੇਸ ਬੰਦ ਕਰਵਾਉਣਾ ਸੀ, ਤੇ ਤੁਸੀਂ ਰਿਮੂਵਲ ਪ੍ਰੋਸੀਡਿੰਗ ਬੰਦ ਕਰਾਏ ਬਿਨਾਂ 485 ਕਰਤਾ, ਇਹ ਕਹਿਣਾ ਚਾਹੁੰਦੇ? ਹਾਂਜੀ। ਅੱਛਾ, ਦੇਖੋ ਹੁਣ ਮੈਨੂੰ ਪੂਰੀ ਗੱਲ ਨਹੀਂ ਤੁਹਾਡੀ ਪਤਾ, ਪਰ ਜਿਹਨੇ ਵੀ 485 ਫਾਈਲ ਕੀਤਾ ਨਾ ਵਕੀਲ ਨੇ, ਉਹਨੇ ਸਹੀ ਨਹੀਂ ਕੀਤਾ। ਸੋ ਆਪਣਾ ਜਿਹੜਾ ਪਹਿਲਾਂ ਪੁਰਾਣਾ ਜਿਹੜਾ ਕੇਸ ਆ ਉਹਨੂੰ ਰੀਓਪਨ ਕਰਾ ਕੇ ਟਰਮੀਨੇਟ ਕਰਾਓ। ਮੈਨੂੰ ਹੁਣ ਪਤਾ ਨਹੀਂ ਕਿਹੜੇ ਲੈਵਲ ਤੇ ਜਿਹੜਾ ਹੈਗਾ, ਤੇ ਫਿਰ ਤੁਹਾਡਾ ਅਜੇ ਵੀ ਲਾਈਫ ਐਕਟ ਦੇ ਥੱਲੇ ਤੁਸੀਂ ਆਉਂਦੇ ਆ, ਜੇ I-140 ਵਗੈਰਾ ਹੈਗਾ, ਇਹ 'ਚੋਂ ਤੁਹਾਡਾ ਰਾਹ ਜਿਹੜਾ ਉਹ ਨਿਕਲ ਸਕਦਾ। ਤੇ ਬਾਕੀ ਗੱਲ ਇਹ ਹੈ ਕਿ ਜਿਹੜਾ ਯੂ ਵੀਜ਼ੇ ਵਾਲਾ ਉਹ ਵੀ ਤੁਹਾਡਾ ਕਾਫੀ ਜਿਹੜਾ ਨੇੜੇ ਆ। ਮੈਂ ਹੁਣ ਬਸ ਇੱਕੋ ਗੱਲ ਤੇ ਹੈਰਾਨ ਆ ਕਿ ਤੁਸੀਂ ਐਡੇ ਸਾਲ ਕੀ ਕਰਦੇ ਰਹੇ, ਮਤਲਬ ਇਹ ਜਿਹੜਾ ਤੁਹਾਡਾ ਸੀਗਾ ਇਹ ਤਾਂ ਤੁਸੀਂ ਕਦੋਂ ਦਾ ਉਦੋਂ ਦਾ ਫਿਕਸ ਹੋਣਾ ਚਾਹੀਦਾ ਸੀਗਾ। ਮਤਲਬ ਐਡੇ ਲੰਬੇ ਚੱਕਰ ਤੁਸੀਂ ਲਾਈਫ ਐਕਟ ਦੇ ਥੱਲੇ ਜਿਹੜਾ ਤੁਸੀਂ ਆਉਂਦੇ ਆ 245I ਤੁਹਾਡੀ ਐਡਜਸਟਮੈਂਟ ਆ, ਮਤਲਬ ਸਪੈਸ਼ਲ ਕੇਸ ਜਿਹੜੇ ਸਿਰਫ ਕੁਝ ਲੋਕ ਹੀ ਉਹਦੇ ਵਿੱਚ ਸੀਗੇ ਜਿਹੜੇ 2001 ਤੋਂ ਪਹਿਲਾਂ ਜਿਨ੍ਹਾਂ ਨੇ ਕੋਈ ਨਾ ਕੋਈ ਇਦਾਂ ਦੀ ਰੈਸਟੋਰੈਂਟ ਵਾਲੀ ਜਾਂ ਕੋਈ ਹੋਰ ਫੈਮਿਲੀ ਬੇਸਡ ਪਟੀਸ਼ਨ ਜਿਹਦੀ ਕਾਰਵਾਈ ਹੋਈ ਆ। ਤੇ ਸਾਰੇ ਬੰਦੇ ਜਿਹੜੇ ਇਹ ਸੀਗੇ ਕਾਫੀ, ਆਪਾਂ ਇਹਦੇ ਵਿੱਚ ਕੇਸ ਜਿਹੜੇ ਕਢਾਏ ਵੀ, ਪਾਸ ਵੀ ਕਰਾਏ ਆ। ਤੇ ਹੁਣ ਮੇਰੇ ਖਿਆਲ 2024 ਚ ਆ ਕੇ ਤੁਹਾਡਾ ਮੇਰੇ ਖਿਆਲ ਤੁਸੀਂ ਇਕੱਲੇ ਹੀ ਹੋਣੇ ਜਿਹੜਾ ਲਾਈਫ ਐਕਟ ਵਾਲਾ ਅਜੇ ਵੀ ਕੀ ਬੈਨੀਫਿਸ਼ਰੀ ਹੈਗੇ, ਪਰ ਤੁਸੀਂ ਉਹਦਾ ਫਾਇਦਾ ਨਹੀਂ ਲਿਆ। ਜਿਹੜਾ ਇਹਦੇ ਵਿੱਚ ਕਰਨਾ ਕੀ ਚਾਹੀਦਾ ਸੀਗਾ ਤੁਹਾਨੂੰ, ਜਿਹੜਾ ਆਪਣਾ ਰਿਮੂਵਲ ਵਾਲਾ ਕੇਸ ਸੀਗਾ ਉਹ ਬੰਦ ਕਰਾ ਕੇ ਤੇ ਰੈਸਟੋਰੈਂਟ ਵਾਲੇ ਬੇਸ ਤੇ ਜਾਣਾ ਚਾਹੀਦਾ ਹੈਗਾ। ਮੈਂ ਉਹਦੇ ਬੇਸ ਤੇ ਜਵਾਬ ਦੇ ਰਿਹਾ ਜੋ ਤੁਸੀਂ ਮੈਨੂੰ ਇਨਫੋਰਮੇਸ਼ਨ ਦਿੱਤੀ ਆ।
ਪਰ ਹੁਣ ਤੁਸੀਂ ਇੰਨਾ ਟਾਈਮ ਜਿਹੜਾ ਕੱਢਤਾ, 16 ਜਿਹੜਾ ਸੀਗਾ ਯੂਵੀ ਦੇ ਵਾਲੇ ਆਲਰੇਡੀ ਚੱਲ ਰਹੇ, 17 ਤੁਹਾਡਾ ਹੈਗਾ, ਸੋ ਤੁਹਾਡੇ ਕੋਲ ਦੋਨੋਂ ਚੀਜ਼ਾਂ 'ਚ ਜਿਹੜੀ ਆਪਸ਼ਨ ਜਿਹੜੀ ਉਹ ਲੱਭ ਜਾਣੀ। ਠੀਕ ਹੈ ਜੀ। ਬਾਕੀ ਕੰਟੈਕਟ ਕਰ ਲਓ ਤੁਸੀਂ ਅਟਾਰਨੀ ਟਰਕਿਆਨਾ ਜੀ ਦੇ ਨਾਲ 4159090503 ਸਲਾਹ ਲੈ ਲਓ ਅਤੇ ਗੱਲਬਾਤ ਜਿਹੜੀ ਉਹ ਤੁਸੀਂ ਕਰ ਲਿਓ। ਤੇ ਆਪਣੇ ਅਗਲੇ ਕਾਲਰ ਨੇ ਬਿਕਰਮਜੀਤ ਜੀ। ਹਾਂਜੀ ਬਿਕਰਮ। ਹਾਂਜੀ ਹਾਂਜੀ ਪੁੱਛ ਲਓ ਸਵਾਲ ਜੀ। ਜੀ ਪੁੱਛੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਸਵਾਲ ਇਹ ਆ ਜੀ, ਜਿੱਦਾਂ ਆਪਣੇ ਕੈਂਪ ਦੇ ਵਿੱਚ ਬਿਆਨ ਹੁੰਦੇ ਆ ਤਾਂ ਆਪਣੀ ਫਾਈਨਲ ਤਰੀਕ ਆਉਂਦੀ, ਆਪਾਂ ਉਹਨਾਂ ਦੇ ਆਧਾਰ ਤੇ ਐਫੀਡੇਵਿਟ ਬਣਾਉਣੇ ਜਾਂ ਕੋਈ ਫਿਰ ਆਪਾਂ ਨੂੰ ਬਾਅਦ ਵਿੱਚ ਵੀ ਸਟੇਟਮੈਂਟ ਕੋਈ ਜਮ੍ਹਾਂ ਕਰਵਾਉਣੀ ਪੈਂਦੀ ਹੈ? ਇਹ ਤਾਂ ਬੜਾ ਟ੍ਰਿਕ ਜਿਹਾ ਕੁਐਸਚਨ ਪੁੱਛ ਲਿਆ ਮੇਰਾ ਵੀਰ ਤੂੰ ਮੇਰੇ ਤੋਂ। ਸੋ ਏਦਾਂ ਕਿ ਜਿਹੜੇ ਪਹਿਲੀ ਗੱਲ ਤਾਂ ਕੈਂਪ ਦੇ ਵਿੱਚ ਬਿਆਨ ਹੁੰਦੇ ਆ, ਉਹ ਹੁੰਦੇ ਆ ਸਹੁੰ ਖਾ ਕੇ ਕਿ ਤੁਹਾਡੇ ਨਾਲ ਕੀ ਹੱਡਬੀਤੀ ਜਿਹੜੀ ਹੋਈ ਹੈ। ਸੋ ਤੁਸੀਂ ਉਹਨੂੰ ਸਹੁੰ ਖਾ ਕੇ ਜਿਹੜੇ ਆਪਣੀ ਹੱਡਬੀਤੀ ਸੁਣਾਤੀ ਆ। ਹੁਣ ਜਿਹੜੇ ਐਫੀਡੇਵਿਟ ਆ ਉਹਨਾਂ ਨੇ ਵੀ ਜੋ ਦੇਖਿਆ ਉਹਨਾਂ ਨੇ ਆਪਣੇ ਹਿਸਾਬ ਨਾਲ ਹੱਡਬੀਤੀ ਕੀ ਉਹਨਾਂ ਨੂੰ ਪਤਾ ਉਹਦੇ ਹਿਸਾਬ ਨਾਲ। ਸੋ ਤਾਂ ਹੁਣ ਜੇ ਦੋਨੋਂ ਬੰਦਿਆਂ ਨੇ ਸੱਚੀਆਂ ਚੀਜ਼ਾਂ ਜੇ ਲਿਖਣੀਆਂ ਵਾ ਵਿੱਚ, ਫਿਰ ਤਾਂ ਬਿਆਨ ਜਿਹੜੇ ਐਫੀਡੇਵਿਟ ਵਾਲੇ ਆ ਤਾਂ ਜਿਹੜੇ ਉਹ ਆ ਬਾਰਡਰ ਵਾਲੇ ਉਹ ਰਲਣੇ ਚਾਹੀਦੇ ਆ, ਰਾਈਟ? ਸਹੀ ਹੈ। ਤਾਂ ਹੁਣ ਦੁਬਾਰਾ ਮੇਰੇ ਤੋਂ ਸਵਾਲ ਪੁੱਛੋ ਇੱਕ ਵਾਰੀ, ਕੀ ਸਵਾਲ ਸੀਗਾ, ਫਿਰ ਮੈਂ ਦਿੰਦਾ ਖੋਲ ਕੇ ਜਵਾਬ। ਹਾਂਜੀ ਮੈਂ ਜਿੱਦਾਂ ਤੁਹਾਨੂੰ ਇਹੀ ਦੱਸਿਆ ਵੀ ਆਪਣਾ ਕੈਂਪ ਦੇ ਵਿੱਚ ਜਿਹੜੇ ਬਿਆਨ ਹੁੰਦੇ ਆ ਆਪਾਂ ਉਹਨਾਂ ਦੇ ਆਧਾਰ ਤੇ ਹੀ ਐਫੀਡੇਵਿਟ ਤਿਆਰ ਕਰਾਉਣੇ ਜਾਂ ਫਿਰ ਆਪਾਂ ਨੂੰ ਬਾਅਦ ਵਿੱਚ ਵੀ ਕੋਈ ਸਟੇਟਮੈਂਟ ਆਪਾਂ ਨੂੰ ਦੇਣੀ ਪੈਂਦੀ ਆ? ਨਹੀਂ ਦੇਣਾ ਪੈਂਦਾ ਤਾਂ ਕੁਛ ਨਹੀਂ ਆ, ਜੋ ਮਤਲਬ ਬਿਆਨ ਜੇ ਤੁਹਾਡੇ ਸਹੀ ਆ, ਉਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆ, ਉਹ ਤੁਹਾਡੇ ਬਿਆਨ ਜਿਹੜੇ ਉਹਨਾਂ ਨੇ ਲੈਣੇ ਸੀ ਉਹ ਲੈ ਲਏ ਆ। ਉਸ ਤੋਂ ਬਾਅਦ ਤੁਸੀਂ ਆਪਣੇ ਕੇਸ 'ਚ ਤੁਹਾਡੇ ਕੋਲ ਇੱਕ ਮੌਕਾ ਹੋਰ ਹੈਗਾ ਕਿ ਆਪਣਾ ਜਿਹੜਾ ਕੇਸ ਸਾਨੂੰ ਹੋਰ ਡਿਟੇਲ 'ਚ ਤੁਸੀਂ ਪੇਸ਼ ਕਰ ਸਕਦੇ ਆ, ਠੀਕ ਆ। ਜੇ ਕੋਈ ਕਮੀ ਪੇਸ਼ੀ ਰਹਿੰਦੀ ਸੀਗੀ, ਤੁਹਾਨੂੰ ਰੀਜ਼ਨ ਦੱਸਣਾ ਪੈਣਾ ਕਿ ਕਿਉਂ ਕਮੀ ਪੇਸ਼ੀ ਰਹਿੰਦੀ ਸੀ, ਤੁਸੀਂ ਆਪਣਾ ਦੱਸ ਸਕਦੇ ਆ। ਤੇ ਰਹੀ ਗੱਲ ਗਵਾਹਾਂ ਦੀ, ਤੇ ਗਵਾਹਾਂ ਤਾਂ ਮੇਰਾ ਵੀਰ ਜੋ ਉਹਨਾਂ ਨੂੰ ਦੇਖਿਆ ਯਾਦ ਆ ਉਹੀ ਕਰਨਾ, ਤੇ ਉਹਦੇ ਵਿੱਚ ਤੇਰੀ ਕੋਈ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ ਕਿ ਏਦਾਂ ਲਿਖੋ ਐਫੀਡੇਵਿਟ ਜਾਂ ਓਦਾਂ ਲਿਖੋ। ਉਹ ਗਵਾਹ ਜੋ ਉਹਨਾਂ ਨੂੰ ਯਾਦ ਆ ਉਨਾ ਹੀ ਉਹ ਲਿਖ ਸਕਦੇ ਆ ਜੀ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ। ਇੱਕ ਨਾ ਮੇਰਾ ਕੇਸ ਜਿੱਦਾਂ ਤੁਹਾਡੇ ਕੋਲ ਹੀ ਆ ਤੇ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਕਿੱਦਾਂ ਹਨਾ ਤਿਆਰ ਕਰਨਾ ਸਾਰਾ ਕੁਝ। ਇੱਕ ਵਾਰੀ ਜੇ ਤੁਹਾਡੇ ਨਾਲ ਗੱਲ ਹੋਏਗੀ ਤੁਸੀਂ ਸਮਝਾ ਦਿੰਦੇ ਹਨਾ ਕਿੱਦਾਂ? ਮੈਂ ਹੁਣੇ ਸਮਝਾ ਦੇਣਾ। ਸੋ ਤਰੀਕ ਕਦੋਂ ਤੇਰੀ ਮੇਰਾ ਵੀਰ? 13 ਜਨਵਰੀ ਹਨਾ 2025। 2025 ਦੇ ਵਿੱਚ? ਤੇ ਲਾ ਆਪਣਾ ਨਾਮ ਤੇ ਏਲੀਅਨ ਨੰਬਰ ਮੈਨੂੰ ਦੱਸ ਦਿਓ ਕੀ ਹੈਗਾ। 3 ਡਿਜਿਟ ਹੀ ਦੱਸਿਓ ਲਾਸਟ ਵਾਲੇ ਸਿਰਫ ਏਲੀਅਨ ਨੰਬਰ ਦੇ। ਮੇਰਾ ਨਾਮ ਹੈਗਾ ਜੀ ਵਿਕਰਮਜੀਤ ਸਿੰਘ। ਜੀ 822 822 ਇੱਕ ਸੈਕਿੰਡ। ਹਾਂਜੀ 822 ਤੇ ਆਪਣਾ ਕਿਹੜਾ ਕੋਡ? ਸੈਕਰਾਮੈਂਟੋ ਹੈ ਜੀ। ਸੈਕਰਾਮੈਂਟੋ। ਠੀਕ ਹੈ, ਤੁਹਾਨੂੰ ਆਪਾਂ ਕੰਟੈਕਟ ਕਰ ਲਾਂਗੇ। ਠੀਕ ਹੈ ਜੀ ਸਰ। ਓਕੇ ਵਿਕਰਮ। ਓਕੇ ਥੈਂਕ ਯੂ ਜੀ। ਜੀ। ਅਗਲੇ ਕਾਲਰ ਦਵਿੰਦਰ। ਹਾਂਜੀ ਦਵਿੰਦਰ ਜੀ ਪੁੱਛੋ ਜੀ ਸਵਾਲ। ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ ਸੀਗਾ ਕਿ ਜਿੱਦਾਂ ਮੈਂ ਨਾ ਫ੍ਰਿਜ਼ਨੋ 'ਚ ਰਹਿਣਾ ਆ ਜੀ, ਤੇ ਮੇਰਾ ਪਹਿਲਾਂ ਕੇਸ ਲੱਗਾ ਸੀਗਾ ਸੈਨ ਫਰਾਂਸਿਸਕੋ, ਤੇ ਉਸ ਦੇ ਜਿਹੜੇ ਵਕੀਲ ਆ ਤੇ ਹੁਣ ਕਹਿੰਦੇ ਆ ਕਿ ਜਿੱਦਾਂ ਹੁਣ ਮੈਂ ਫ੍ਰਿਜ਼ਨੋ ਨੂੰ ਕੋਰਟ ਪੈਂਦੀ ਆ ਕੌਂਕੜ ਜੀ, ਜਿਹੜੇ ਵੀ ਉੱਥੇ ਫ੍ਰਿਜ਼ਨੋ ਵਾਲਿਆਂ ਦਾ ਜਿਨ੍ਹਾਂ ਦਾ ਵੀ ਸੈਨ ਫਰਾਂਸਿਸਕੋ ਕੇਸ ਆ ਉਹਦੀ ਕੋਰਟ 'ਚ ਕੇਸ ਪਾਸ ਨਹੀਂ ਹੁੰਦੇ ਕਿ ਉਹ ਕਹਿੰਦੇ ਕਿ ਕੌਂਕੜ ਮੂਵ ਕਰਾ ਲਓ। ਇਹ ਸਹੀ ਆ ਜਾਂ ਰੋਂਗ ਆ? ਭਾਜੀ ਤੁਹਾਡਾ ਜੁਰਿਸਡਿਕਸ਼ਨ ਕੌਂਕੜ ਪੈਂਦਾ, ਸੋ ਤੁਸੀਂ ਮੂਵ ਦੇਖੋ ਟੈਕਨੀਕਲੀ ਜਿਹੜਾ ਹੁਣ ਕੌਂਕੜ ਕੋਰਟ ਜਿਹੜਾ ਉਹ ਲੱਗਦਾ ਤੁਹਾਨੂੰ, ਠੀਕ ਆ। ਜੇ ਤੁਸੀਂ ਤਰੀਕ ਆਪਣੀ ਸੈਨ ਫਰਾਂਸਿਸਕੋ ਭੁਗਤਣ ਜਾਂਦੇ ਆ ਤੇ ਉਦੋਂ ਜੱਜ ਨੇ ਇੱਕ ਵਾਰੀ ਜ਼ਰੂਰ ਗੱਲ ਛੇੜਨੀ ਆ ਸਰਕਾਰੀ ਵਕੀਲ ਨੂੰ ਕਿ ਭਾਈ ਇਹ ਬੰਦਾ ਕੌਂਕੜ 'ਚ ਪੈਂਦਾ, ਤੁਹਾਨੂੰ ਇਤਰਾਜ਼ ਤਾਂ ਨਹੀਂ ਕੋਈ ਹੈਗਾ ਇਹਦਾ, ਇੱਥੇ ਕੇਸ ਸੁਣੀਏ ਕਿ ਇਹਦਾ ਮੂਵ ਕਰੀਏ ਕੇਸ। ਤੇ ਫਿਰ ਤੁਹਾਡਾ ਜਿਹੜਾ ਟਾਈਮ ਬਹੁਤ ਖਰਾਬ ਜਿਹੜਾ ਹੋ ਜਾਣਾ, ਕਿਉਂਕਿ ਜੇ ਸਰਕਾਰੀ ਵਕੀਲ ਨੇ ਲਾਸਟ ਮੌਕੇ ਤੇ ਕਹਿ ਦਿੱਤਾ ਕਿ ਨਹੀਂ ਇਹਦਾ ਕਰੋ ਕੌਂਕੜ ਮੂਵ, ਤੇ ਕੌਂਕੜ ਮੂਵ ਉਹਨਾਂ ਨੇ ਕਰ ਦੇਣਾ। ਬਿਹਤਰੀ ਇਹਦੇ ਵਿੱਚ ਇਹੀ ਆ, ਮੈਨੂੰ ਹੁਣ ਪਤਾ ਨਹੀਂ ਤੁਹਾਡਾ ਜੱਜ ਕੌਣ ਆ, ਵਕੀਲ ਦੀ ਜਿਹੜੀ ਤੁਹਾਡੀ ਸਲਾਹ ਤੁਸੀਂ ਕਹਿੰਦੇ ਇਹੀ ਆ ਕਿ ਇਹ ਜੱਜ ਵੀ ਔਖਾ ਵਾ ਤੇ ਆਪਣਾ ਕੇਸ ਮੂਵ ਕਰਾ, ਤੇ ਜਿਹੜਾ ਬਣਦਾ ਵੀ ਕੇਸ ਮੂਵ ਕਰਾਉਣਾ ਕੌਂਕੜ ਹੀ ਆ ਤੁਹਾਡਾ। ਤੇ ਮੈਂ ਤੁਹਾਡੇ ਵਕੀਲ ਦੀ ਜਿਹੜੀ ਸਲਾਹ ਨਾਲ ਸਹਿਮਤ ਹਾਂ, ਤੁਸੀਂ ਉਹਨੂੰ ਕੌਂਕੜ ਜਿਹੜਾ ਮੂਵ ਕਰਾਓ। ਠੀਕ ਆ, ਪਰ ਮੈਨੂੰ ਮੇਰਾ ਵਕੀਲ ਇਹ ਕਹਿੰਦਾ ਕਿ ਤੇਰਾ ਜੱਜ ਆ ਨਾ ਜਿਹੜਾ ਉਹ ਵਧੀਆ ਆ, ਤੂੰ ਨਾ ਆਪਣਾ ਜਿਹੜਾ ਐਡਰੈਸ ਆ
ਉਹ ਇੱਧਰ ਸਨ ਹੋਜ਼ੇ ਵਾਲੇ ਪਾਸੇ ਕਰਾ ਲਾ ਕਿ ਤੇਰਾ ਕੋਡ ਫੇ ਸੈਨ ਫਰਾਂਸਿਸਕੋ। ਹੁਣ ਵਕੀਲ ਦਾ ਨਾਂ ਲੈ ਕੇ ਕਿਤੇ ਤੁਸੀਂ ਬੜੇ ਸਵਾਲ ਮੇਰੇ ਕੋਲ ਪੁੱਛੀਏ ਨੇ ਟੇਢੇ ਮੇਢੇ ਜੇ ਤੇ ਇਦਾਂ ਇਹ ਸਲਾਹ ਟੋਟਲੀ ਗਲਤ ਆ ਜੀ। ਜਿੱਥੇ ਰਹਿੰਦੇ ਉਹੀ ਐਡਰੈਸ ਦੇਣਾ ਹੁੰਦਾ ਜੀ। ਸਾਡਾ ਟਰੰਪ ਸਾਹਿਬ ਜਿਹੜਾ ਪ੍ਰੋਗਰਾਮ ਆ ਉਹ ਆਪ ਸੁਣਦੇ ਆ ਪੰਜਾਬੀ ਦੇ ਵਿੱਚ। ਉਹਨਾਂ ਨੇ ਨੋਟ ਕਰ ਲੈਣਾ ਸਾਰੇ ਕੌਣ ਕੌਣ ਬੰਦੇ ਆ ਪੁੱਠੇ ਪੁੱਠੇ ਸਵਾਲ ਜਿਹੜੇ ਪੁੱਛਦੇ ਆ। ਨਹੀਂ ਏਦਾਂ ਦੇਖੋ ਭਾਜੀ, ਮੁੱਕਦੀ ਤੇ ਲੀਗਲ ਸਲਾਹ ਤਾਂ ਇਹੀ ਆ ਜੀ। ਜਿੱਥੇ ਰਹਿੰਦੇ ਆ ਉਹੀ ਐਡਰੈਸ ਦੇਣਾ ਆ। ਉਹਦੇ ਚ ਜਿਹੜੀ ਜੂਰਿਸਡਿਕਸ਼ਨ ਪੈਂਦੀ ਆ ਉਸੇ ਕੋਰਟ ਤੇ ਜਾਣਾ ਆ। ਇਹ ਤੋਂ ਪਰੇ ਕੋਈ ਹੋਰ ਗੱਲ ਨਹੀਂ। ਨਾਲੇ ਪਤਾ ਕੀ ਹੁੰਦਾ, ਬਾਅਦ ਚ ਜਿਹੜਾ ਆਪਣਾ ਵਕੀਲ ਹੁੰਦਾ ਉਹ ਮੁੱਕਰ ਜਾਂਦਾ ਹੁੰਦਾ। ਬਾਅਦ ਚ ਕਹਿਣਾ ਜੇ ਟੇਰਕਿਆਨੇ ਨੇ ਮੈਨੂੰ ਕਿਹਾ ਹੈਗਾ ਕਿ ਉੱਥੇ ਚੱਲ ਜਾ। ਜੀ ਜੀ ਏਦਾਂ ਨਾ ਕਰਿਓ ਜੀ। ਜਿੱਥੇ ਹੈਗੇ ਓਦਾਂ ਕਰ ਲਓ ਤੇ ਨਹੀਂ ਤਾਂ ਮੂਵ ਹੋਣਾ ਜੇ ਏਦਾਂ ਹੀ ਤੁਹਾਨੂੰ ਲੱਗਦਾ ਤਾਂ ਫਿਰ ਉੱਥੇ ਰਹਿ ਲਓ। ਫਿਰ ਉਹ ਤੁਹਾਨੂੰ ਸੌਖਾ ਰਹੂਗਾ। ਫਿਰ ਏਦਾਂ ਕਰ ਸਕਦੇ ਤੁਸੀਂ। ਪਰਮਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟਰਕੀਆਨਾ ਜੀ, ਤੁਸੀਂ ਜੋ ਵੀ ਇਨਫੋਰਮੇਸ਼ਨ ਇੰਨੀ ਬਰੀਕੀ ਨਾਲ ਦਿੰਦੇ ਹੋ ਬਹੁਤ ਹੀ ਸਮਝਣ ਵਾਲੀਆਂ ਹੁੰਦੀਆਂ ਨੇ। ਤੁਹਾਡਾ ਬਹੁਤ ਧੰਨਵਾਦ ਹੈ। ਪੰਜਾਬੀ ਰੇਡੀਓ USA ਦਾ ਵੀ ਬਹੁਤ ਧੰਨਵਾਦ ਹੈ। ਮੇਰਾ ਇੱਕ ਸਵਾਲ ਹੈਗਾ ਕਿ ਮੈਂ ਆਪਣੇ ਮੈਰਿਡ ਬੱਚੇ ਦਾ ਕੇਸ 11 ਦਸੰਬਰ ਨੂੰ ਪਾਇਆ ਸੀਗਾ ਜੀ। ਤੇ ਹੁਣ ਜਦੋਂ ਇਮੀਗ੍ਰੇਸ਼ਨ ਦੀ ਨਿਊਜ਼ ਸੁਣਦੇ ਆ ਤੇ ਉਹਦੇ ਵਿੱਚ 12 ਅਪ੍ਰੈਲ ਦੇ ਕੇਸ ਜਿੱਦਾਂ ਮੰਗ ਲਏ ਨੇ ਪੇਪਰ, ਪਰ ਸਾਡਾ ਕੇਸ ਹਾਲੀ ਕੋਈ ਲੈਟਰ ਨਹੀਂ, ਕੁਛ ਨਹੀਂ ਆਇਆ। ਤੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਜ਼ਰੂਰ ਦੱਸੋ। ਸਾਰੇ ਮੈਨੂੰ ਇੱਕ ਵਾਰੀ ਪੂਰਾ ਸਾਲ ਦੱਸੋ, ਦਸੰਬਰ ਵਾਲਾ ਕਿਹੜੇ ਸਾਲ ਦੀ ਗੱਲ ਕਰਦੇ ਆਪਾਂ? 11 ਵਿੱਚ ਜੀ, 2011। ਨਹੀਂ ਅਜੇ ਤਾਂ ਦੇਖੋ ਉਹਨਾਂ ਨੇ ਜਿਹੜੀ ਉਹਲੇ ਕੇਸ ਜਿਹੜੇ ਸੀਗੇ ਅਜੇ ਕਰਨੇ ਨਹੀਂ ਸ਼ੁਰੂ ਕੀਤੇ। ਮੇਰੇ ਖਿਆਲ 2009 ਦੇ ਉਹ ਜਿਹੜੇ ਕਰ ਰਹੇ ਆ, 9 ਤੇ 10 ਦੇ, ਤੇ ਉਹ ਤੁਹਾਨੂੰ ਵੇਟ ਕਰਨੀ ਪੈਣੀ ਉਹਦੀ। ਤੇ ਉਹਦੀ ਵੇਟ ਹੁਣ ਕਿੰਨੀ ਦੇਰ ਕਰਨੀ ਹੈ ਇਹ ਚੀਜ਼ ਤੁਹਾਨੂੰ ਜਿਹੜਾ ਵੀਜ਼ਾ ਬੁਲੇਟਿਨ ਜਿਹੜਾ ਹੁੰਦਾ ਉੱਥੋਂ ਦੀ ਜਿਹੜੀ ਇਹ ਚੀਜ਼ ਆ ਉਹ ਪਤਾ ਲੱਗਦੀ ਹੈ। ਜਿਹੜਾ ਵੀਜ਼ਾ ਬੁਲੇਟਿਨ ਸੁਣਿਆ ਸੀਗਾ ਉਹ ਆਇਆ ਹੋਇਆ ਉਹਨਾਂ ਨੇ ਪਿਛਲੇ ਹਫ਼ਤੇ ਹੀ ਆਇਆ ਆ। ਉਹਦੇ ਚ ਤਾਂ 12 ਅਪ੍ਰੈਲ ਸ਼ੋ ਕਰੀ ਜਾ ਰਹੇ ਨੇ 2011 ਦੀ। ਨਹੀਂ ਆਪਾਂ ਹੁਣੇ ਕਰ ਦਿੰਨੇ ਆ, ਤੁਹਾਡੇ ਸਾਹਮਣੇ ਚੈੱਕ ਕਰ ਦਿੰਨੇ ਆ। ਸੋ ਕਿਹੜੀ ਕੈਟਾਗਰੀ ਦਾ ਸੀਗਾ? ਭੈਣ ਭਰਾ ਦਾ ਜਾਂ ਬੱਚਿਆਂ ਦਾ? ਕਿਹੜਾ ਸੀਗਾ? ਬੱਚੇ, ਮੈਰਿਡ ਬੱਚੇ। ਮੈਰਿਡ ਬੱਚੇ ਜੀ। F3 ਆ ਜਾਂਦਾ ਜੀ ਇੰਟਰਨੈਟ ਕਹਿਣਾ ਜੀ। ਹਾਂਜੀ ਹਾਂਜੀ। 1 ਅਪ੍ਰੈਲ 2010 ਆ ਜਿਹੜਾ ਇਹ ਜਿਹੜਾ ਚਾਰਟ ਇਹ ਆ। ਹਾਂਜੀ ਉਹਦੇ ਚਾਰਟ ਇਹਦੇ ਹਿਸਾਬ ਨਾਲ ਚੱਲਣਾ। ਹਾਂਜੀ ਥੈਂਕ ਯੂ, ਬਹੁਤ ਧੰਨਵਾਦ। ਹਾਂਜੀ ਮਿਹਰਬਾਨੀ ਜੀ, ਸ਼ੁਕਰੀਆ ਜੀ। ਤੁਹਾਡਾ ਫਿਰ ਵੇਟ ਤੁਹਾਡਾ 11 ਦੇ ਵਿੱਚ ਆਣਾ ਨਾ, 10 ਵਾਲਾ ਚੱਲ ਰਿਹਾ। ਸੋ ਚਾਰਟ ਦੀ ਜਿਹੜਾ ਬੈਕਲੌਗ ਆ ਜੀ। ਠੀਕ ਹੈ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਜਸਵੀਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਮੇਰਾ ਸਵਾਲ ਇਹ ਹੈ ਜੀ, ਅਸੀਂ ਨਾ ਵਾਈਫ ਤੇ ਮੈਂ V1 V2 ਵੀਜ਼ੇ ਤੇ ਆਏ ਹਾਂ ਦੁਬਈ ਤੋਂ। ਤੇ ਅਸੀਂ 15 ਸਾਲ ਕੰਮ ਕੀਤਾ ਦੁਬਈ ਤੇ ਸਾਡਾ ਅਸਾਈਲਮ ਹੋ ਸਕਦਾ ਇੱਥੇ? 15 ਸਾਲ ਦੁਬਈ ਕੰਮ ਕੀਤਾ ਤੇ ਹੁਣ ਇੱਥੇ ਆਏ ਆ ਟੂਰਿਸਟ ਵੀਜ਼ੇ ਤੇ? ਹਾਂਜੀ ਟੂਰਿਸਟ ਵੀਜ਼ੇ ਤੇ ਆਏ, ਇੰਡੀਆ ਤੋਂ ਹੋ ਗਿਆ 1 ਮਹੀਨਾ ਰਹਿ ਕੇ। ਅੱਛਾ, ਅੱਜ ਤੇ ਭਾਜੀ ਲੱਗਦਾ ਵਕੀਲ ਘੇਰ ਕੇ ਮਾਰ ਦੇਣਾ ਸਾਰਿਆਂ ਨੇ। ਏਦਾਂ ਦੇ ਖਤਰਨਾਕ ਕੁਐਸਚਨ ਜਿਹੜੇ ਪੁੱਛੇ ਜਾ ਰਹੇ ਆ। ਉਹ ਕਹਿੰਦੇ ਵੀ ਤੁਸੀਂ ਹਾਰ ਕੇ ਕਿਹੜਾ ਪਾਸ ਕਿਉਂ ਕਰਾਤਾ? ਤੁਸੀਂ ਕਾਹਤੇ ਸੌਖੇ ਕੀਤਾ ਸਾਨੂੰ? ਨਹੀਂ ਮੈਂ ਭਾਜੀ ਦੇਖੋ ਏਦਾਂ, ਮੈਂ ਕਿਸੇ ਨੂੰ ਨਹੀਂ ਕਹਿੰਦਾ ਅਸਾਈਲਮ ਫਾਈਲ ਕਰੋ, ਠੀਕ ਆ? ਮੁੱਕ ਦੀ ਗੱਲ ਆ ਜੀ। ਜੀ ਜੀ। ਤੇ ਮੈਨੂੰ ਬੰਦੇ ਨੇ ਦੱਸਣਾ ਹੁੰਦਾ ਕਿ ਕਿਉਂ ਭਾਈ ਉਹਨੂੰ ਪ੍ਰੋਬਲਮ ਹੈਗੀ ਆ, ਕਿੱਦਾਂ ਵਾ। ਹੁਣ ਤੁਸੀਂ ਮੈਨੂੰ ਕਹਿ ਰਹੇ ਆ ਕਿ ਤੁਸੀਂ ਮੈਨੂੰ ਇਹ ਕਹਿ ਰਹੇ ਆ ਕਿ ਭਾਈ ਮੈਂ ਟੌਰ ਨਾਲ ਦੁਬਈ 15 ਸਾਲ ਰਹਿ ਕੇ ਆਇਆ ਤੇ ਹੁਣ ਮੈਂ ਟੂਰਿਸਟ ਵੀਜ਼ੇ ਤੇ ਇੱਥੇ ਆਇਆ, ਮਹੀਨਾ ਲਾ ਕੇ ਵੀ ਆਇਆ, ਮਹੀਨਾ ਲਾ ਕੇ ਵੀ ਆਇਆ। ਤੇ ਭਾਜੀ ਇਹ ਮੈਂ ਕਿੱਦਾਂ ਜਵਾਬ ਇਹਦਾ ਦੇਵਾਂ? ਮੈਨੂੰ ਦੱਸੋ, ਤੁਸੀਂ ਮੈਨੂੰ ਦੱਸੋ। ਚਲੋ ਕੀ ਪ੍ਰੋਬਲਮ ਹੈਗੀ ਤੁਹਾਨੂੰ ਆਪਣੇ ਦੇਸ਼ ਤੋਂ? ਚਲੋ ਕੋਈ ਨਹੀਂ। ਇਦਾਂ ਹੁੰਦਾ ਨਾ ਕਈ ਵਾਰੀ ਤੁਸੀਂ ਜਦੋਂ ਸਪੌਟ ਤੇ ਕਿਸੇ ਨੂੰ ਪਾਉਂਦੇ ਆਪ ਵੀ ਕਈ ਵਾਰੀ ਬੰਦਾ ਸਪੌਟ ਤੇ ਪੈ ਜਾਂਦਾ। ਸੋ ਇਦਾਂ ਦੀ ਇਹ ਤੁੱਕ ਨਹੀਂ ਬਣਦੀ। ਤੁਹਾਨੂੰ ਪ੍ਰੋਬਲਮ ਆ ਉਸ ਮੁਲਕ 'ਚ, ਤੁਹਾਨੂੰ ਲੱਗਦਾ ਤੁਹਾਡੀ ਜਾਨ ਨੂੰ ਖਤਰਾ ਆ, ਤੁਸੀਂ ਆ ਕੇ ਦੱਸੋ। ਉਹ ਤੁਹਾਡੇ ਮੂੰਹੋਂ ਆ, ਉਹ ਜੋ ਤੁਹਾਨੂੰ ਲੱਗਦਾ ਉਹ ਦੱਸੋ, ਤੁਹਾਨੂੰ ਦੱਸ ਦੇਣਗੇ ਵੀ ਤੁਹਾਡਾ ਬਣਦਾ ਹੈ ਜਾਂ ਨਹੀਂ ਬਣਦਾ। ਇਹ ਪੁੱਛਣਾ ਵੀ ਮੈਂ ਉੱਥੋਂ ਘੁੰਮ ਫਿਰ ਕੇ ਆਇਆ ਜਾਂ ਉੱਥੇ ਰਹਿ ਕੇ ਆਏ, ਕੰਮ ਕਰਕੇ ਆਏ, ਫਿਰ ਉੱਥੇ ਦੁਬਾਰਾ ਜਾ ਕੇ ਵੀ ਆਏ ਆ, ਮੈਂ ਅਸਾਈਲਮ ਲਾ ਸਕਦਾ ਕਿ ਨਹੀਂ? ਇਹ ਟੋਟਲੀ ਰੌਂਗ ਕੁਐਸਚਨ ਆ। ਇਹ ਪਲੀਜ਼ ਇਦਾਂ ਦੇ ਕੁਐਸਚਨ ਨਾ ਕਰਿਆ ਕਰੋ। ਨਹੀਂ ਨਾਲੇ ਇੱਥੇ ਹੁਣ ਸਾਡਾ ਕੀ ਆ ਕਿ ਕਾਨੂੰਨ ਦੀ ਕਿਤਾਬ ਹੁਣ ਸਾਨੂੰ ਕੀ ਕਹਿੰਦੀ ਆ, ਬੰਦੇ ਨੂੰ ਤੇ ਸਾਰੇ ਲਿਸਟਾਂ ਨੂੰ ਫ੍ਰਿਵਲਸ ਅਸਾਈਲਮ ਦੀ ਜਿਹੜੀ ਵਾਰਨਿੰਗ ਦਿਓ। ਜੱਜ ਵੀ ਜਿਹੜਾ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਦਿੰਦਾ
ਫ੍ਰਿਵਲਸ ਅਸਾਈਲਮ ਹੁੰਦਾ ਕਿ ਜੇ ਬੰਦੇ ਦਾ ਕੁਝ ਵੀ ਝੂਠ ਜਿਹੜਾ ਨਿਕਲਿਆ, ਝੂਠ ਅਸਾਈਲਮ ਲਾ ਰਿਹਾ, ਫੜਿਆ ਜਾਂਦਾ ਤੇ ਉਹਨੂੰ ਫਿਰ ਜਿਹੜਾ ਫੋਰਐਵਰ ਉਹ ਬਾਹਰ ਲੱਗ ਜਾਂਦੀ ਆ ਕੋਈ ਵੀ ਹੋਰ ਜਿਹੜਾ ਰਿਲੀਫ ਆ ਉਹ ਲੈਣ ਤੋਂ। ਤੇ ਫ੍ਰਿਵਲਸ ਅਸਾਈਲਮ ਤੁਸੀਂ ਜਿਹੜਾ ਨਹੀਂ ਕਰ ਸਕਦੇ ਆ। ਤੇ ਜਿਹੜਾ ਟੂਰਿਸਟ ਵੀਜ਼ੇ ਤੇ ਹੁਣ ਆਇਆ, ਓਬਵੀਅਸਲੀ ਤੁਸੀਂ ਉਹਨਾਂ ਨੂੰ ਕੁਝ ਕਹਿ ਕੇ ਆਏ ਆ ਕਿ ਕਿਉਂ US ਚੱਲੇ ਆ ਕਿੱਦਾਂ। ਤੇ ਦੁਬਈ ਵਾਲਾ ਵੀ ਜਿਹੜਾ ਇੱਕ ਫੈਕਟਰ ਵਿੱਚ ਜਿਹੜਾ ਤੁਸੀਂ ਕਹਿੰਦੇ ਹੈਗੇ ਕਿ ਕਿਉਂ ਉੱਥੇ ਪਈ ਰਹਿੰਦੇ ਸੀਗੇ, ਤੇ ਜੇ ਪ੍ਰੋਬਲਮ ਨਹੀਂ ਹੈਗੀ ਕੋਈ ਅਸਾਈਲਮ ਨਹੀਂ ਹੈਗਾ। ਜੇ ਪ੍ਰੋਬਲਮਾਂ ਹੈਗੀਆਂ ਤੇ ਫਿਰ ਉਸ ਤੋਂ ਬਾਅਦ ਮੁੱਦੇ ਆ ਕਿ ਮੁੱਦੇ ਕੀ ਜਿਹੜੇ ਸੀਗੇ, ਦੁਬਈ ਵਾਲਾ ਮੁੱਦਾ ਕੀ ਆ ਕਿਉਂ ਆ, ਰਾਈਟ। ਤੇ ਇਹਦੇ ਵਿੱਚ ਹੁਣ ਜਿਹੜਾ ਤੁਸੀਂ ਮੈਨੂੰ ਕਾਲ ਕਰ ਰਹੇ ਕਿ ਭਾਈ ਮੇਰੀ ਅਸਾਈਲਮ ਲੱਗ ਸਕਦੀ ਆ ਆਪਣਾ ਟੂਰਿਸਟ ਵੀਜ਼ੇ ਤੇ ਸਟੂਡੈਂਟ ਤੇ, ਮੈਨੂੰ ਹੁਣ ਕੀ ਪਤਾ ਕੀ ਆ ਅਸਾਈਲਮ, ਤਾਂ ਮੈਂ ਤਾਂ ਹੀ ਜਵਾਬ ਦੇ ਸਕਦਾ ਨਾ। ਮੈਨੂੰ ਪਹਿਲਾਂ ਕੋਈ ਆਪਣੀ ਕਹਾਣੀ ਦੱਸੂਗਾ ਕਿ ਭਾਈ ਮੇਰੇ ਨਾਲ ਕੀ ਹੋਇਆ, ਕੀ ਧੱਕਾ ਹੋਇਆ, ਉਹਦੇ ਬੇਸ ਤੇ ਮੈਂ ਤੁਹਾਨੂੰ ਜਵਾਬ ਦੇ ਸਕਦਾ। ਹੁਣ ਜਿਹੜਾ ਸਿੱਧਾ ਹੀ ਸਵਾਲ ਆ ਕਿ ਭਾਈ ਮੈਂ ਦੁਬਈ ਰਹਿ ਕੇ ਆਇਆ, ਮੈਂ ਇੰਡੀਆ ਘੁੰਮ ਕੇ ਆਇਆ, ਮੇਰਾ ਅਸਾਈਲਮ ਲੱਗ ਸਕਦਾ, ਇਹਦਾ ਮੈਂ ਹੁਣ ਕਿੱਦਾਂ ਜਵਾਬ ਦੇ ਸਕਦਾ ਜੀ। ਹਰਪ੍ਰੀਤ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਜੀ ਲਾਸਟ ਈਅਰ ਇੰਟਰਵਿਊ ਆਇਆ ਸੀ ਅਸਾਈਲਮ ਆਫਿਸ ਵਿੱਚ ਜੀ। ਵਕੀਲ ਸਾਹਿਬ ਨੇ ਪੇਪਰ ਨਹੀਂ ਹਨ ਟਾਈਮ ਨਾਲ ਜਮ੍ਹਾਂ ਕੀਤੇ, ਯਾਨੀ ਫਰਾਈਡੇ ਨੂੰ ਕਰਨੇ ਹਨ, ਉਹਨਾਂ ਮੰਡੇ ਨੂੰ ਕੀਤੇ। ਮੇਰਾ ਵੈਡਨਸਡੇ ਨੂੰ ਇੰਟਰਵਿਊ ਸੀ, ਉਹਨਾਂ ਨੇ ਉਹ ਪੜ੍ਹ ਨਹੀਂ ਪਾਏ ਸਾਰੀ ਸਟੋਰੀ ਜੋ ਵੀ ਕੇਸ ਸੀ। ਉੱਦਾਂ ਉਹਨਾਂ ਕੋਲ ਟਾਈਮ ਘੱਟ ਸੀ, ਮੇਰਾ ਇੰਟਰਵਿਊ ਹਾਫ ਹੋਇਆ, ਮਤਲਬ ਉਹਨਾਂ ਕਿਹਾ ਵੀ ਕੰਪਲੀਟ ਨਹੀਂ ਹੋਇਆ, ਤੁਹਾਨੂੰ ਦੁਬਾਰਾ ਡੇਟ ਦਿਆਂਗੇ। ਹੁਣ 1.5 ਸਾਲ ਹੋ ਗਿਆ ਜੀ, ਉਹਦੇ ਚੈੱਕ ਕਰਨੇ ਆ, ਉਹ ਇੰਟਰਵਿਊ ਕੰਪਲੀਟ ਸ਼ੋ ਹੋਣ ਡਿਆ, ਬਟ ਉਹਦਾ ਨਾ ਕੋਈ ਡੇਟ ਦੁਬਾਰਾ ਆਈ ਹੈ ਤੇ ਨਾ ਹੀ ਉਹਦਾ ਕੋਈ ਇੰਟਰਵਿਊ ਡਿਸੀਜਨ ਆਇਆ ਜੀ। ਉਹਦੇ ਕੀ ਕਰ ਸਕਦੇ ਆ? ਸੋ ਤੁਸੀਂ ਕਹਿ ਰਹੇ ਆ ਕਿ ਮਤਲਬ ਅੱਧਾ ਕੁ ਇੰਟਰਵਿਊ ਉਹਨਾਂ ਨੇ ਲੈ ਲਿਆ ਸੀਗਾ ਤੁਹਾਡਾ ਆਲਰੇਡੀ? ਹਾਂਜੀ, ਅੱਧਾ ਲੈ ਲਿਆ ਜੀ। ਮਤਲਬ ਕੇਸ ਬਾਰੇ, ਕੇਸ ਦੇ ਰਿਲੇਟਡ ਤੁਹਾਡੇ ਕੋਲ ਸਵਾਲ ਜਵਾਬ ਜਿਹੜੇ ਸੀਗੇ ਉਹਨਾਂ ਨੇ ਪੁੱਛ ਲਏ ਆਲਰੇਡੀ? ਹਾਂਜੀ ਕਾਫੀ ਹੋਏ ਜੀ, ਕੇਸ ਦੇ ਰਿਲੇਟਡ ਪੁੱਛ ਲਏ ਸੀ ਉਹਨਾਂ ਨੇ। ਕਿੰਨੀ ਦੇਰ ਇੰਟਰਵਿਊ ਚੱਲੀ ਸੀਗੀ ਤੁਹਾਡੀ? ਅਸੀਂ 2 ਵਜੇ ਇੰਟਰ ਹੋਏ ਸੀ, 5 ਵਜੇ ਨਿਕਲਿਆ ਜੋ ਉਹਨਾਂ ਆਫਿਸ ਕਲੋਜ਼ ਹੋ ਗਿਆ ਸੀ। ਕੋਈ ਸਿਕਿਉਰਿਟੀ ਵਾਲੇ ਆ ਕੇ ਕਹਿੰਦੇ ਜੀ ਹੁਣ ਟਾਈਮ ਹੋ ਗਿਆ, ਚਲੋ ਬੰਦ ਕਰੋ ਜੀ। ਠੀਕ ਹੈ। ਤੇ ਜਿਹੜੇ ਆਪਣੇ ਪੇਪਰ ਸੀਗੇ ਉਹ ਲੇਟ ਜਮ੍ਹਾਂ ਕਰਾਏ ਸੀਗੇ ਕਿ ਜਮ੍ਹਾਂ ਕਰਾਏ ਨਹੀਂ ਸੀਗੇ? ਨਹੀਂ, ਉਹਨਾਂ ਲੇਟ ਜਮ੍ਹਾਂ ਕਰਾਇਆ। ਇਮੀਗ੍ਰੇਸ਼ਨ ਨੇ ਵਾਪਸ ਈਮੇਲ ਕਰਤੀ ਵੀ ਅਸੀਂ ਤੁਹਾਡੇ ਪੇਪਰ ਜਿਹੜੇ ਨੇ ਉਹ ਨਹੀਂ ਅਸੈਪਟ ਕਰ ਰਹੇ ਕਿਉਂਕਿ ਲੇਟ ਨੇ। ਬਟ ਉਹ ਇੰਟਰਵਿਊ ਜਿੱਦਣ ਦੇਣ ਗਿਆ ਸੀ ਉਦੋਂ ਮੇਰੇ ਕੋਲ ਵੀ ਕਾਪੀ ਪਈ ਸੀ। ਮੈਂ ਫਿਰ ਉਹਨਾਂ ਨੇ ਕਿਹਾ ਉਹਨਾਂ ਨੇ ਫੜ ਲਈ ਸੀਗੀ ਕਾਪੀ ਫਿਰ? ਹਾਂਜੀ, ਉਹ ਮੈਂ ਦੇਤੀ। ਉਹਨਾਂ ਕਿਹਾ ਵੀ ਤੁਸੀਂ ਅੱਧਾ ਘੰਟਾ ਬਾਹਰ ਬੈਠੋ, ਮੈਂ ਇੱਕ ਵਾਰ ਸਟੱਡੀ ਕਰ ਲਾਂ। ਫਿਰ ਅਸੀਂ ਅੱਧਾ ਘੰਟਾ ਬਾਹਰ ਬੈਠੇ, ਫਿਰ ਉਹਨਾਂ ਸਟੱਡੀ ਕੀਤੀ, ਫਿਰ ਦੁਬਾਰਾ ਸੱਦਿਆ ਉਹਨਾਂ ਨੇ, ਫਿਰ ਇੰਟਰਵਿਊ ਲਿਆ ਉਹਨਾਂ ਨੇ। ਬਟ ਉਹਨਾਂ ਨੇ ਕਿਹਾ ਵੀ ਟਾਈਮ ਦੀ ਕਮੀ ਦੀ ਵਜ੍ਹਾ ਨਾਲ ਵੀ ਤੁਹਾਡਾ ਇੰਟਰਵਿਊ ਕੰਪਲੀਟ ਨਹੀਂ ਹੋ ਪਾਇਆ। ਫਿਰ ਉਹਦੇ ਵਿੱਚ ਐਂ ਲੱਗਦਾ ਕਿ ਡਾਕੂਮੈਂਟ ਤਾਂ ਤੁਹਾਡੇ ਜਮ੍ਹਾਂ ਹੋ ਗਏ, ਉਹ ਵਾਲਾ ਮਸਲਾ ਤਾਂ ਸੋਲਵ ਹੋ ਗਿਆ ਵਾ। ਤੇ ਦੂਸਰੀ ਚੀਜ਼ ਇਹ ਲੱਗਦੀ ਆ ਕਿ ਇੰਟਰਵਿਊ ਪੂਰਾ ਨਹੀਂ ਉਹਨਾਂ ਦਾ ਹੋਇਆ, ਆਹੀ ਜਿੱਦਾਂ ਕਿਹਾ, ਤੇ ਉਹਨਾਂ ਦਾ ਇੱਕ ਹੋਰ ਡੇਟ ਤੁਹਾਨੂੰ ਜਿਹੜੀ ਸੀਗੀ ਦੇਣੀ ਬਣਦੀ ਸੀਗੀ। ਤੇ ਐਂ ਲੱਗ ਰਿਹਾ ਕਿ ਕਿਸੇ ਕਾਰਨ ਵਜੋਂ ਜਿਹੜਾ ਜਾਂ ਤਾਂ ਅਸਾਈਲਮ ਆਫਿਸ ਨੂੰ ਕਨਫਿਊਜ਼ਨ ਹੋ ਗਈ ਤੇ ਜਿਹੜੀ ਨਵੀਂ ਤਰੀਕ ਦੇਣੀ ਚਾਹੀਦੀ ਸੀ ਉਹ ਗੱਲਬਾਤ ਏਦਾਂ ਹੀ ਰਹਿ ਗਈ, ਕਿਉਂਕਿ ਇਹ ਵੀ ਬਿਜ਼ੀ ਕਾਫੀ ਜਿਹੜੇ ਹੁੰਦੇ ਆ। ਤੇ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਆ ਕਿ ਉਹਨੂੰ ਅਸਾਈਲਮ ਆਫਿਸ ਨਾਲ ਫੋਲੋ ਅਪ ਕਰ ਸਕਦੇ ਆ ਤੁਸੀਂ ਕਿ ਕੇਸ ਦਾ ਜਿਹੜਾ ਕੀ ਬਣਿਆ। ਤੇ ਆਹੀ ਜਿਹੜੀ ਸੇਮ ਚੀਜ਼ ਆ, ਤੇ ਲਾਇਰ ਵੀ ਤੁਹਾਡਾ ਲੈਟਰ ਉਹਨੂੰ ਲਿਖ ਸਕਦਾ ਕਿ ਪਿਛਲੀ ਵਾਰੀ ਜਿਹੜਾ ਸੀਗਾ ਪੇਪਰ ਲੇਟ ਸੀਗੇ ਤੇ ਪੂਰੀ ਇੰਟਰਵਿਊ ਨਹੀਂ ਹੋ ਸਕੀ ਸੀਗੀ, ਤੇ ਸਾਨੂੰ ਲੱਗਦਾ ਹੈਗਾ ਕਿ ਨਵੀਂ ਇੰਟਰਵਿਊ ਆਊਗੀ ਪਰ ਆਈ ਨਹੀਂ, ਤੇ ਆਪਾਂ ਵੇਟ ਕਰ ਰਹੇ ਹਾਂ ਤੇ ਸਾਨੂੰ ਇੰਟਰਵਿਊ ਦਿਓ। ਇਹ ਚੀਜ਼ ਤੁਸੀਂ ਕਰਕੇ ਉਹਨਾਂ ਨਾਲ ਫੋਲੋ ਅਪ ਕਰੋ, ਹੋ ਸਕਦਾ ਉਹ ਦੇ ਦੇਣ। ਇਹ ਵੀ ਹੋ ਸਕਦਾ ਕਿ ਉਹ ਬਿਜ਼ੀ ਹੋ ਗਏ ਹੋਣ ਤੇ ਗੱਲਬਾਤ ਜਿਹੜੀ ਰਹਿ ਗਈ ਹੋਵੇ, ਕਿਉਂਕਿ ਹਜ਼ਾਰਾਂ 'ਚ ਤਾਂ ਕੇਸ ਉਹਨਾਂ ਕੋਲ ਹੈਗੇ ਆ। ਤੇ ਇੱਕ ਵਾਰੀ ਜੇ ਤੁਸੀਂ ਫੋਲੋ ਅਪ ਕਰ ਲਓ ਤੇ ਹੋ ਸਕਦਾ ਤੁਹਾਡੀ ਫਾਈਲ ਉਹ ਉੱਤੇ ਜਿਹੜੀ ਲਾਈਨ 'ਚ ਚਲਾ ਦੇਣ। ਜੀ ਹਾਂਜੀ। ਤੇ ਉਹਨਾਂ ਇੱਕ ਲਾਸਟ ਵਿੱਚ ਇਹ ਵੀ ਕਿਹਾ ਸੀ ਵੀ ਜੇ ਤੁਹਾਨੂੰ ਵਾਪਸ ਇੰਡੀਆ ਭੇਜ ਦਿੱਤਾ ਜਾਏ ਤੇ ਤੁਹਾਨੂੰ ਕੀ ਪ੍ਰੋਬਲਮ ਹੈ। ਮਤਲਬ ਉਹ ਤੋਂ ਮੈਂ ਆਈਡੀਆ ਲਾਣ ਡਿਆ ਆਪਣਾ ਵੀ ਸ਼ਾਇਦ ਉਹਨਾਂ ਨੇ ਸਾਰਾ ਕੰਕਲੂਸ਼ਨ ਕੱਢ ਕੇ ਇਹ ਲਾਸਟ ਕੁਐਸਚਨ ਸ਼ਾਇਦ ਪੁੱਛਿਆ ਹੋਵੇ, ਇਸ ਕਰਕੇ ਜਾਂ ਇੰਟਰਵਿਊ ਕੰਪਲੀਟ ਹੋ ਗਈ ਹੈ ਜਾਂ ਨਹੀਂ, ਇਹਦਾ ਕੁਝ ਹੋ ਸਕਦਾ। ਪਤਾ ਲੱਗਦਾ ਵੀ ਕੰਪਲੀਟ, ਬਟ ਉਹ ਸ਼ੋ ਹੋਣ ਡਿਆ ਉਹਦੇ 'ਚ ਆਨਲਾਈਨ ਵੀ ਇੰਟਰਵਿਊ ਕੰਪਲੀਟ, ਉਹਦੇ ਪੈਂਡਿੰਗ ਇਹ ਤੇ ਮੇਰਾ ਵੀਰ ਹੁਣ 50-50 'ਚ ਪਾਤਾ, ਇਧਰੋਂ ਵੀ ਸਵਾਲ ਪੁੱਛ ਲਿਆ, ਉਧਰੋਂ ਵੀ ਸਵਾਲ ਪੁੱਛ ਲਿਆ, ਕੰਪਲੀਟ ਹੋ ਵੀ ਗਈ, ਨਹੀਂ ਵੀ ਹੋ ਗਈ। ਇਹ ਭਾਜੀ ਤੁਸੀਂ ਆਪਣੇ ਨਾ ਵਕੀਲ ਨਾਲ ਇੱਕ ਵਾਰੀ ਫੋਲੋ ਕਰੋ ਜੋ ਤੁਸੀਂ ਦੱਸ ਰਹੇ ਆ ਸਵਾਲ ਜਵਾਬ। ਮੈਨੂੰ ਤਾਂ ਲੱਗ ਰਿਹਾ ਕਿ ਇੰਟਰਵਿਊ ਫਿਰ ਤੁਹਾਡੀ ਹੋ ਗਈ ਹੈ ਕੰਪਲੀਟ। ਜੇ ਲਾਸਟ ਸਵਾਲ ਤੇ ਇਹੀ ਹੁੰਦਾ ਕਿ ਜੇ ਵਾਪਸ ਭੇਜਿਆ ਜਾਵੇ ਫਿਰ। ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ ਭਾਜੀ, ਥੈਂਕ ਯੂ ਤੁਹਾਡਾ ਜੀ, ਬਹੁਤ ਬਹੁਤ, ਪਲੱਸ ਰੇਡੀਓ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਆਪਣੇ ਅਖੀਰਲੇ ਕੁਝ ਕਾਲਰਸ ਉਹਨਾਂ ਵੱਲ ਵਧਾਂਗੇ। ਆਪਣੇ ਕੋਲ 7-8 ਮਿੰਟ ਹੋਰ ਆ, ਵੱਧ ਤੋਂ ਵੱਧ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ। ਹੋਰ ਕਾਲਸ ਜਿਹੜੇ ਹੋਲਡ ਤੇ ਉਹਨਾਂ ਚੋਂ ਹੀ ਆਪਾਂ ਕਾਲਸ ਲਵਾਂਗੇ। ਲਵਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੈਂ 2013 ਦੇ ਵਿੱਚ ਆਇਆ ਸੀਗਾ ਬਾਰਡਰ ਕ੍ਰੋਸ ਕਰਕੇ,
ਤੇ ਅਸਾਈਲਮ ਲਿਆ ਸੀਗਾ ਮੈਂ ਇੱਥੇ, ਮੈਨੂੰ ਖਤਰਾ ਸੀਗਾ ਇੰਡੀਆ। ਤੇ 2022 ਦੇ ਵਿੱਚ ਮੇਰਾ ਨਾ ਜੱਜ ਸਾਹਿਬ ਨੇ ਕੇਸ ਜਿਹੜਾ ਹੈ ਉਹ ਡਿਸਮਿਸ ਕਰਤਾ, ਡਿਸਮਿਸਲ ਦੇਤੀ ਮੈਨੂੰ। ਹਾਂਜੀ, ਤੇ ਮੈਂ 23 ਦੇ ਵਿੱਚ ਨਾ ਵਾਵਾ ਦਾ ਕੀਤਾ ਸੀਗਾ ਤੇ ਨਾਲ I-31 ਤੇ ਸਭ ਕੁਝ ਗ੍ਰੀਨ ਕਾਰਡ ਜਿਹੜਾ ਅਪਲਾਈ ਕੀਤਾ ਸੀਗਾ। ਤੇ ਮੇਰਾ ਕੁਐਸਚਨ ਇਹ ਸੀਗਾ ਕਿ ਜੇ ਮੇਰਾ ਐਡਵਾਂਸ ਪੈਰੋਲ ਜੇ ਸਭ ਕੁਝ ਅਪਰੂਵ ਹੁੰਦਾ ਹੈ, ਮੈਂ ਸੇਫਲੀ ਟਰੈਵਲ ਕਰ ਸਕਦਾ ਹਾਂ ਬਾਹਰ ਜਾਂ ਨਹੀਂ? ਸੇਫਲੀ ਤਾਂ ਮੇਰਾ ਵੀਰ ਹੁਣ ਉੱਤੇ ਡਿਪੈਂਡ ਕਰਦਾ, ਪਹਿਲਾਂ ਕਿੱਥੇ ਸੇਫਲੀ ਜਾਣਾ, ਕਿੱਥੇ ਆ? ਮੈਂ ਬਾਈ ਜੀ ਆਸਟ੍ਰੇਲੀਆ ਜਾਣਾ। ਆਸਟ੍ਰੇਲੀਆ ਜਾਣਾ ਭਾਜੀ? ਆਸਟ੍ਰੇਲੀਆ ਦਾ ਵੀਜ਼ਾ ਕਿੱਦਾਂ ਲਓਗੇ? ਬਾਈ ਜੀ ਜੇ ਐਡਵਾਂਸ ਪੈਰੋਲ ਆ ਜਾਂਦੀ ਹੈ ਉਹਦੇ ਬੇਸ ਤੇ, ਜਾਂ ਮੈਂ ਆਪਣਾ ਕੋਈ ਐਡਵਾਂਸ ਪੈਰੋਲ ਤਾਂ ਮੇਰਾ ਵੀਰ ਸਿਰਫ ਜਿਹੜਾ ਅਮਰੀਕਾ ਚ ਜਾ ਸਕਦੇ ਉਹਦੇ ਨਾਲ, ਆਸਟ੍ਰੇਲੀਆ ਵਾਲੇ ਜਿਹੜਾ ਹੈਗਾ ਉਹ ਅੱਛਾ, 2-3 ਚੀਜ਼ਾਂ ਆ ਗਈਆਂ ਇਹਦੇ ਵਿੱਚ। ਸੋ ਪਹਿਲਾਂ ਤੁਹਾਨੂੰ ਜਿਹੜਾ ਐਡਵਾਂਸ ਪੈਰੋਲ ਜਿਹੜਾ ਡਾਕੂਮੈਂਟ ਆ ਉਹ ਅਮਰੀਕਾ ਦਾ ਦਰਵਾਜ਼ਾ ਤੁਹਾਡਾ ਵਾਪਸ ਜਿਹੜਾ ਖੋਲ ਦਿੰਦਾ, ਠੀਕ ਹੈ। ਉਹ ਆਸਟ੍ਰੇਲੀਆ ਦਾ ਦਰਵਾਜ਼ਾ ਨਹੀਂ ਤੁਹਾਡੇ ਲਈ ਖੋਲਦਾ ਐਡਵਾਂਸ ਪੈਰੋਲ। ਸੋ ਮੇਰਾ ਸਵਾਲ ਤੁਹਾਡੇ ਕੋਲ ਇਹ ਹੈਗਾ, ਆਸਟ੍ਰੇਲੀਆ ਦਾ ਕਿੱਦਾਂ ਵੀਜ਼ਾ ਲਓਗੇ? ਮੇਰੇ ਕੋਲ ਇੰਡੀਅਨ ਪਾਸਪੋਰਟ ਹੈਗਾ, ਜੇ ਉਹਦੇ ਤੇ ਜਾਂ ਕੁਝ ਵੀ ਐਮਰਜੈਂਸੀ ਦਾ ਕੁਝ ਵਿਖਾਈ ਸਕਦੇ ਆਪਾਂ? ਨਹੀਂ, ਇੰਡੀਅਨ ਪਾਸਪੋਰਟ ਹੈਗਾ, ਠੀਕ ਹੈ। ਦੂਸਰੀ ਗੱਲ ਉਹਨਾਂ ਦੀ ਇਹ ਹੁੰਦੀ ਕਿ ਜਿਹੜਾ ਬੰਦਾ ਜਾਨ ਦਾ ਖਤਰਾ ਕਲੇਮ ਕਰਦਾ ਉਹ ਆਪਣੀ ਕੰਟਰੀ ਦਾ ਉਹਨੂੰ ਪਾਸਪੋਰਟ ਨਹੀਂ ਵਰਤਣਾ ਚਾਹੀਦਾ। ਸੋ ਉਹ ਚੀਜ਼ ਆ ਗਈ। ਫਿਰ ਉਹਨੇ ਤੁਹਾਨੂੰ ਕਹਿਣਾ ਕਿ ਕੀ ਚੱਕਰ ਚੱਲਦਾ ਪਿਆ ਇਹ, ਪਹਿਲਾਂ ਅਸਾਈਲਮ ਸੀਗਾ, ਫਿਰ ਅਸਾਈਲਮ ਜਦੋਂ ਨਾਲ ਹੀ ਹੋਇਆ ਫਿਰ ਵਾਵਾ ਤੇ ਪੈ ਗਏ। ਸੋ ਪੈਟਰਨ ਜਿਹੜਾ ਥੋੜਾ ਪ੍ਰੋਬਲਮੈਟਿਕ ਲੱਗ ਰਿਹਾ ਤੁਹਾਡਾ। ਸੋ ਵਾਵਾ ਜਿਹੜਾ ਸੀਗਾ ਉਹ ਤੁਹਾਡਾ ਜੈਨੂਇਨ ਵਿਆਹ ਵੀ ਹੋਇਆ ਸੀਗਾ ਕਿ ਕੀ ਹਿਸਾਬ ਕਿਤਾਬ ਉਹਦਾ? ਹਾਂਜੀ ਬਿਲਕੁਲ ਜੈਨੂਇਨ ਵਿਆਹ ਤੇ, ਹਾਂਜੀ ਐਕਚੁਅਲ ਵਾਵਾ ਹੈਗਾ, ਠੀਕ ਹੈ। ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਹੁਣ ਤੁਹਾਡਾ ਕੇਸ ਜਿਹੜਾ ਸੀਗਾ ਅਸਾਲਮ ਵਾਲਾ ਜਿਹੜਾ ਕੇਸ ਸੀਗਾ, ਉਹ ਜਦੋਂ ਤੁਸੀਂ ਅਮਰੀਕਾ ਦੇ ਵਿੱਚ ਆਏ ਸੀਗੇ, ਬਾਰਡਰ ਪਾਰ ਕੀਤਾ ਸੀਗਾ, ਤੇ ਕਿੰਨੀ ਦੇਰ ਚਲਾਤਾ ਸੀਗਾ ਉਹ ਅਸਾਲਮ? ਉਹ ਸਾਲ ਦੇ ਵਿੱਚ ਲਾਤਾ ਸੀਗਾ। ਹਾਂਜੀ, ਸਾਲ ਦੇ ਵਿੱਚ ਕਿੱਦਾਂ, ਮਤਲਬ 6 ਮਹੀਨੇ ਤੋਂ ਬਾਅਦ ਲਾਇਆ ਸੀਗਾ? ਹਾਂ ਨਹੀਂ ਮੇਰੇ ਖਿਆਲ ਕੋਈ 1-2 ਮਹੀਨੇ ਬਾਅਦ ਹੀ ਲਾਤਾ ਸੀ ਬਾਈ ਜੀ। ਹਾਂਜੀ, ਤੇ ਫਿਰ ਜਦੋਂ ਕੇਸ ਡਿਸਮਿਸ ਹੋਇਆ ਉਸ ਤੋਂ ਬਾਅਦ ਦੁਬਾਰਾ ਅਸਾਲਮ ਆਫਿਸ ਚ ਲਾਇਆ ਸੀਗਾ? ਨਹੀਂ, ਕੇਸ ਮੈਂ ਉਸ ਤੋਂ ਬਾਅਦ ਦੁਬਾਰਾ ਅਸਾਲਮ ਆਫਿਸ ਨਹੀਂ ਲਾਇਆ, ਮੈਂ ਉਸ ਤੋਂ ਬਾਅਦ ਵਾਵਾ ਹੀ ਅਪਰੋਚ ਕੀਤਾ, ਮੈਂ ਉਹੀ ਲਾਇਆ। ਸੋ ਫਿਰ ਉਹਦੇ ਵਿੱਚ ਏਦਾਂ ਕਿ ਤੁਸੀਂ ਜਿਹੜਾ ਕੱਚੇ ਹੋ ਗਏ ਤਾਂ ਸਾਲ ਕੱਚੇ ਰਹਿਣ ਤੋਂ ਬਾਅਦ ਤੁਹਾਡੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਟ੍ਰਿਗਰ ਹੋ ਜਾਂਦੀ ਹੈ 10 ਸਾਲ, ਜਦੋਂ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਟ੍ਰਿਗਰ ਹੋਈ, ਸਾਲ ਤੁਸੀਂ ਰਹਿ ਗਏ ਕੱਚੇ, ਤੇ ਤੁਹਾਡੇ ਤੇ 10 ਸਾਲ ਦਾ ਜਿਹੜਾ ਬਾਰ ਉਹ ਲੱਗ ਜਾਂਦਾ। ਸੋ ਜਿਹੜਾ ਟਰੈਵਲ ਡਾਕੂਮੈਂਟ ਆ ਭਾਜੀ, ਇਹਨੇ ਤੁਹਾਨੂੰ ਸਿਰਫ ਅਮਰੀਕਾ ਚ ਆਉਣ ਦਾ ਇੱਕ ਜਰੀਆ, ਪਰ ਜਿਹੜੀ ਬਾਰ ਆ ਉਹ ਤੁਹਾਡੇ ਤੇ ਲੱਗ ਜਾਣੀ ਹੈ ਜਦੋਂ ਤੁਸੀਂ ਅਮਰੀਕਾ ਛੱਡ ਕੇ ਜਾਂਦੇ ਆ। ਤਾਂ ਤੁਹਾਨੂੰ ਜਿਹੜਾ ਅਮਰੀਕਾ ਤੋਂ ਛੱਡ ਕੇ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਵਾਪਸ ਨਹੀਂ ਤੁਸੀਂ ਆ ਪਾਉਣਾ ਜੀ। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਓਕੇ ਜੀ। ਕਾਫੀ ਹੁਣ ਲੰਮੀ ਚੌੜੀ ਗੱਲ ਕਰਕੇ ਦੱਸ ਦਿੱਤਾ ਹੈ। ਉਦਾਂ ਇਹ ਕਹਿੰਦੇ ਤਾਂ ਤੁਹਾਨੂੰ ਸਾਰਿਆਂ ਨੂੰ ਭਾਈ ਜਲਦੀ ਜਿਹੜਾ ਥੋੜਾ ਸਵਾਲ ਕਰ ਲਿਆ ਕਰੋ, ਪਰ ਚਲੋ ਕਿਤੇ ਕੰਪਲੀਕੇਸ਼ਨਸ ਜਿਹੜੀਆਂ ਉਹ ਆ ਜਾਂਦੀਆਂ, ਲੰਬੀ ਗੱਲਬਾਤ ਕਰਨੀ ਪੈ ਜਾਂਦੀ ਆ। ਹਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਆ, ਆਪਣੇ ਜਿੱਦਾਂ ਮੇਰਾ ਕੇਸ ਡਿਨਾਈ ਹੋ ਗਿਆ ਸੀਗਾ 2020 ਦੇ ਵਿੱਚ, ਜੀ, ਤੇ ਮੇਰੀ ਅਪੀਲ ਲੱਗੀ ਹੋਈ ਆ ਭਾਜੀ, ਆਪਣੀ ਜਿੱਦਾਂ ਬਰੀਫ ਜਮਾ ਹੋਈ ਆ 2022 ਦੇ ਵਿੱਚ ਜੀ। ਤੇ ਭਾਜੀ ਕਿੰਨਾ ਕੁ ਟਾਈਮ ਇਹਦਾ ਪ੍ਰੋਸੈਸਿੰਗ ਹੈਗਾ, ਤੇ ਇਹਦਾ ਜਿੱਦਾਂ ਉਹ ਮੈਨੂੰ ਦੁਬਾਰ ਤੋਂ ਫੇਰ ਥੱਲੇ ਕੋਰਟ ਦੇ ਵਿੱਚ ਮੇਰਾ ਕੇਸ ਆਊਗਾ, ਜਾਂ ਸਿੱਧਾ ਡਿਸੀਜਨ ਆਊਗਾ, ਜਾਂ ਮੇਰੀ ਕੋਰਟ ਡੇਟ ਆਊਗੀ ਦੁਬਾਰ ਤੋਂ? ਇਹ ਭਾਜੀ BIA ਚ ਲੱਗੀ ਹੈ ਤੁਹਾਡੀ? ਹਾਂਜੀ। ਜਿਹੜੇ ਭਾਜੀ 22 ਵਾਲੇ ਸੀਗੇ ਨਾ, ਉਹ ਇਹ ਡਿਲੇ ਕਰ ਰਹੇ ਆ 6 ਸਾਲ ਔਨ ਐਵਰੇਜ, ਉਹਦੀ ਵੇਟ ਕਰਾ ਰਹੇ ਆ। ਜਿਹੜੇ ਨਵੇਂ ਵਾਲੇ ਆ ਉਹਨਾਂ 'ਚ ਫੈਸਲਾ ਇਹ ਛੇਤੀ ਦੇ ਦਿੰਦੇ ਆ, ਠੀਕ ਹੈ। ਸੋ ਟਾਈਮ ਦਾ ਲੱਗ ਸਕਦਾ ਤੁਹਾਨੂੰ ਟਾਈਮ, ਕਿਉਂਕਿ ਜਿੱਦਾਂ ਮੈਂ ਕਿਹਾ ਕਿ ਪੁਰਾਣੇ ਵਾਲੇ ਥੋੜੇ ਹੌਲੀ ਇਹ ਕਰ ਰਹੇ ਆ। ਦੂਸਰੀ ਗੱਲ ਜਿਹੜੀ ਤੁਸੀਂ ਕਿਹਾ ਕਿ ਕੀ ਅਪੀਲ ਦਾ ਬਣੂਗਾ, ਜਾਂ ਕੋਰਟ 'ਚ ਵਾਪਸ ਆਊਗਾ, ਜਾਂ ਕਿੱਦਾਂ, ਇਹ ਤਾਂ ਭਾਜੀ ਹੁਣ ਡਿਪੈਂਡ ਕਰਦਾ ਕਿ ਗਲਤੀਆਂ ਕੀ ਹੋਈਆਂ ਸੀਗੀਆਂ, ਮੁੱਦੇ ਕੀ ਆ, ਬਰੀਫ ਦੇ ਵਿੱਚ ਕੀ ਕਿਹਾ। ਜੇ ਤਾਂ BIA ਵੀ ਕਰ ਸਕਦਾ ਵਾ, ਜੇ ਨਹੀਂ ਬਣੀ ਗੱਲਬਾਤ ਤੇ ਫਿਰ ਤੁਹਾਨੂੰ ਇਹ ਤੋਂ ਉੱਤੇ ਵੀ ਅਪੀਲ ਜਿਹੜੀ ਕਰਨੀ ਪੈ ਸਕਦੀ ਆ। ਜਿਹੜਾ ਤੁਹਾਡਾ ਸਵਾਲ ਆ ਕਿ ਥੱਲੇ ਆਊਗਾ ਕਿ ਉੱਪਰ ਨੂੰ ਜਾਊਗਾ ਕੇਸ, ਇਹ ਤਾਂ ਹੁਣ ਡਿਪੈਂਡ ਕਰਦਾ ਭਾਈ, ਜਿੱਤਦੇ ਆ ਹਾਰਦੇ ਆ ਕੀ ਆ, ਰਿਮਾਂਡ ਹੁੰਦੀ ਕਿ ਨਹੀਂ ਹੁੰਦੀ। ਭਾਜੀ 6 ਸਾਲ ਜਦੋਂ ਆਪਣੀ ਬਰੀਫ ਜਮਾ ਹੁੰਦੀ ਆ, ਉਸ ਤੋਂ ਬਾਅਦ ਆਪਾਂ ਉਹਨੂੰ ਕਾਊਂਟ ਕਰਦੇ ਆ, ਜਾਂ ਜਦੋਂ ਆਪਣੀ ਕੇਸ ਡਰਾਈ ਹੋਇਆ ਜਿੱਦਾਂ 2020 ਚ ਜਦੋਂ ਫਾਈਲ ਹੋਇਆ ਭਾਜੀ? ਨਾਲੇ ਇਹ ਅੰਦਾਜ਼ਾ ਹੀ ਆ, ਕੋਈ ਏਦਾਂ ਪੱਥਰ ਤੇ ਲੱਗੀ ਨਹੀਂ ਕਿ 6 ਸਾਲ ਲੱਗਣੇ ਆ। ਤੇ ਅੱਛਾ ਜੀ, ਬੇਸਿਕਲੀ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਹੁਣ ਬਹੁਤ ਤੇਜ਼ ਹੋਏ ਆ ਨਵੇਂ ਕੇਸਾਂ ਤੇ, ਪੁਰਾਣੇ ਵਾਲੇ ਥੋੜੇ ਜਿਹੜੇ ਸਲੋ ਵਾਲੀ ਲਾਈਨ 'ਚ ਇਹਨਾਂ ਨੇ ਛੱਡੇ ਹੋਏ ਆ।
ਠੀਕ ਆ ਭਾਜੀ, ਜਿੱਦਾਂ ਮੈਂ ਆਪਣੇ ਆਫਿਸ ਦੇ ਵਿੱਚ ਇੱਥੇ ਕਾਲ ਕੀਤੀ ਸੀਗੀ ਤੇ ਮੈਂ ਚਾਹੁੰਦਾ ਸੀਗਾ ਵੀ ਤੁਹਾਡੇ ਕੋਲ ਕੇਸ ਮੈਂ ਨਵਾਂ, ਕਿਉਂਕਿ ਜਦੋਂ ਮੇਰੀ ਅਪੀਲ ਲੱਗੀ ਹੈ ਨਾ ਕੇਸ ਨਾ ਹੀ ਹੋਇਆ ਤੇ ਮੇਰੇ ਤੋਂ ਬਹੁਤ ਥੋੜਾ ਟਾਈਮ ਸੀ, ਮੈਨੂੰ ਮੇਰੇ ਵਕੀਲ ਨੇ ਬਹੁਤ ਥੋੜਾ ਟਾਈਮ ਦਿੱਤਾ ਤੇ ਇੰਨੇ ਟਾਈਮ ਦੇ ਵਿੱਚ ਆਪਾਂ ਜਿਹੜੀ ਅਪੀਲ ਫਾਈਲ ਕਰਨੀ ਆ। ਆਪਣੀ ਗੱਲ ਵੀ ਹੋਈ ਸੀਗੀ ਆਫਿਸ ਦੇ ਵਿੱਚ, ਮੈਂ ਕੀਤੀ ਸੀ ਕਾਲ। ਮੈਂ ਚਾਹੁੰਦਾ ਸੀਗਾ ਵੀ ਜੇ ਫਿਊਚਰ ਦੇ ਵਿੱਚ ਆਪਣਾ ਕੋਈ ਇੱਦਾਂ ਦਾ ਕੋਈ ਚਲੋ ਵਧੀਆ ਆਵੇ ਰਿਜ਼ਲਟ, ਜੇ ਰੱਬ ਨਾ ਕਰੇ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਮੈਂ ਚਾਹੁੰਦਾ ਵੀ ਤੁਹਾਡੇ ਕੋਲ ਮੈਂ ਆਪਣਾ ਕੇਸ ਜਿਹੜਾ ਉਹ ਕਰਾਂ। ਜੀ ਜੀ ਸੋ ਭਾਜੀ ਹੁਣ ਤਾਂ ਦੇਖੋ ਤੁਸੀਂ ਬਰੀਫਿੰਗ ਜਿਹੜੀ ਜਮ੍ਹਾਂ ਕਰਾਤੀ ਆ, ਠੀਕ ਹੈ। ਸੋ ਮੇਰਾ ਹੁਣ ਇਹਦੇ ਵਿੱਚ ਕਰਨ ਵਾਲਾ ਕੁਝ ਰਹਿ ਨਹੀਂ ਗਿਆ ਇਸ ਵੇਲੇ, ਇਹਦੀ ਤੁਸੀਂ ਵੇਟ ਕਰੋ ਹੁਣ ਕਿੱਦਾਂ ਵਾ, ਤੇ ਰੱਬ ਕਰੇ ਤੁਹਾਨੂੰ ਸਾਡੀ ਨਾ ਹੀ ਲੋੜ ਪਵੇ, ਤੁਹਾਡਾ ਇੱਥੇ ਗ੍ਰਾਂਟ ਹੋ ਜਾਵੇ, ਤੇ ਜੇ ਗੱਲਬਾਤ ਨਹੀਂ ਬਣਦੀ ਤੇ ਤੁਸੀਂ ਜ਼ਰੂਰ ਸਾਨੂੰ ਸੰਪਰਕ ਕਰੋ। ਜੀ ਓਕੇ, ਥੈਂਕ ਯੂ ਵੀਰ ਭਾਜੀ ਜੀ। ਉਦੋਂ ਨੂੰ ਤੇ ਆਪਣੇ ਕੋਲ ਟਾਈਮ ਹੁੰਦਾ ਆ ਵੀ ਆਪਾਂ ਕਰ ਸਕਦੇ ਹਾਂ ਜਦੋਂ ਡਿਸੀਜਨ ਸੋ ਭਾਜੀ ਜਿੱਦਾਂ ਹੁਣ ਤੁਹਾਡੀ ਇਹ ਵਾਲੀ ਅਪੀਲ ਵੀ ਸੀਗੀ ਨਾ ਜਿਹੜੀ BIA ਦੀ ਹੁੰਦੀ ਆ, ਉਹ ਪਹਿਲਾਂ ਟਾਈਮ ਥੋੜਾ ਹੁੰਦਾ, 30 ਡੇਜ਼ ਦਿੰਦੇ ਆ। ਇਹ ਤੋਂ ਬਾਅਦ ਵੀ ਤੁਹਾਨੂੰ 30 ਦਿਨ ਮਿਲਣੇ ਆ, ਜਿਹੜਾ ਹੁਣ ਜਦੋਂ ਤੁਹਾਡੀ ਜੇ ਆਹ ਵਾਲੀ ਅਪੀਲ ਇੱਥੇ ਡਿਨਾਈ ਹੁੰਦੀ ਆ, 30 ਦਿਨਾਂ 'ਚ ਤੁਸੀਂ ਪਟੀਸ਼ਨ ਫॉर ਰਿਵਿਊ PFR ਜਿਹਨੂੰ ਕਹਿੰਦੇ ਆ ਉਹ ਫਾਈਲ ਕਰਨੀ ਹੁੰਦੀ ਆ। ਸਾਰਾ ਨਹੀਂ ਤੁਸੀਂ ਹਿਸਾਬ ਕਿਤਾਬ ਕਰਨਾ ਹੁੰਦਾ, ਉਹ ਜਦੋਂ ਬਰੀਫਿੰਗ ਸਕੈਜੂਲ ਸੈੱਟ ਹੁੰਦੇ ਆ ਫੇਰ ਹੀ ਤੁਸੀਂ ਕਰਦੇ ਆ। ਤੇ ਜਿਹੜੇ ਬਰੀਫਿੰਗ ਸਕੈਜੂਲ ਆ ਜਿਹੜੇ ਇਹ ਅਚਨਚੇਤ ਹੀ ਉਹ ਜਿਹੜੇ ਸੈੱਟ ਜਿਹੜੇ ਕਰ ਦਿੰਦੇ ਆ, ਤੇ ਹਾਂਜੀ ਟਾਈਮ ਉਹਦਾ ਹੁੰਦਾ ਹੀ ਆ, ਡਿਪੈਂਡ ਕਰਦਾ ਬਾਕੀ ਕੀ ਹੈ ਨਾ ਕਿੱਦਾਂ ਕਿੰਨੀ ਸਪੀਡ ਨਾਲ ਉਹ ਕਰਦੇ ਆ। ਜਿੱਦਾਂ ਮੈਂ ਦੱਸਿਆ ਕਿ ਨਵੇਂ ਕੇਸ ਸੀਗੇ, ਕਈ ਵਾਰੀ 3-3 ਮਹੀਨੇ 'ਚ ਵੀ ਬਰੀਫਿੰਗ ਸਕੈਜੂਲ ਜਿਹੜੇ ਕਰ ਦਿੱਤੇ ਆ। ਪਰ ਬਰੀਫਿੰਗ ਸਕੈਜੂਲ ਦੇ ਵਿੱਚ ਤੁਹਾਡਾ ਐਜ਼ ਅ ਕਲਾਇੰਟ ਦਾ ਖਾਸ ਰੋਲ ਨਹੀਂ ਹੁੰਦਾ, ਉਹਦੇ ਵਿੱਚ ਜ਼ਿਆਦਾ ਜਿਹੜਾ ਲਾਇਰ ਵੱਲੋਂ ਜਿਹੜੀਆਂ ਆਰਗੂਮੈਂਟਸ ਵਗੈਰਾ ਉਹ ਦਿੱਤੀਆਂ ਜਾਂਦੀਆਂ, ਤੇ ਇਹਦੇ ਵਿੱਚ ਕੋਈ ਤੁਹਾਡੀ ਗਵਾਹੀ ਵਗੈਰਾ ਨਹੀਂ ਹੁੰਦੀ। ਜੀ ਥੈਂਕ ਯੂ ਜੀ। ਆਪਣੇ ਅਗਲੇ ਇੱਕ ਕਾਲਰ ਲਵਾਂਗੇ, ਫਿਰ ਹੁਣ ਆਪਾਂ ਸਮਾਪਤੀ ਵੱਲ ਨੂੰ। ਗੁਰਪ੍ਰੀਤ, ਹਾਂਜੀ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣੇ ਸਵਾਲ ਮੇਰਾ ਇਹ ਹੈ ਕਿ ਭਾਜੀ ਮੈਂ 2018 'ਚ ਆਇਆ ਸੀਗਾ ਇੱਥੇ ਜੀ, ਤੇ ਮੈਂ ਪੁੱਛਣਾ ਭਾਜੀ ਇਹ ਸੀਗਾ ਕਿ ਮਤਲਬ ਮੈਨੂੰ ਨਾ 2021 'ਚ ਭਾਜੀ ਮੇਰੇ ਨਾਲ ਰੋਬਰੀ ਹੋਈ ਸੀਗੀ ਮਿਸੀਸਿਪੀ 'ਚ, ਤੇ ਮੈਂ ਭਾਜੀ ਪੁੱਛਣਾ ਆਇਆ ਚਾਹੁੰਦਾ ਸੀਗਾ ਮਤਲਬ ਮੈਂ ਕੇਸ ਲਵਾ ਸਕਦਾ ਮੈਂ UV ਦਾ? ਹਾਂਜੀ ਹਾਂਜੀ ਭਾਜੀ, ਮੈਂ ਰਹਿਣਾ ਮਤਲਬ ਇੱਥੇ ਕੈਲੀਫੋਰਨੀਆ 'ਚ ਰਹਿੰਦਾ ਭਾਜੀ ਮਤਲਬ ਮੈਂ। ਹਾਂਜੀ ਮਤਲਬ ਮਿਸੀਸਿਪੀ ਵਾਲੇ ਨੂੰ ਕੰਟੈਕਟ ਕਰਨਾ ਪੈਣਾ ਪੁਲਿਸ ਦਾ, ਜੇ ਰਿਪੋਰਟ ਦੇਤੀ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ ਜਿਹੜੀ 918 ਜਿਹੜੀ B ਸਰਟੀਫਿਕੇਸ਼ਨ ਹੁੰਦੀ ਹੈ UV ਦੀ, ਉਹ ਦੇਤੀ ਤਾਂ ਕਰ ਸਕਦੇ ਆ UV ਦਾ। ਠੀਕ ਮਤਲਬ ਭਾਜੀ ਉਹਨਾਂ ਨੇ ਰਿਪੋਰਟ ਮਤਲਬ ਮੈਨੂੰ ਪੇਪਰ ਤੇ ਰਿਪੋਰਟ ਨੰਬਰ ਕੁਝ ਦਿੱਤਾ ਹੋਣੀ ਉਹਨਾਂ ਨੇ, ਮਤਲਬ ਜਿਹਨਾਂ ਕੋਲ ਕੰਮ ਕਰਦਾ ਸੀਗਾ ਮੈਂ, ਉਹਨਾਂ ਨੂੰ ਮੈਂ ਕਿਹਾ ਸੀਗਾ, ਕਹਿੰਦੇ ਤੇਰੀ ਹੈਲਪ ਦੀ ਕਰਾਂਗੇ ਅਸੀਂ ਨਾ, ਮਤਲਬ ਏਦਾਂ ਦਾ ਨਹੀਂ ਮਤਲਬ ਕੋਈ 2 ਨੰਬਰ ਵਾਲਾ ਕੇਸ ਨਹੀਂ ਹੈ। ਪਹਿਲਾਂ ਭਾਜੀ ਲੱਗਦੇ ਰਹੇ ਸੀ ਨਾ ਉੱਥੇ, ਮਤਲਬ ਕਹਿੰਦੇ ਸੀਗੇ, ਤੇ ਮਤਲਬ ਮੇਰੇ ਨਾਲ ਰੀਅਲ ਭਾਜੀ ਇਹ ਚੀਜ਼ ਹੋਈ ਹੈ ਭਾਜੀ, ਮੇਰੇ ਨਾਲ ਗਨ ਪੈਂਟ ਤੋਂ ਆਏ ਭਾਜੀ ਮੈਂ। ਜੀ ਸੋ ਭਾਜੀ ਜਿਹੜਾ ਨਾ ਪੁਲਿਸ ਦੀ ਪਹਿਲਾਂ ਰਿਪੋਰਟ ਲੈ ਕੇ ਆਓ, ਠੀਕ ਹੈ। ਹਾਂਜੀ ਹਾਂਜੀ। ਆਪਾਂ ਨੂੰ ਇੰਪਲੋਇਰ ਨਾਲ ਨਹੀਂ ਕੋਈ ਲੈਣਾ ਨਾ, ਪੁਲਿਸ ਦੀ ਰਿਪੋਰਟ ਜਿਹੜੀ ਲੈ ਕੇ ਆਓ, ਤੇ ਫਿਰ ਤੁਸੀਂ ਆਪਣੇ ਆਫਿਸ ਸੰਪਰਕ ਕਰੋ, ਫਿਰ ਤੁਹਾਨੂੰ ਦੱਸ ਦੇਵਾਂਗੇ ਆਪਾਂ ਹੋ ਸਕਦਾ ਕਿ ਨਹੀਂ ਹੋ ਸਕਦਾ। ਮਤਲਬ ਲੱਗ ਸਕਦਾ ਨਾ ਭਾਜੀ ਉਹਦਾ ਨਾ ਆਹ ਟਾਈਮ 'ਚ? ਹਾਂਜੀ ਮਤਲਬ ਉਹਦੇ ਵਿੱਚ ਕੋਈ ਏਦਾਂ ਨਹੀਂ ਕਿ ਜਿਹੜੇ 4 ਸਾਲ ਹੋ ਗਏ ਹੁਣ ਨਹੀਂ ਲੱਗ ਸਕਦਾ, ਏਦਾਂ ਦੀ ਕੋਈ ਚੀਜ਼ ਨਹੀਂ ਹੈ। ਟਾਈਮ ਦਾ ਨਹੀਂ ਉਹਦੇ ਵਿੱਚ ਚੱਕਰ ਹੁੰਦਾ, ਜੇ ਤੁਹਾਨੂੰ ਤੁਸੀਂ ਆਰਗਿਊ ਕਰ ਸਕਦੇ ਹੋ ਨਾ ਕਿ ਪਤਾ ਨਹੀਂ ਸੀ ਜਾਂ ਜੋ ਵੀ ਤੁਹਾਡਾ ਰੀਜ਼ਨ ਸੀਗਾ, ਪਰ ਹਾਂਜੀ ਲੱਗ ਸਕਦਾ ਬਿਲਕੁਲ। ਓਕੇ ਓਕੇ ਭਾਜੀ, ਮੇਰਾ ਇੱਕ ਸਵਾਲ ਹੋਰ ਸੀਗਾ, ਮਤਲਬ ਮੇਰਾ ਜਿੱਦਾਂ ਇੱਕੋ ਵਕੀਲ ਤੋਂ ਭਾਜੀ ਦਾ ਕੇਸ ਲੱਗਾ, ਇਹ ਟੂ ਬ੍ਰਦਰ ਹੈ, ਮਤਲਬ ਮੇਰੀ ਬੋਲ ਚਾਲ ਹੈ ਨਹੀਂ ਮੇਰੇ ਬ੍ਰਦਰ ਨਾਲ, ਤੇ ਭਾਜੀ ਮੇਰਾ ਸਵਾਲ ਇਹ ਸੀਗਾ ਕਿ ਉਹ ਕਹਿੰਦੇ ਆ ਕਿ ਤੈਨੂੰ ਜਿੱਦਾਂ ਬਿਆਨ ਹੋਣੇ ਆ, ਮੇਰਾ ਵਕੀਲ ਕਹਿੰਦਾ ਕਿ ਤੇਰੇ ਬ੍ਰਦਰ ਤੋਂ ਵੀ ਨਾਲ ਜਾਣਾ ਪੈਣਾ। ਮੈਂ ਉਹਨਾਂ ਨੂੰ ਇਹ ਕਿਹਾ ਮੇਰੀ ਬੋਲ ਚਾਲ ਹੈ ਨਹੀਂ ਉਹਦੇ ਨਾਲ ਕੋਈ ਵੀ। ਭਾਜੀ ਇਹ ਨਾ ਹੁਣ ਫੇਰ ਟ੍ਰਿਕੀ ਜਿਹਾ ਸਵਾਲ ਜਿਹੜਾ ਆ ਗਿਆ, ਕਿਉਂਕਿ ਦੇਖੋ ਹੁਣ ਕੋਰਟ ਨੂੰ ਕੰਸਰਨ ਇਹ ਹੋ ਜਾਂਦਾ ਕਿ ਵਾਕਈ ਬੋਲ ਚਾਲ ਨਹੀਂ ਹੈਗੀ, ਕਿ ਉਦਾਂ ਗਵਾਹੀ ਦੇਣ ਦੇ ਮਾਰੇ ਜਿਹੜਾ ਬਹਾਨਾ ਜਿਹੜਾ ਘੜਦੇ ਆ ਹਨਾ। ਤੇ ਜੇ ਨਹੀਂ ਬੋਲ ਚਾਲ ਹੈਗੀ ਭਾਜੀ, ਨਹੀਂ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਨਾ, ਉਹ ਤਾਂ ਫਿਰ ਬੰਦਾ ਪੁੱਠੀ ਸਿੱਧੀ ਗਵਾਹੀ ਦੇ ਦੂਗਾ, ਫਸ ਜਾਊਗਾ। ਤੇ ਜੇ ਬੋਲ ਚਾਲ ਹੈਗੀ ਆ ਤਾਂ ਭਾਜੀ ਫਿਰ ਜ਼ਰੂਰ ਆਪਣਾ, ਜੇ ਵਕੀਲ ਤੁਹਾਡਾ ਕਹਿ ਰਿਹਾ ਤਾਂ ਮੇਰੀ ਹਮੇਸ਼ਾ ਰਾਏ ਇਹੀ ਹੁੰਦੀ ਹੈ ਕਿ ਜਿਹੜਾ ਗਵਾਹ ਜੇ ਵਧੀਆ ਗਵਾਹੀ ਦੇ ਸਕਦਾ ਉਹਦਾ ਕੇਸ 'ਚ ਫਾਇਦਾ ਵੀ ਹੋ ਜਾਂਦਾ, ਤੇ ਜੇ ਬੰਦੇ ਨੇ ਮਾੜੀ ਗਵਾਹੀ ਦੇ ਦਿੱਤੀ ਉਹਦਾ ਨੁਕਸਾਨ ਵੀ ਹੋ ਸਕਦਾ। ਸੋ ਇਹ ਕਾਫੀ $1 ਮਿਲੀਅਨ ਕੁਐਸਚਨ ਇਹ ਆ ਜਾਂਦਾ ਕਿ ਗਵਾਹੀ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ। ਜੀ ਜੀ ਬਿਲਕੁਲ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੋ ਗਿਆ ਆ। ਅਟਾਰਨੀ ਟਰਕੀਆਨਾ ਜੀ ਥੈਂਕ ਯੂ, ਮਾਫੀ ਚਾਹੁੰਦੇ ਉਹਨਾਂ ਸਰੋਤਿਆਂ ਤੋਂ ਜਿੰਨੀਆਂ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕੇ, ਉਸ ਚੀਜ਼ ਦੇ ਲਈ ਮਾਫੀ।
ਤੇ ਹੁਣ ਆਪਾਂ ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਧੰਨਵਾਦ ਅਟਾਰਨੀ ਟਰਕਿਆਨਾ ਜੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।